ਹਫਤੇ 'ਚ 2 ਡਾਇਲਿਸਿਸ ਚੱਲਦੇ ਨੇ। ਇਹ ਮਾਤਾ ਜੀ ਇੱਥੇ ਆਏ ਨੇ, ਇਹ ਬਾਪੂ ਜੀ ਨੂੰ ਪੁੱਛੋ। ਹਫ਼ਤੇ ਦੇ 2 ਡਾਇਲਿਸਿਸ ਇਹਨਾਂ ਦੇ ਚੱਲਦੇ ਆ ਤੇ ਖਰਚਾ ਇੱਧਰੋਂ ਜਾ ਰਿਹਾ। ਇਹਨਾਂ ਨੂੰ ਪੁੱਛੋ ਜੀ, ਸਾਰਾ ਖਰਚਾ ਇੱਧਰੋਂ ਹੋ ਰਿਹਾ। बिल्कुल बिल्कुल सारा खर्चा इन्हों को जाता वा। मैं टूट चुका सी पीजीआई कोल में गया, पीजीआई सीधा डायरेक्ट कहता कि जाओ लुधियाने जिथे रहने उत्थे जाओ, तो इत्थे आया तो इन्हों को मैनू सहारा मिले तो समझो तो जीवित बच रहे ने। तो मेरा कोई हालात नहीं सीगा कि मैं जीवित रहंदा। तो काम कोई नहीं होंदा। मियाँ बीबी असी 2 जने बिहार तो आया वा। मेरा बेटा मैनू छड्ड के चले गए, सब कोई नहीं है। मेरा बेटा बनिया मैनू रोटी पानी का खर्चा दिंदा, मैनू राशन दे दिंदा, मैं रोटी खा लैनी, नहीं तो रोलदी सी सड़कों ते। बहुत बुरा हाल सीगा। बेटा छड्ड के चले गए, कोई वो नहीं कराया पाड़ा देने वाला नहीं। ਵਾਈਫ ਦੇ ਇਲਾਜ ਲਈ ਹੱਥਾਂ ਤੇ ਨੀਲ ਪਾਲੇ। ਅਸੀਂ ਅੱਜ ਕੱਲ੍ਹ ਦੀਆਂ ਲਵ ਸਟੋਰੀਆਂ ਸੁਣਦੇ ਹਾਂ, ਸਟੈਚਰ ਚੱਕ ਕੇ। ਆ ਲੱਤਾਂ ਖੜ ਗਈਆਂ, ਲੱਤਾਂ ਤੇ ਬਿਲਕੁਲ ਵਜਨ ਨਹੀਂ, ਰੀੜ੍ਹ ਦੀ ਹੱਡੀ ਦੇ ਮਣਕੇ ਤੋਂ ਦਬ ਗਏ ਨੇ। ਕਮਰੇ ਦੇ ਹਾਲਾਤ ਦੇਖੋ, ਇੱਕੋ ਕਮਰੇ 'ਚ ਰਸੋਈ, ਇੱਕੋ ਕਮਰੇ 'ਚ ਬਾਥਰੂਮ, ਇੱਕੋ ਕਮਰੇ 'ਚ ਸੌਂਦੇ ਨੇ। ਤਾਂ ਕਿੰਨਾ ਔਖਾ ਹੈ ਬਾਈ। ਗੱਲਾਂ ਹੋਈ ਨੇ ਨਾ ਕਿ ਘਰੇ ਬਹਿ ਕੇ ਦੇਖੋ ਆਹ ਘਰ ਦੇ ਹਾਲਾਤ। ਕੋਈ ਪੈਸਾ ਦਾ ਖਰਚਾ ਵੀ ਨਹੀਂ। ਐਂਬੂਲੈਂਸ ਭੇਜਦੇ ਨੇ, ਸਾਡਾ ਪੇਸ਼ੈਂਟ ਦਾ ਖੜਾ ਨਹੀਂ ਹੋ ਸਕਦਾ ਹੈ, ਬੈਠ ਕੁਰਸੀ ਤੇ ਬਿਠਾ ਦੇਈਦਾ। ਬੜੀ ਬਹੁਤ ਦਿੱਕਤ ਦੇ ਵਿੱਚ ਹੈ। ਜਵਾਨ ਮੁੰਡਾ 6-6 ਫੁੱਟ ਦਾ ਕੱਦ ਨੇ। ਆ ਤੁਸੀਂ ਦੇਖਦੇ ਹੋ ਹੈਂਡੀਕੈਪਟ ਹੈ, ਉਹ ਫੈਕਟਰੀ ਦੇ ਵਿੱਚ ਫਿਰ ਵੀ ਕੰਮ ਕਰਦਾ ਹੈ। ਮੈਂ ਹਾर्ट ਦਾ ਮਰੀਜ਼ ਹਾਂ। पहला स्टेट पे फोर्टिस में इलाज कराया, एसआई के थ्रू में चलता था कार्ड इंश्योरेंस पे। फिर उसके बाद फिर दूसरे स्टेट पे आ गया, फिर तीसरे स्टेट पे आ गया कैंसर। उसके बाद डॉक्टर ने सलाह दिया कि बोन मैरो ट्रांसप्लांट कराने को। इस टीम का बहुत शुक्रिया अदा करना जो कि अनमोल जी के वजह से आज मेरा बेटा यहाँ पे खड़ा। मैं अनमोल जी के लिए ताली बजाना चाहता हूँ। ठीक है, इन्होंने 70,000 रुपये का योगदान अपने डोनर की तरफ से करवाया। ਦੁਨੀਆ ਦੀ ਕਿੱਡੀ ਕੁ ਵੱਡੀ ਹੋਊਗੀ ਇਹਨਾਂ ਦੀ ਦੁਆਵਾਂ ਤੋਂ ਅੱਗੇ ਤਾਂ ਨਹੀਂ। ਆ ਮਠਾਈ ਦਾ ਡੱਬਾ ਲੈ ਕੇ ਆਇਆ ਥੈਂਕ ਯੂ ਵਾਸਤੇ। ਜਿਹੜੀ ਚਲੋ ਹੈਲਪ ਗੁਰਸਾਹਿਬ ਨੇ ਕੀਤੀ, 70,000 ਰੁਪਏ ਇਹਨਾਂ ਨੂੰ ਡੋਨਰਾਂ ਨੇ ਦਿੱਤਾ, ਮੈਂ ਨਹੀਂ ਦਿੱਤਾ। ਪਰ ਗੱਲ ਉਹੀ ਆ ਗਈ ਨਾ, ਇੱਕ ਜ਼ਰੀਆ ਟੀਮ ਬਣੀ। ਜਿਹੜੀ ਇਹ ਦੁਆਵਾਂ ਹੈ ਜਾਂ ਉਹ ਬਾਪੂ ਜੀ ਦੀ ਦੁਆਵਾਂ ਹੈ, ਉਹ ਦੁਨੀਆ 'ਚ ਕਿਸੇ ਵੀ ਨੈਗੇਟਿਵਿਟੀ ਤੋਂ ਛੋਟੀਆਂ ਕਿ ਵੱਡੀਆਂ, ਬਹੁਤ ਵੱਡੀਆਂ। ਉਹਨਾਂ ਦੀ ਉਂਗਲੀ ਸੁੱਕ ਗਈ ਸ਼ੂਗਰ ਕਰਕੇ, ਤੇ ਜਗਤਾਰ ਮੈਡੀਕਲ ਸਟੋਰ ਹੈਗਾ ਨਾ ਹਸਪਤਾਲ, ਉੱਥੇ ਇਹਨਾਂ ਨੇ ਉਹਨਾਂ ਦਾ ਇਲਾਜ ਕਰਾਇਆ ਸੀਗਾ। ਸਾਰਾ ਕਰ ਜਾ ਰਹੀ ਸੀ। ਜੁੱਤੀਆਂ ਲੈ ਕੇ ਸਾਡੇ ਪੈਰ ਨੰਗੇ ਸੀਗੇ। ਸਰਦੀਆਂ ਦੇ ਟਾਈਮ 'ਚ ਅਸੀਂ ਆਏ ਸੀ ਇਹਨਾਂ ਕੋਲ, ਗੁਰੂ ਨਾਨਕ ਚੈਰੀਟੇਬਲ ਹਸਪਤਾਲ 'ਚ। ਸੁਣ ਰਹੇ ਹੋ ਦੇ ਟਾਈਮ 'ਚ ਮੇਰੇ ਵਰਗੇ ਬੰਦੇ ਨੂੰ ਕਿਉਂ ਪ੍ਰਾਈਵੇਟ ਭੇਜਣਾ ਪੈਂਦਾ ਜੇ ਸਰਕਾਰੀ 'ਚ ਇਲਾਜ ਹੁੰਦਾ। 7 ਸਾਲਾਂ ਤੋਂ ਕੋਈ ਵੀ ਸਰਕਾਰੀ ਅਧਿਕਾਰੀ ਅੱਜ ਤੱਕ ਇੱਥੇ ਆ ਕੇ ਮੇਰੇ ਨਾਲ ਬੈਠਿਆ ਕਿ ਯਾਰ ਤੂੰ ਕਿਉਂ ਪ੍ਰਾਈਵੇਟ ਭੇਜਿਆ ਮਰੀਜ਼, ਮੈਨੂੰ ਦੱਸ ਤੇਰੇ ਕਿਹੜੇ ਮਰੀਜ਼ ਨੂੰ ਇਲਾਜ ਚਾਹੀਦਾ, ਅਸੀਂ ਸਰਕਾਰੀ 'ਚੋਂ ਕਰਾਵਾਂਗੇ, ਘੱਟ ਰੇਟ 'ਚ ਕਰਾਵਾਂਗੇ ਜਾਂ ਫ੍ਰੀ ਕਰਾਵਾਂਗੇ। ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅੰਦਰੋਂ ਪਤਾ ਕਿ ਸਾਡੇ ਕੋਲ ਇਲਾਜ ਹੀ ਹੈ ਨਹੀਂ। ਹਰ ਪੇਸ਼ੈਂਟ ਨੂੰ ਦੂਜੇ ਪੇਸ਼ੈਂਟ ਨੂੰ ਲੁਧਿਆਣੇ ਸਰਕਾਰੀ 'ਚੋਂ ਰੈਫਰ ਕਰ ਦਿੱਤਾ ਜਾਂਦਾ, ਪਟਿਆਲੇ ਰਜਿੰਦਰਾ ਜਾਂ ਪੀਜੀਆਈ ਚੰਡੀਗੜ੍ਹ। ਮੇਰੇ ਕੋਲ ਸਬੂਤ ਦੇ ਆਧਾਰ ਤੇ ਮੈਂ ਤੁਹਾਨੂੰ ਹਜ਼ਾਰਾਂ ਮਰੀਜ਼ ਦੇ ਦਾਂਗਾ ਬਈ, ਹਜ਼ਾਰਾਂ। ਮੈਂ ਖਬਰ ਪੜ੍ਹ ਰਿਹਾ ਸੀ ਇੱਕ ਲੇਡੀ ਨੇ ਸੁਸਾਈਡ ਕਰ ਲਿਆ ਕਿ ਉਹਦੇ ਹਸਬੈਂਡ ਦਾ ਬਿੱਲ ਬਹੁਤ ਜ਼ਿਆਦਾ ਆ ਗਿਆ। ਜਿੱਦਾਂ ਇੱਕ ਉਮੀਦ ਨਾਲ ਸਰਕਾਰ ਆਈ, 6 ਮਹੀਨੇ ਹੋ ਚੁੱਕੇ ਨੇ ਬਾਈ ਜੀ। ਅੱਜ ਵੀ ਤੁਸੀਂ ਸਿਵਲ ਹਸਪੀਟਲ ਮਾਈਕ ਲੈ ਕੇ ਚਲੇ ਜਾਓ, ਅੱਜ ਵੀ ਉੱਥੇ ਤੁਹਾਨੂੰ ਕਈ ਮਰੀਜ਼ ਮਿਲਣਗੇ ਜਿਨ੍ਹਾਂ ਨੂੰ ਦਵਾਈਆਂ ਪੂਰੀਆਂ ਨਹੀਂ ਮਿਲ ਰਹੀਆਂ, ਜਿਨ੍ਹਾਂ ਨੂੰ ਐਡਮਿਟ ਨਹੀਂ ਕੀਤਾ ਜਾ ਰਿਹਾ, ਜਿਨ੍ਹਾਂ ਕੋਲ ਆਪਰੇਸ਼ਨ ਨਹੀਂ ਕੀਤੇ ਜਾ ਰਹੇ। ਤਾਂ ਖੋਲ੍ਹਤੇ ਅਗਲੇ ਕਹਿੰਦੇ ਬੜੀ ਵਧੀਆ ਸਹੂਲਤਾਂ ਦੇ ਬਾਈ। ਜਦੋਂ ਮਿਲੂਗੀ ਉਦੋਂ ਨਾ। ਕੁਰਸੀਆਂ ਤਾਂ ਮੈਂ ਇਕੱਠੀਆਂ ਕੀਤੀਆਂ ਸੀ ਆਮ ਆਦਮੀ ਪਾਰਟੀ ਬਣਦੇ ਹੀ ਕਿ ਹਾਂ ਬਈ ਚੱਲ ਚੱਕ ਦਿਓ ਕੁਰਸੀਆਂ, ਹੁਣ ਕੋਈ ਮਰੀਜ਼ ਨਹੀਂ। ਪਰ ਬਾਈ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਇਸੇ ਮੰਦੇ ਹਾਲਾਤਾਂ ਕਰਕੇ ਮੈਂ ਆਪਣਾ ਕਰੀਅਰ ਵੱਲ ਫੋਕਸ ਨਹੀਂ ਕਰ ਪਾ ਰਿਹਾ ਕਿ ਛੱਡ ਯਾਰ, ਸਾਰੀ ਦੁਨੀਆ ਕਾਰੋਬਾਰ ਕੰਮ ਕਰ ਹੀ ਰਹੀ ਹੈ, ਤੂੰ ਵੀ ਕਰ ਲੇਂਗਾ ਤਾਂ ਕੀ ਹੋ ਜਾਊਗਾ। ਸਾਡੀ ਪੂਰੀ ਟੀਮ ਹੈ ਜਿਹੜੀ ਫ੍ਰੀ ਸੇਵਾ ਕਰ ਰਹੀ ਹੈ। 3-4 ਘੰਟੇ ਸਵੇਰੇ ਸਿਵਲ, 3-4 ਘੰਟੇ ਸ਼ਾਮੀ। ਲੋਕਾਂ ਦੀਆਂ ਗਾਲਾਂ ਅਲੱਗ ਖਾ ਰਹੇ। ਇਹ ਨਹੀਂ ਲੋਕ ਪਿਆਰ ਨਹੀਂ ਕਰਦੇ, ਬਹੁਤ ਕਰਦੇ ਨੇ। ਇਹ ਦੁਨੀਆ ਤੁਹਾਨੂੰ ਉਦੋਂ ਤੱਕ ਠੀਕ ਨਹੀਂ ਮੰਨਦੀ ਜਦੋਂ ਤੱਕ ਤੁਹਾਡੀ ਗਲਤ ਫੋਟੋ 'ਚ ਹਾਰ ਨਹੀਂ ਪੈ ਜਾਂਦੀ। ਜਿੰਦੇ ਜੀ ਕੋਈ ਕਦਰ ਨਹੀਂ, ਮਰਨ ਤੋਂ ਬਾਅਦ ਤੁਹਾਡੀਆਂ ਵੀਡੀਓਜ਼ ਦੇਖਣਗੇ, ਰੋਣਗੇ ਕਿ ਯਾਰ ਬੰਦਾ ਸੱਚਾ ਸੀ। ਜਿਹੜਾ ਡੈਥ ਬੈੱਡ ਤੇ ਇਹ ਕਹਿ ਦੇਵੇ ਨਾ ਕਿ ਆਮ ਸੈਟਿਸਫਾਈਡ, ਮੈਂ ਚੱਲਾਂ, ਉਹ ਬੰਦਾ ਜ਼ਿੰਦਗੀ 'ਚ ਸਫਲ ਹੋ ਕੇ ਜਾਂਦਾ ਤੇ ਉਹਦਾ ਮਰਨ ਸਫਲ ਹੋ। ਸੌਰੀ ਟੂ ਸੇ ਮੈਂ ਅੱਜ ਕੱਲ੍ਹ ਕਹਿ ਰਿਹਾ, ਮੇਰਾ ਅੱਜ ਦੀ ਡੇਟ 'ਤੇ ਕਹਿਣਾ ਕਿ ਮੈਂ ਜ਼ਿੰਦਗੀ ਜੀ ਚੁੱਕਾ। ਜੋ ਮੈਂ ਕਰਨ ਆਇਆ ਸੀ, ਜਿੰਨਾ ਕੁ ਗੁਰੂ ਸਾਹਿਬ ਨੇ ਮੇਰੇ ਤੋਂ ਕਰਾ ਲਿਆ ਐਟ ਦ ਏਜ ਆਫ 26 ਹੈ ਨਾ, ਮੈਂ 26 ਸਾਲ ਦਾ, ਅੱਜ 96 ਦਾ ਬੋਰਨ। ਜੋ ਹੋ ਚੁੱਕਾ, ਜੋ ਪਰਮਾਤਮਾ ਇਸ ਟੀਮ ਕੋਲੋਂ ਕਰਾ ਚੁੱਕਾ, ਅੱਜ ਵੀ ਰੱਬ ਬੁਲਾ ਲਵੇ ਕੋਈ ਗਮ ਨਹੀਂ, ਪੂਰਾ ਸਫਲ ਹਾਂ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ। ਐਡੀ ਔਕਾਤ ਹੀ ਨਹੀਂ ਸੀ
ਇੰਨੇ ਜੋਗਾ ਹੀ ਨਹੀਂ ਸੀ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਤੇ ਜਿਸ ਸਟੇਜ ਤੇ ਗੁਰੂ ਸਾਹਿਬ ਨੇ ਰੱਖਿਆ ਹੋਇਆ। छोटा सा मैसेज देना चाहूँगा, सब कुछ बनो मुबारक है, पर पहले इंसान बनो। और इंसान कैसे बनो? अनमोल भाई जैसे। ये 100% है, मैं भी कोशिश करूँगा कि इनका अगर 1% भी मैं कर पाया तो अपने आप को मैं भी थैंकफुल मानूंगा। अगर हम एक एक दो दो रुपये भी अब अगर हम डोनेट करें तो इनकी संस्था को किसी के आगे या किसी के लिए बोलने की जरूरत नहीं पड़ेगी। ਜੇ ਇਹ ਸ਼ਖਸ ਦਿੱਲੀੋਂ ਦੁਕਾਨ ਬੰਦ ਕਰਕੇ ਇੱਥੇ ਆਇਆ ਕੋਈ ਤਾਂ ਗੱਲ ਹੋਏਗੀ। ਮੂਰਖਤਾ ਨਹੀਂ, ਸਾਲ 'ਚ ਉਹਨੇ ਵੀ ਜ਼ੋਰ ਲਾਇਆ ਹੋਣਾ ਕਿ ਮੈਂ ਅਕਾਊਂਟ 'ਚ ਪਾ ਦਾਂ। ਕਿੰਨੀ ਕੁ ਰੋਜ਼ ਦੀ ਡੋਨੇਸ਼ਨ ਕਰਾ ਦਿੰਦੇ ਹੋਵਾਂਗੇ ਤੇ ਰੋਜ਼ 40,000 50,000 ਲੱਖ ਰੁਪਇਆ। ਜੇ ਅਸੀਂ ਚਾਹੀਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ, ਜੇ ਅਸੀਂ ਚਾਹੀਏ ਅਕਾਊਂਟ ਸ਼ੁਰੂ ਕਰ ਦਈਏ 1 ਕਰੋੜ ਰੁਪਇਆ ਰੋਜ਼ ਦੀ ਡੋਨੇਸ਼ਨ ਮੈਂ ਇਕੱਠੀ ਕਰਾ ਸਕਦਾ। ਜਿੰਨੇ ਵੀ ਸ਼ਹਿਰਾਂ ਦੇ ਵਿੱਚ ਸਾਰੇ ਹੀ ਸਾਡੇ ਨਾਲ ਲੋਕ ਜੁੜੇ ਨੇ ਜਿਹੜੇ ਦਾਨ ਦੇਣਾ ਚਾਹੁੰਦੇ ਨੇ, ਉਹਨਾਂ ਦਾ ਸਾਰਿਆਂ ਦਾ ਦਾਨ ਮੰਗਾਲਾ ਮੈਂ ਲੁਧਿਆਣੇ ਦੇ ਮਰੀਜ਼ਾਂ ਦੀ ਹੈਲਪ ਕਰਨੀ ਸ਼ੁਰੂ ਕਰਦਾ। ਫਿਰ ਜਿਹੜੇ ਅੰਮ੍ਰਿਤਸਰ ਵਾਲੇ ਲੋੜਵੰਦ ਮਰੀਜ਼ ਹੋਣਗੇ ਉਹ ਕਿੱਥੇ ਜਾਣਗੇ? ਇਸ ਸਟ੍ਰੈਟਜੀ ਨੂੰ ਕਿਸੇ ਨੇ ਨਹੀਂ ਸਮਝਿਆ ਮੇਰੀ, ਮੈਨੂੰ ਲਾਂਤਾਂ ਪਾਈਆਂ। ਅੱਛਾ ਮੈਨੂੰ ਗੱਲ ਦੱਸੋ, ਮੈਨੂੰ ਕੀ ਲੋੜ ਪਈ ਆ 2 ਮਿਲੀਅਨ ਫਾਲੋਅਰ ਹੋਣ ਤੋਂ ਬਾਅਦ ਫੇਸਬੁੱਕ ਤੇ ਮੈਂ ਸ਼ਹਿਰਾਂ 'ਚ ਜਾ ਕੇ ਯੂਥ ਨੂੰ ਪ੍ਰਮੋਟ ਕਰ ਰਿਹਾ, ਮੈਨੂੰ ਉਹ ਪੈਸੇ ਦਿੰਦੇ ਨੇ? ਮੈਂ ਉਹਨਾਂ ਦੀ ਜਗ੍ਹਾ ਜਾਣਦਾ ਕਿ ਜਦੋਂ ਮੇਰੇ 0 ਫਾਲੋਅਰ ਸੀ ਮੈਨੂੰ ਕਿਸੇ ਨੇ ਨਹੀਂ ਸਪੋਰਟ ਕੀਤੀ ਸੀ। ਮੈਂ ਦਰਦ ਜਾਣਦਾ ਜਦੋਂ ਤੁਹਾਨੂੰ ਕੋਈ ਨਹੀਂ ਜਾਣਦਾ ਹੁੰਦਾ। ਇਹ 7 ਸਾਲਾਂ 'ਚ ਬਾਈ ਜਿਹੜੀਆਂ ਮੇਰੇ ਤੋਂ ਬਾਅਦ ਸੰਸਥਾਵਾਂ ਸ਼ੁਰੂ ਹੋਈਆਂ, ਮੈਂ ਨਾਮ ਲੈ ਕੇ ਤਾਂ ਚਲੋ ਕੀ ਦੱਸਦਾ, ਉਹਨਾਂ ਦੇ ਤੁਸੀਂ ਅਗਰ ਐਸੈਟ ਚੈੱਕ ਕਰੋ ਨਾ, ਐਸੈਟ ਇਨ ਦਾ ਸੈਂਸ ਆਫ ਹਰ ਸੰਸਥਾ ਕੋਲ ਜਗ੍ਹਾ ਹੁੰਦੀ, ਬੈਂਕ ਬੈਲੈਂਸ ਹੁੰਦੇ, ਐਫਡੀਜ਼ ਹੁੰਦੀਆਂ। ਸਾਡੇ ਪੱਲੇ ਕੀ ਆ? ਕੁਰਸੀ ਟੇਬਲ ਵੀ ਸਾਡੇ ਪੱਲੇ ਹੈ। ਮੈਂ ਉਹ ਪਰਮਾਤਮਾ ਨੂੰ ਦੱਸਦਾ ਹੁੰਦਾ ਕਿ ਜਿਹੜੇ ਆਈਡੀਆ ਨਾਲ ਸ਼ੁਰੂ ਕੀਤੀ ਸੀ, ਵੀ ਡੂ ਨਾਟ ਅਸੈਪਟ ਮਨੀ ਔਰ ਥਿੰਗਸ, ਜਦੋਂ ਤੱਕ ਜ਼ਿੰਦਾ ਇਹੀ ਆਈਡੀਆ ਰਹੂ। ਮੈਨੂੰ ਬੜੇ ਲੋਕਾਂ ਨੇ ਕਿਹਾ ਯਾਰ ਹੁਣ ਤੇਰੀ ਫੈਨ ਫੋਲੋਇੰਗ ਬਣ ਗਈ, ਲੋਕ ਤੈਨੂੰ ਪਿਆਰ ਕਰਦੇ ਨੇ, ਹੁਣ ਅਕਾਊਂਟ ਖੋਲ੍ਹ ਲੈ। ਮੈਂ ਕਹਿੰਦਾ ਮਰਦੇ ਦਮ ਤੱਕ ਨਹੀਂ ਖੋਲ੍ਹਦਾ। ਕਈ ਵਾਰ ਤਾਂ ਕੋਰ ਵੀਰੇ ਇਹ ਹੁੰਦਾ ਸਾਹਮਣੇ 70 ਮਰੀਜ਼ ਬੈਠੇ ਹੁੰਦੇ ਨੇ, ਇੱਕ ਡੋਨਰ ਨਹੀਂ ਹੁੰਦਾ। ਫਿਰ ਮੈਂ ਪੁੱਛਦਾ ਆਪਣੇ ਆਪ ਨੂੰ ਯਾਰ ਕਰ ਲੈ ਭਰਾਵਾ, ਨਹੀਂ ਸਰਨਾ। ਡੋਨਰ ਵੀ ਗਾਲਾਂ ਕੱਢਦੇ ਨੇ ਕਿ ਭਰਾਵਾ ਅਕਾਊਂਟ 'ਚ ਪੈਸੇ ਲੈ ਲੈ, ਸਾਨੂੰ ਤੇਰੇ 'ਤੇ ਵਿਸ਼ਵਾਸ ਹੈ। ਸਾਡੇ ਕੋਲ ਕਿੰਨੀਆਂ ਭੈਣਾਂ ਯੂਕੇ ਤੋਂ ਫੋਨ ਤੇ ਰੋਂਦੀਆਂ ਕਿ ਸਾਡੇ ਕੋਲ ਪੈਸੇ ਲੈ ਲਓ ਵੀਰੇ, ਸਾਡਾ ਕੋਈ ਇੰਡੀਆ ਹੈ ਨਹੀਂ, ਕੀ ਮੈਂ ਚੁੱਪ ਚਪੀਤੇ ਪੈਸੇ ਨਹੀਂ ਫੜ ਸਕਦਾ? ਹੁਣ ਵੀ ਤਾਂ ਮੇਰੇ ਤੇ ਇਲਜ਼ਾਮ ਲੱਗ ਹੀ ਰਹੇ ਨੇ ਯਾਰ, ਜੇ ਮੈਂ ਖਾ ਵੀ ਲਊਂਗਾ ਤਾਂ ਵੀ ਲੱਗ ਜਾਣਗੇ, ਕੀ ਫਰਕ ਪੈਂਦਾ? जो भी 1-2 भैया जो आए हुए हैं थैंक यू के लिए, वो थैंक यू करने के लिए जेन्युइन आए हुए हैं कि उनके घर की तकलीफ जो है वो दूर हुई है। ਜਜਮੈਂਟ ਦਾ ਮੈਂ ਇੰਨਾ ਕੁ ਸ਼ਿਕਾਰ ਹੁੰਦਾ ਨਾ ਬਾਈ, ਜਿਹੜਾ ਬੰਦਾ ਕਦੀ ਮੈਨੂੰ ਮਿਲਿਆ ਨਹੀਂ ਹੁੰਦਾ, ਆਇਆ ਨਹੀਂ ਹੁੰਦਾ, ਉਹ ਮੇਰੇ ਬਾਰੇ ਜਦੋਂ ਜਜਮੈਂਟ ਹੋ ਕੇ ਕੁਝ ਬੋਲਦਾ ਨਾ, ਉਦੋਂ ਦਿਲ ਟੁੱਟਦਾ ਕਿ ਮੈਨੂੰ ਮਿਲ ਤਾਂ ਲੈਂਦਾ, ਕਲੀਅਰ ਹੀ ਕਰ ਲੈਂਦਾ। ਆਪਣੀ ਟੀਮ ਦਾ ਲੰਚ ਕਰਦੇ ਹੋ, ਡਿਨਰ ਕਰਦੇ ਹੋ, ਉੱਤੇ ਪੈਸੇ ਲੱਗਦੇ ਨੇ। ਸਾਡੀ ਟੀਮ 'ਚ ਕੋਈ ਮੈਂਬਰਸ਼ਿਪ ਨਹੀਂ ਹੈਗੀ ਕਿ ਤੁਸੀਂ ਮੈਂਬਰ ਹੋ ਤੇ 500 ਰੁਪਏ ਦੇਣਾ। ਇੱਥੇ ਕੋਈ ਕਿਸੇ ਨੂੰ ਕੋਈ ਇੱਕ ਥੈਲੀ ਨਹੀਂ ਪਾਉਂਦਾ। ਹੁਣ ਮੈਂ ਪਰਸੋਂ ਹੁਸ਼ਿਆਰਪੁਰ ਜਾ ਕੇ ਆਇਆ, ਇੱਕ ਹੋਰ NGO ਨੇ ਮੈਨੂੰ ਇਨਵਾਈਟ ਕੀਤਾ, ਉਹਨਾਂ ਨੂੰ ਫ੍ਰੀ ਪ੍ਰਮੋਸ਼ਨ ਦੇ ਕੇ ਆਇਆ। ਮੈਂ ਪੈਸੇ ਥੋੜੀ ਲੈ ਕੇ ਆਇਆ, ਜੇ ਕੋਈ ਚੰਗਾ ਕੰਮ ਕਰੂਗਾ ਉਹਨੂੰ ਫ੍ਰੀ ਪ੍ਰਮੋਸ਼ਨ ਦੇਵਾਂਗੇ। ਲੁਧਿਆਣੇ ਵੀ ਚਲੋ ਸਾਡਾ ਪੰਗਾ ਪਿਆ ਹੀ ਸੀਗਾ ਸਿਵਲ ਹਸਪਤਾਲ, ਉਸ ਤੇ ਦੁਬਾਰਾ ਆ ਜਾਂਦੇ ਆ। ਉਹਨਾਂ ਨੂੰ ਗਲਤ ਦਿਖਾਉਣ ਵਾਸਤੇ ਇੱਕ ਬੰਦਾ ਹੀ ਮਾਰਤਾ ਤੁਸੀਂ ਤਾਂ, ਉਹ ਬਾਅਦ 'ਚ ਜਿਉਂਦਾ ਨਿਕਲ ਆਇਆ ਬੰਦਾ। ਨੂੰ ਗਲਤ ਦਿਖਾਣਾ ਸਹੀ ਦਿਖਾਣਾ ਮੇਰਾ ਮਕਸਦ ਨਹੀਂ ਹੈ। ਸਿਵਲ ਹਸਪੀਟਲ ਤੇ ਮੇਰੇ ਤੇ ਇਲਜ਼ਾਮ ਲੱਗਿਆ ਬਦਤਮੀਜੀ ਦਾ ਕਿ ਇਹਨੂੰ ਡਾਕਟਰਸ ਨਾਲ ਬੋਲਣ ਦੀ ਅਕਲ ਨਹੀਂ। ਜਿਸ ਕਮਰੇ 'ਚ ਗੱਲਬਾਤ ਹੋਈ ਸੀ, MLA ਸਾਹਿਬ ਵੀ ਸੀ, ਉਹਨਾਂ ਦੇ ਬੇਟੇ ਵੀ ਸੀ, ਮੇਰੀ ਟੀਮ ਵੀ ਸੀ। ਮੈਮ ਨੇ SMO ਮੈਮ ਨੇ ਇੰਟਰਵਿਊਜ਼ ਕਰਤੀਆਂ, ਇਲਜ਼ਾਮ ਲਾਤਾ ਕਿ ਅਨਮੋਲ ਇੱਦਾਂ ਮੇਰੇ ਨਾਲ ਬਦਤਮੀਜੀ ਕਰਕੇ ਗਿਆ। ਜਦੋਂ ਮੈਂ ਉਹ ਨਿਊਜ਼ ਪੜ੍ਹੀਆਂ, ਮੈਂ ਪਰਮਾਤਮਾ ਨੂੰ ਪੁੱਛਿਆ, ਮੈਂ ਕਿਹਾ ਰੱਬਾ ਯਾਰ ਮੈਂ ਤਾਂ ਬਦਤਮੀਜੀ ਕੀਤੀ ਨਹੀਂ, ਕਿ ਤੈਨੂੰ ਤਾਂ ਸੱਚ ਪਤਾ ਹੈ। ਮੈਂ ਇੰਨਾ ਕਹਿ ਕੇ ਹੱਸ ਕੇ ਆਪਣੇ ਤਨ ਤੇ ਹੰਡਾਈ ਸਾਰੀ ਨੈਗੇਟਿਵਿਟੀ। ਹੋਰ 2-4 ਲੁਧਿਆਣੇ ਦੇ ਲੋਕਾਂ ਨੇ ਲਾਈਵ ਹੋ ਕੇ ਮੇਰੀ ਮਾਂ ਭੈਣ ਬਾਰੇ ਬੋਲਿਆ ਕਿ ਤੇਰੇ ਘਰੇ ਮਾਂ ਭੈਣ ਹੈ ਨਹੀਂ। 3 ਦਿਨ ਬਾਅਦ SMO ਮੈਡਮ ਦੇ ਆਫਿਸ ਦੀ ਰਿਕਾਰਡਿੰਗ ਵਾਇਰਲ ਹੁੰਦੀ ਹੈ, ਜਿਹਦੇ ਵਿੱਚ ਅਨਮੋਲ ਕਵਾਤਰਾ ਕੁਝ ਬੋਲਿਆ ਹੀ ਨਹੀਂ ਹੋਇਆ। ਕਿ ਜਿਹੜੇ ਬੰਦੇ ਮਰਨ ਵਾਲੀ ਗੱਲ ਸੀ, ਉਹ ਸਭ ਤੋਂ ਪਹਿਲਾਂ ਇੱਕ ਅਖਬਾਰ ਨੇ ਖਬਰ ਲਾਈ, ਜਿਸ ਤੋਂ ਮੈਂ ਪੜ੍ਹੀ ਤਾਂ ਅਖਬਾਰ ਦੇ ਵਿੱਚ ਲਿਖਿਆ ਸੀ ਬੰਦਾ ਮਰ ਗਿਆ। ਉਸ ਤੋਂ ਵੀ 72 ਮਾੜੇ ਹਾਲਾਤ ਮੈਂ ਉੱਥੇ ਦੇਖੇ ਹੋਏ ਨੇ। ਬੜੀਆਂ ਟੀਮਾਂ ਜੁੜਦੀਆਂ, ਬੜੀਆਂ ਟੁੱਟਦੀਆਂ। ਇਹ ਕੰਮ ਕਰਨਾ ਕੁਵਰ ਵੀਰੇ ਸੌਖਾ ਨਹੀਂ। ਕੋਈ ਵੀ ਬੰਦਾ ਇਹਦੇ ਨਾਲ ਜੁੜਦਾ ਨਾ, ਚਾਅ 'ਚ ਜੁੜਦਾ, ਉਸ ਤੋਂ ਬਾਅਦ ਟੁੱਟਣ ਲਈ ਉਹਨੂੰ ਬਹਾਨਾ ਚਾਹੀਦਾ ਹੁੰਦਾ। ਜਿਹੜੀ ਵੀ NGO ਮੈਡੀਕਲ ਫੀਲਡ 'ਚ ਕੰਮ ਕਰਦੀ ਹੈ, ਉਹਨੂੰ ਸਰਕਾਰ ਦੀ ਸਹਾਇਤਾ ਲੈਣੀ ਚਾਹੀਦੀ ਹੈ। ਪਰ ਹਰ NGO ਇਹੀ ਕਹਿੰਦੀ ਹੈ ਕਿ ਦਾਨ ਆ ਰਿਹਾ, ਦਾਨ ਦੇਣ ਵਾਲੇ ਆ ਰਹੇ ਨੇ, ਤਾਂ ਅਸੀਂ ਸਰਕਾਰ ਦੇ ਤਲਵੇ ਕਿਉਂ ਝੱਟੀਏ? ਮੈਨੂੰ ਵੀ ਕਿਹਾ ਗਿਆ, ਲੋਕੀ ਪੁੱਛਦੇ ਜਦੋਂ ਮੈਂ ਇੰਟਰਵਿਊ ਕਰਦਾ, ਅਨਮੋਲ ਕਲਪਦਾ ਕਿਉਂ ਆ? ਅੱਜ ਚਲੋ ਘੱਟ ਕਲਪ ਰਹੇ ਹੋ। ਭਾਈ ਕਲਪਨ ਦਾ ਸੈਂਸ ਇਸ ਕਿ ਯਾਰ ਇੱਥੇ ਮਰੀਜ਼ ਬੈਠੇ ਨੇ 50, ਇਹ 50ਵਾਂ ਦਾ ਟ੍ਰੀਟਮੈਂਟ ਜੇ ਮੈਂ ਪ੍ਰਾਈਵੇਟ 'ਚੋਂ ਕਰਾਵਾਂ, ਮੇਰੀ NGO ਨਹੀਂ ਅਫੋਰਡ ਕਰਦੀ ਵੀ ਹੋਵੇ। ਦਾਨ ਦਾ ਪੈਸਾ ਹਰਾਮ ਦਾ ਥੋੜੀ ਹੁੰਦਾ। ਜੇ ਦਾਨ ਕੋਈ ਤੁਹਾਨੂੰ ਦੇ ਰਿਹਾ, ਉਹ ਦਾਨ ਨੂੰ ਬੜੀ ਸਮਝਦਾਰੀ ਨਾਲ ਲਾਣਾ, ਇਹ ਬੜੀ ਵੱਡੀ ਜ਼ਿੰਮੇਵਾਰੀ ਹੈ। ਜੇ ਰੋਜ਼ PGI ਫਰੀਦਕੋਟ ਲੁਧਿਆਣੇ ਸਿਵਲ ਬਾਰੇ 2-4 ਗੱਲਾਂ ਕਹਿ ਵੀ ਦਿੰਨਾ, ਜਦੋਂ ਉਹ ਇਲਾਜ ਕਰਦੇ ਨੇ ਉਦੋਂ ਇਹਨਾਂ ਦੇ ਤਾਰੀਫਾਂ ਦੇ ਫੁੱਲ ਵੀ ਤਾਂ ਬੰਦਾ, ਇਹਨਾਂ ਦੀ ਤਾਰੀਫਾਂ ਵੀ ਤਾਂ ਫਿਰ ਇੰਨੀਆਂ ਹੀ ਕਰਦਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਅੱਜ ਲੁਧਿਆਣੇ ਦੇ ਮਾਡਲ ਟਾਊਨ 'ਚ ਮੌਜੂਦ ਹਾਂ, ਤਾਂ ਜ਼ਰੂਰ ਪਿੱਛੇ ਦੇਖ ਕੇ ਇੱਕ ਵਾਰੀ ਤਸਵੀਰਾਂ ਦੇਖ ਰਹੇ ਹੋਗੇ ਤਾਂ ਜ਼ਰੂਰ ਪਛਾਣ ਗਏ ਹੋਗੇ ਵੀ ਕਿੱਥੇ ਇਸ ਸਮੇਂ ਮੌਜੂਦ ਆ। ਅਨਮੋਲ ਕੁਆਤਰਾ ਕੋ ਪਹੁੰਚੇ ਆ।
ਜ਼ਰੂਰ ਐਨਜੀਓ ਦਾ ਨਾਮ ਬਦਲ ਦਿੱਤਾ, ਇੱਕ ਜ਼ਰੀਆ ਕਰ ਦਿੱਤਾ, ਜਗ੍ਹਾ ਵੀ ਬਦਲ ਦਿੱਤੀ। ਹੁਣ ਇੱਕ ਗੱਲ ਕਰਾਂਗੇ, ਪੰਜਾਬ ਦੇ ਵਿੱਚ ਮੁੱਦੇ ਵੀ ਇਸ ਸਮੇਂ ਕਾਫੀ ਹੋ ਗਏ ਨੇ। ਜੇ ਗੱਲ ਕਰਦੇ ਹਾਂ ਸਰਕਾਰ ਵਰਸਸ ਡਾਕਟਰ ਵੀ ਬੜਾ ਚੱਲ ਰਿਹਾ, ਪਰ ਮਰੀਜ਼ਾਂ ਦਾ ਕੀ ਆ? ਜਿਹੜੇ ਮਰੀਜ਼ ਇੱਥੇ ਕਾਫੀ ਬੈਠੇ ਹੋਏ ਨੇ, ਇਹਨਾਂ ਦਾ ਇਲਾਜ ਕਿਸ ਤਰੀਕੇ ਦੇ ਪੰਜਾਬ ਦੇ ਵਿੱਚ ਚੱਲ ਰਿਹਾ? ਤਾਂ ਜ਼ਰੂਰ ਪਿਛਲੇ ਸਮਿਆਂ ਦੇ ਵਿੱਚ 2-3 ਮਹੀਨੇ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਅਨਮੋਲ ਕੁਆਤਰਾ ਨੇ ਕੁਰਸੀਆਂ ਵੀ ਡਾਈਆਂ ਹੋਈਆਂ ਸੀ ਅਤੇ ਕਹਿ ਦਿੱਤਾ ਸੀ ਵੀ ਹੁਣ ਸ਼ਾਇਦ ਕੁਰਸੀਆਂ ਦੀ ਲੋੜ ਨਾ ਪਵੇ। ਤਾਂ ਅੱਜ ਗੱਲ ਕਰ ਲੈਂਦੇ ਹਾਂ, 3 ਮਹੀਨੇ ਪਹਿਲਾਂ ਕੁਰਸੀਆਂ ਸਾਂਭਤੀਆਂ ਸੀਗੀਆਂ ਵੀ ਲੋੜ ਨਹੀਂ ਪਏਗੀ ਇਹਨਾਂ ਦੀ, ਪਰ ਅੱਜ ਮੈਂ ਦੇਖ ਰਿਹਾ ਕੁਰਸੀਆਂ ਉਲਟਾ ਵੱਧਦੀਆਂ ਜਾ ਰਹੀਆਂ ਨੇ। ਜਦੋਂ ਬਈ ਉਮੀਦ ਕਿਤੋਂ ਵੀ, ਕੋਈ ਉਮੀਦ ਦੀ ਕਿਰਨ ਕਿਤੋਂ ਵੀ ਜਾਗਦੀ ਹੈ ਤਾਂ ਉਹ ਇਹੀ ਲੱਗਦਾ ਹੁੰਦਾ ਕਿ ਹੁਣ ਥੋੜਾ ਉਜਾਲਾ ਹੋਣਾ ਸ਼ੁਰੂ ਹੋਇਆ ਤਾਂ ਦਿਨ ਦੀ ਸ਼ੁਰੂਆਤ ਹੋਏਗੀ। ਤਾਂ ਮੈਂ ਵੀ ਉਸੇ ਉਮੀਦ ਦੇ ਵਿੱਚ ਕੁਰਸੀਆਂ ਚੱਕੀਆਂ ਸੀਗੀਆਂ ਕਿ ਨਵੀਂ ਸਰਕਾਰ ਆਈ ਹੈ, ਨਵਾਂ ਸਿਸਟਮ ਬਦਲਿਆ ਔਰ ਬੜੀ ਵੱਡੀ ਲੋਕਾਂ ਦੀ ਪਾਰਟੀ ਆਮ ਆਦਮੀ ਪਾਰਟੀ ਆਈ ਹੈ ਤੇ ਉਮੀਦ ਹੈ ਕਿ ਹੁਣ ਅੱਛਾ ਹੋਏਗਾ, ਤਾਂ ਹੀ ਚੁੱਕੀਆਂ ਸੀ। ਹੁਣ ਕੁਰਸੀਆਂ ਤਾਂ ਚਲੋ ਚੁੱਕ ਲੀਆਂ, ਹੁਣ ਨਵਾਂ ਵਿਵਾਦ ਵੀ ਚੱਲਦਾ ਪਿਆ। ਵਿਵਾਦ ਤੇ ਤੁਸੀਂ ਬੋਲੇ ਵੀ, ਆਪਣੇ ਪੇਜ ਤੇ ਵੀ ਬੋਲੇ, ਪਰ ਵਿਵਾਦ ਜਿਹੜਾ ਚੱਲਦਾ ਪਿਆ ਨੁਕਸਾਨ ਕਿਸ ਦਾ ਹੋ ਰਿਹਾ ਤੇ ਅਸਲ 'ਚ ਕਸੂਰਵਾਰ ਕੌਣ ਤੁਹਾਨੂੰ ਲੱਗਦਾ? ਦੇਖੋ ਵੀਰੇ, ਜਿੰਨੀ ਕੁ ਮੇਰੀ ਸੋਚ ਹੈ, ਮੇਰੀ ਬੜੀ ਛੋਟੀ ਜੀ ਸੋਚ ਹੈ, ਮੈਂ ਕੋਈ ਇੰਨਾ ਵੱਡਾ ਸਮਝਦਾਰ ਬੰਦਾ ਨਹੀਂ ਹੈਗਾ, ਪਰ ਜਿੰਨੀ ਕੁ ਕਹਿ ਲਓ ਕਿ ਬੰਦਾ ਉਮਰ ਦੇ ਨਾਲ ਨਹੀਂ, ਬੰਦਾ ਤਜਰਬੇ ਨਾਲ ਵੱਡਾ ਹੁੰਦਾ। ਹੁਣ ਤੁਸੀਂ ਐਜ਼ ਅ ਜਰਨਲਿਸਟ ਜਾਂ ਐਜ਼ ਅ ਮੀਡੀਆ ਤੁਸੀਂ ਕੰਪਨੀ 'ਚ ਕੰਮ ਕਰਦੇ ਹੋ ਜਾਂ ਤੁਸੀਂ ਐਜ਼ ਅ ਪ੍ਰੋਫੈਸ਼ਨਲ ਹੈ ਨਾ, ਐਜ਼ ਅ ਪ੍ਰੋਫੈਸ਼ਨ ਤੁਸੀਂ ਜਰਨਲਿਸਟ ਹੋ, ਤਾਂ ਤੁਹਾਨੂੰ ਇਸ ਪ੍ਰੋਫੈਸ਼ਨ ਦੀ ਜ਼ਿਆਦਾ ਨੌਲੇਜ ਹੋਏਗੀ ਐਜ਼ ਕੰਪੇਅਰ ਟੂ ਮੀ, ਕਿਉਂਕਿ ਮੇਰਾ ਇਹ ਕੰਮ ਨਹੀਂ ਹੈ। ਸਾਡਾ ਕੰਮ ਹੈ ਐਨਜੀਓ ਦਾ। ਅਸੀਂ ਡੇਲੀ ਮੈਡੀਕਲ ਹਸਪੀਟਲਸ ਨਾਲ, ਗੌਰਮੈਂਟ ਹਸਪੀਟਲਸ ਨਾਲ, ਪੇਸ਼ੈਂਟ ਨਾਲ ਡੀਲ ਕਰਦੇ ਹਾਂ। ਤਾਂ ਮੇਰੀ ਜਿੰਨੀ ਕੁ ਸੋਚ ਹੈ, ਮੈਨੂੰ ਇਹ ਜੋ ਲੱਗਦਾ ਹੈ ਕਿ ਸਰਕਾਰ ਨੂੰ ਪਹਿਲਾਂ ਬੈਠ ਕੇ ਡਾਕਟਰਸ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਦੱਸੋ ਭਾਈ ਤੁਹਾਨੂੰ ਕੀ ਦਿੱਕਤ ਹੈ। ਹੁਣ ਸਪੋਜ਼ ਤੁਸੀਂ ਵੀ ਸਾਡੇ ਕੋਲ ਜੇ ਆਏ ਹੋ, ਤੁਹਾਨੂੰ ਵੀ ਕੋਈ ਮਰੀਜ਼ ਆ ਕੇ ਕਹਿ ਦੇਵੇ ਸਿੱਧਾ ਹੀ ਕਿ ਯਾਰ ਸਾਨੂੰ ਤਾਂ ਇੱਦਾਂ ਸਾਡਾ ਇਲਾਜ ਨਹੀਂ ਕਰਾਇਆ ਐਨਜੀਓ ਨੇ, ਤਾਂ ਤੁਹਾਡਾ ਉਹਦੀ ਪਹਿਲੀ ਇੰਟਰਵਿਊ ਕਰਨ ਤੋਂ ਪਹਿਲਾਂ ਸਾਨੂੰ ਪੁੱਛਣਾ ਚਾਹੀਦਾ ਕਿ ਹਾਂਜੀ ਬਾਈ ਇਸ ਪੇਸ਼ੈਂਟ ਦੀ ਕੀ ਗੱਲਬਾਤ। ਆਲਦੋ ਦੂਜਾ ਪੱਖ ਵੀ ਤੁਸੀਂ ਲੈਂਦੇ ਹੋ ਐਜ਼ ਅ ਇੰਟਰਵਿਊ ਵੀ, ਤੁਸੀਂ ਜੇ ਕੋਈ ਇੰਟਰਵਿਊ ਕਰਦੇ ਹੋ ਪਹਿਲੀ ਪੱਖ ਦੀ ਕਰ ਲਈ ਤਾਂ ਦੂਜੇ ਪੱਖ ਦੀ ਵੀ ਕਰਦੇ ਹੋ। ਪਰ ਜੋ ਆ ਮੁੱਦਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਐਡਾ ਵੱਡਾ, ਇਹਦੇ ਤੇ ਜੋ ਵੀ ਹੋਇਆ, ਜੋ ਮਿਨਿਸਟਰ ਸਾਹਿਬ ਦੀ ਵਾਈਸ ਚਾਂਸਲਰ ਸਾਹਿਬ ਨਾਲ ਗੱਲਬਾਤ ਹੋਈ, ਇਹਦੇ 'ਚ ਮੈਂ ਦੋਨਾਂ ਨੂੰ ਗਲਤ ਵੀ ਠਹਿਰਾਊਂਗਾ, ਦੋਨਾਂ ਨੂੰ ਸਹੀ ਵੀ ਠਹਿਰਾਊਂਗਾ, ਕਿਉਂਕਿ ਦੋਨੋਂ ਇੱਕ ਰੱਬ ਦਾ ਰੂਪ ਗਿਣੇ ਜਾਂਦੇ ਨੇ। ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਕਿ ਪਰਮਾਤਮਾ ਦਾ ਰੂਪ ਹੈ ਨਾ। ਤਾਂ ਲੋਕਾਂ ਦਾ ਗੁੱਸਾ ਵੀ ਜਾਇਜ਼ ਹੈ ਕਿ ਇੰਨੇ ਸਾਲਾਂ ਤੋਂ ਝੇਲ ਰਹੇ ਨੇ, ਔਰ ਖਾਸ ਕਰ ਮੇਰੇ ਵਰਗੇ ਬੰਦੇ ਦਾ ਬਾਈ ਰੋਜ਼ 50 ਪੇਸ਼ੈਂਟਸ ਨੂੰ ਡੀਲ ਕਰਕੇ 3 ਘੰਟੇ ਸਵੇਰੇ ਸਿਵਲ ਬੈਠਦੀ ਸਾਡੀ ਟੀਮ, 3 ਘੰਟੇ ਸ਼ਾਮ ਨੂੰ ਇੱਥੇ। ਤਾਂ ਸੋਚੋ 200 ਪੇਸ਼ੈਂਟਾਂ ਨਾਲ ਅਸੀਂ ਰੋਜ਼ ਡੀਲ ਕਰ ਰਹੇ ਹਾਂ, ਤੇ ਜਦੋਂ ਸਾਨੂੰ ਡੀਲ ਕਰਕੇ ਇੰਨੀ ਕੁ ਅਨਕੰਫਰਟੇਬਲ ਹੁੰਨੇ ਆ ਅਸੀਂ ਕਿ ਯਾਰ ਵਿਚਾਰੇ ਕਿੱਦਾਂ ਰੁਲ ਰਹੇ ਨੇ, ਕਿੱਦਾਂ ਬਿਨਾਂ ਦਵਾਈਆਂ ਤੋਂ ਮਰ ਰਹੇ ਨੇ, ਕੀ ਦਿੱਕਤ ਹੈ, ਤਾਂ ਸਾਡਾ ਵੀ ਮਨ ਦੁਖਦਾ। ਪਰ ਇਹਦੇ ਕਲੇਸ਼ ਦੇ ਕਾਰਨ ਜੋ ਲੋਕਾਂ ਦਾ ਨੁਕਸਾਨ ਹੋ ਰਿਹਾ ਨਾ, ਉਹਦਾ ਕੋਈ ਵੀ ਮਤਲਬ ਉਹ ਕਾਊਂਟ ਨਹੀਂ ਕਰ ਸਕਦੇ ਆਪਾਂ, ਕਿਉਂਕਿ ਕਿਸੇ ਦੀ ਲਾਈਫ ਦੀ ਵੈਲਿਊ ਨਹੀਂ ਤੁਸੀਂ ਕਾਊਂਟ ਕਰ ਸਕਦੇ। ਕਿਸੇ ਦਾ ਬੱਚਾ ਮਰ ਜਾਂਦਾ ਦੁਨੀਆ 'ਚੋਂ, ਕਿਸੇ ਦੇ ਬਾਪੂ ਦਾ ਇਲਾਜ ਨਹੀਂ ਹੁੰਦਾ, ਕੋਈ ਦਵਾਈਆਂ ਤੋਂ ਬਿਨਾਂ ਤੜਪ ਰਿਹਾ, ਤੁਸੀਂ ਉਹਨੂੰ ਪੈਸਿਆਂ ਨਾਲ ਕਿੱਦਾਂ ਕਾਊਂਟ ਕਰ ਸਕਦੇ? ਨੁਕਸਾਨ ਨਹੀਂ ਮਾਪਿਆ ਜਾ ਸਕਦਾ। ਕੁੱਲ ਮਿਲਾ ਕੇ ਇਹੀ ਹੈ ਕਿ ਦੋਨਾਂ ਨੂੰ ਬੜੀ ਸਮਝਦਾਰੀ ਦੇ ਨਾਲ, ਵਾਈਸ ਚਾਂਸਲਰ ਸਾਹਿਬ ਨੂੰ ਵੀ ਤੇ ਮੰਤਰੀ ਸਾਹਿਬ ਨੂੰ ਵੀ ਬੈਠ ਕੇ ਇਸ ਚੀਜ਼ ਦਾ ਸੋਲੂਸ਼ਨ ਕੱਢਣਾ ਚਾਹੀਦਾ ਕਿ ਲੋਕਾਂ ਦਾ ਭਲਾ ਕਿੱਦਾਂ ਹੋ ਸਕੇ। ਮੇਰੀ ਜੋ ਸੋਚ ਹੈ। ਇੱਕ ਹੋਰ ਗੱਲ ਆ, ਤੁਸੀਂ ਅਕਸਰ ਕਹਿੰਦੇ ਰਹਿੰਦੇ ਹੋ ਇੱਕ ਪਾਸੇ ਅਸੀਂ ਪ੍ਰਾਈਵੇਟ ਹਸਪਤਾਲ ਦੇਖਦੇ ਹਾਂ, ਇੱਕ ਪਾਸੇ ਸਰਕਾਰੀ ਹਸਪਤਾਲ ਦੇਖਦੇ ਹਾਂ। ਚਲੋ ਸਰਕਾਰੀ ਹਸਪਤਾਲਾਂ ਦੇ ਕੀ ਹਾਲਾਤ ਨੇ ਉਹ ਤਾਂ ਦੱਸਣ ਦੀ ਲੋੜ ਨਹੀਂ, ਪ੍ਰਾਈਵੇਟ ਦੇ ਵਿੱਚ ਇਲਾਜ ਇੰਨਾ ਮਹਿੰਗਾ, ਤਾਂ ਹੁਣ ਪੇਸ਼ੈਂਟ ਕੀ ਕਰੇ? ਜੇ ਮੈਂ ਕੌੜੀ ਭਾਸ਼ਾ ਦੇ ਵਿੱਚ ਗੱਲ ਕਰਾਂ ਤਾਂ ਬਹੁਤ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਬਿਨਾਂ ਇਲਾਜ ਤੋਂ ਮਰ ਰਹੇ ਨੇ। ਇਹ ਇਕੱਲੀ ਮੇਰੀ ਵਰਡਿੰਗ ਨਹੀਂ ਹੈ, ਤੁਸੀਂ ਖੁਦ ਜਾ ਕੇ ਇੰਟਰਵਿਊਜ਼ ਕਰੋ, ਖੁਦ ਜਾ ਕੇ ਗਰਾਊਂਡ ਰਿਪੋਰਟ, ਜਿਹੜੀਆਂ ਵੱਡੀਆਂ ਐਨਜੀਓਜ਼ ਮੈਡੀਕਲ ਫੀਲਡ ਤੇ ਕੰਮ ਕਰ ਰਹੀਆਂ ਨੇ, ਸਭ ਤੋਂ ਵੱਡੀ ਐਨਜੀਓ ਬਾਈ ਜੀ ਖਾਲਸਾ ਏਡ, ਗੁਰਪ੍ਰੀਤ ਭਾਜੀ ਮਨੁੱਖਤਾ ਸੇਵਾ ਵਾਲੇ, ਇਹ ਸਾਰੀ ਸੰਸਥਾਵਾਂ ਪ੍ਰਾਈਵੇਟ ਇਲਾਜ ਕਿਉਂ ਕਰਾਉਂਦੀਆਂ? ਦਾਨ ਦੇ ਰਹੇ ਨੇ ਲੋਕ। ਐਨਜੀਓ ਬੇਸਿਕਲੀ ਦਾਨ ਦੇ ਨਾਲ ਚੱਲਦੀ ਹੈ। ਕੋਈ ਵੀ ਐਨਜੀਓ ABCD, ਭਾਵੇਂ ਉਹ ਡੋਨੇਸ਼ਨ ਲੈਂਦੀ ਹੈ ਭਾਵੇਂ ਨਹੀਂ ਲੈਂਦੀ, ਪੱਲਿਓਂ ਤਾਂ ਕੋਈ ਨਹੀਂ ਲਾਂਦਾ, ਦਾਨ ਦਾ ਪੈਸਾ ਹੈ। ਜੇ ਦਾਨ ਦਾ ਪੈਸਾ ਸਹੀ ਜਗ੍ਹਾ ਲੱਗਣਾ ਚਾਹੀਦਾ, ਫਿਰ ਸਾਰੀ ਐਨਜੀਓਜ਼ ਪ੍ਰਾਈਵੇਟ ਇਲਾਜ ਕਿਉਂ ਕਰਾਉਂਦੀਆਂ, ਸਰਕਾਰੀ ਕਿਉਂ ਨਹੀਂ ਕਰਾਉਂਦੀਆਂ? ਇਹਦੇ ਦੋ ਕਾਰਨ ਹੈ। ਜਿਹੜੇ ਸਰਕਾਰੀ ਅਧਿਕਾਰੀ ਨੇ, ਭਾਵੇਂ ਉਹ ਡਾਕਟਰਸ ਨੇ ਭਾਵੇਂ ਮੰਤਰੀ ਨੇ, ਉਹ ਕਦੀ ਚਾਹੁੰਦੇ ਹੀ ਨਹੀਂ ਕਿ ਅਸੀਂ ਕਿਸੇ ਨਾਲ ਜੁੜ ਕੇ ਕੰਮ ਕਰੀਏ। ਜਿੱਦਾਂ ਮੈਂ ਵੀ ਬੜੀ ਵਾਰੀ ਕੋਸ਼ਿਸ਼ ਕੀਤੀ, ਮੈਂ ਪਿੱਛੇ CM ਸਾਹਿਬ ਨੂੰ ਵੀ ਮਿਲਿਆ ਇਸੇ ਕਰਕੇ ਕਿ ਮੈਂ ਨੌਜਵਾਨ ਪੀੜ੍ਹੀ ਹਾਂ ਪੰਜਾਬ ਦੀ, ਸਾਡੀ ਵੀ ਬੋਲੀ ਨਾਲ ਯੂਥ ਸੇਵਾ ਕਰਨ ਆਉਂਦੀ ਹੈ, ਦਾਨ। ਫੋਟੋ ਸ਼ੇਅਰ ਵੀ ਕੀਤੀ ਸੀ, ਕੁਝ ਲੱਗਿਆ ਸੀ ਵੀ ਹਾਂ ਚੇਂਜ ਆਊਗਾ। ਮੈਨੂੰ ਵੀ ਬਾਈ ਇਸੇ ਉਮੀਦ ਦੇ ਨਾਲ ਮੈਂ ਗਿਆ ਸੀ। ਤੁਸੀਂ ਸੋਚੋ, ਮੈਂ ਖੁਦ ਉਹਨਾਂ ਕੋਲ ਚੱਲ ਕੇ ਗਿਆ ਕਿ ਮੈਂ ਸਰਕਾਰ ਨਾਲ ਮਿਲ ਕੇ ਸੇਵਾ ਕਰਨਾ ਚਾਹੁੰਦਾ, ਪਰ ਚਲੋ ਉਹ ਮੁੱਦਾ ਹੋਰ ਹੈ। ਜਿਹੜੀ ਮੈਂ ਗੱਲ ਕਰ ਰਿਹਾ ਕਿ ਸਾਰੀਆਂ ਸੰਸਥਾਵਾਂ ਪੰਜਾਬ ਦੀਆਂ ਜਿਹੜੀਆਂ ਅਰਬਾਂ ਰੁਪਈਆ ਬਾਈ, ਅਰਬਾਂ ਰੁਪਇਆ ਮਹੀਨੇ ਦਾ ਦਾਨ ਲੋਕਾਂ ਕੋਲ ਲੈ ਕੇ ਲੋਕਾਂ ਨੂੰ ਹੀ ਦੇ ਰਹੀਆਂ, ਉਹ ਪ੍ਰਾਈਵੇਟ 'ਚ ਕਿਉਂ ਦੇ ਰਹੀਆਂ? ਕਿਉਂਕਿ ਸਰਕਾਰੀ ਦੇ ਵਿੱਚ ਸਹੂਲਤ ਨਹੀਂ, ਤਾਂ ਹੀ ਦੇ ਰਹੀਆਂ ਨਾ। ਮੇਰੇ ਵਰਗੇ ਬੰਦੇ ਨੂੰ ਕਿਉਂ ਪ੍ਰਾਈਵੇਟ ਭੇਜਣਾ ਪੈਂਦਾ ਜੇ ਸਰਕਾਰੀ 'ਚ ਇਲਾਜ ਹੁੰਦਾ?
7 ਸਾਲਾਂ ਤੋਂ ਕੋਈ ਵੀ ਸਰਕਾਰੀ ਅਧਿਕਾਰੀ ਅੱਜ ਤੱਕ ਇੱਥੇ ਆ ਕੇ ਮੇਰੇ ਨਾਲ ਬੈਠਿਆ ਕਿ ਯਾਰ ਤੂੰ ਕਿਉਂ ਪ੍ਰਾਈਵੇਟ ਭੇਜਿਆ ਮਰੀਜ਼, ਮੈਨੂੰ ਦੱਸ ਤੇਰੇ ਕਿਹੜੇ ਮਰੀਜ਼ ਨੂੰ ਇਲਾਜ ਚਾਹੀਦਾ, ਅਸੀਂ ਸਰਕਾਰੀ ਚੋਂ ਕਰਾਵਾਂਗੇ, ਘੱਟ ਰੇਟ 'ਚ ਕਰਾਵਾਂਗੇ ਜਾਂ ਫ੍ਰੀ ਕਰਾਵਾਂਗੇ। ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅੰਦਰੋਂ ਪਤਾ ਕਿ ਸਾਡੇ ਕੋਲ ਇਲਾਜ ਹੀ ਹੈ ਨਹੀਂ। ਹਰ ਪੇਸ਼ੈਂਟ ਨੂੰ, ਦੂਜੇ ਪੇਸ਼ੈਂਟ ਨੂੰ ਲੁਧਿਆਣੇ ਸਰਕਾਰੀ ਚੋਂ ਰੈਫਰ ਕਰ ਦਿੱਤਾ ਜਾਂਦਾ, ਪਟਿਆਲੇ ਰਜਿੰਦਰਾ ਜਾਂ ਪੀਜੀਆਈ ਚੰਡੀਗੜ੍ਹ। ਮੇਰੇ ਕੋਲ ਸਬੂਤ ਦੇ ਆਧਾਰ ਤੇ ਮੈਂ ਤੁਹਾਨੂੰ ਹਜ਼ਾਰਾਂ ਮਰੀਜ਼ ਦੇ ਦਾਂਗਾ ਬਈ, ਹਜ਼ਾਰਾਂ ਔਨ ਰਿਕਾਰਡ, ਜਿਨ੍ਹਾਂ ਨਾਲ ਐਡੀ ਕੁ ਦੁਰਵਰਤੋਂ ਹੋਈ ਆ। ਇੰਨੇ ਕੁ ਮਰੀਜ਼ ਨੇ ਕਿ ਤੁਸੀਂ ਸੋਚ ਨਹੀਂ ਸਕਦੇ। ਜਿਸ ਹਿਸਾਬ ਨਾਲ ਲੁਧਿਆਣੇ ਦੀ ਪਾਪੂਲੇਸ਼ਨ ਹੈ, ਜਿਸ ਹਿਸਾਬ ਨਾਲ ਲੁਧਿਆਣੇ 'ਚ ਮਰੀਜ਼ ਹੈ, ਉਸ ਹਿਸਾਬ ਨਾਲ ਸਾਡੇ ਕੋਲ ਸਰਕਾਰੀ ਡਾਕਟਰਸ ਤੇ ਸੁਵਿਧਾਵਾਂ ਨਹੀਂ ਹੈਗੀਆਂ। ਹੁਣ ਇਹਦੇ 'ਚ ਡਾਕਟਰਸ ਦਾ ਮੈਂ ਕਸੂਰ ਕੱਢਦਾ ਚੰਗਾ ਨਹੀਂ ਲੱਗਦਾ। ਇੱਕ ਡਾਕਟਰ ਹੈ, ਹੁਣ ਤੁਸੀਂ ਐਜ਼ ਅ ਜਰਨਲਿਸਟ ਹੋ, ਮੈਂ ਬੜੀ ਵਾਰੀ ਐਗਜ਼ਾਮਪਲ ਦਿੰਦਾ ਹੁੰਦਾ, ਤੁਹਾਨੂੰ ਤੁਹਾਡੀ ਕੰਪਨੀ ਨੇ ਕਿਹਾ ਕਿ ਚਲੋ ਕੁੰਵਰ ਜੀ ਤੁਸੀਂ 50 ਸਟੋਰੀਆਂ ਕਰਨੀਆਂ ਰੋਜ਼ ਦੀਆਂ, ਪ੍ਰੈਕਟੀਕਲੀ ਪੋਸੀਬਲ ਹੈ, ਪਰ ਤੁਹਾਨੂੰ ਪ੍ਰੈਸ਼ਰ ਪਾ ਦਿੱਤਾ ਜਾਵੇ, ਤੁਸੀਂ ਕੀ ਕਹੋਗੇ ਕਿ ਆ ਮਾਈਕ ਫੜੋ ਕਰਕੇ ਦਿਖਾਓ। 50 ਤਾਂ ਹੋਣੀਆਂ ਨਹੀਂ, ਕਿ ਇੱਕ ਬੰਦਾ ਮੋਗੇ ਰਹਿੰਦਾ, ਇੱਕ ਜੰਮੂ ਰਹਿੰਦਾ, ਇੱਕ ਲੁਧਿਆਣੇ ਰਹਿੰਦਾ। ਉਵੇਂ ਡਾਕਟਰਸ ਨੇ, ਇੱਕ ਡਾਕਟਰ ਦੀ ਕਪੈਸਿਟੀ ਮਰੀਜ਼ ਦੇਖਣ ਦੀ 100 ਹੈ, ਹੁਣ ਉਹਨੂੰ 500 ਮਰੀਜ਼ ਫੜਾਤਾ, ਉਹ ਫਰਸਟਰੇਟ ਹੋਊਗਾ? ਉਹ ਮਰੀਜ਼ ਦੇਖੇਗਾ? ਨਹੀਂ ਦੇਖੇਗਾ। ਇਹਨਾਂ ਚੀਜ਼ਾਂ ਕਰਕੇ ਜਿਹੜਾ ਲੋਕ ਭੁਗਤਦੇ ਨੇ, ਇਸ ਕਰਕੇ ਪ੍ਰਾਈਵੇਟ 'ਚ ਜਾਂਦੇ ਨੇ। ਤੇ ਅੱਜ ਤੁਸੀਂ ਖਬਰ ਪੜ੍ਹੀ, ਇੱਕ ਮੈਂ ਖਬਰ ਪੜ੍ਹ ਰਿਹਾ ਸੀ, ਇੱਕ ਲੇਡੀ ਨੇ ਸੁਸਾਈਡ ਕਰ ਲਿਆ ਕਿ ਉਹਦੇ ਹਸਬੈਂਡ ਦਾ ਬਿੱਲ ਬਹੁਤ ਜ਼ਿਆਦਾ ਆ ਗਿਆ। ਮੇਰੇ ਕੋਲ ਖਬਰ ਵੀ ਹੈ। ਉਹ ਖਬਰ ਪੜ੍ਹ ਕੇ ਮੇਰਾ ਮਤਲਬ ਸਿਸਟਮ ਦਾ ਕੀ ਹਿੱਲਣਾ ਸੀਗਾ, ਤੇ ਤੁਸੀਂ ਆਪ ਹੈਰਾਨ ਹੋ ਜਾਓਗੇ ਕਿ ਕਿਵੇਂ ਕਿਵੇਂ ਦੀਆਂ ਇੱਥੇ ਲੋਕ। ਹੈ ਕਿੱਥੇ ਦੀ ਆ? ਖਬਰ ਲੁਧਿਆਣੇ ਦੀ ਹੈ ਜੀ, ਕਿ ਉਹਦੇ ਘਰ ਵਾਲੇ ਦਾ ਬਿੱਲ ਬਹੁਤ ਬਣ ਗਿਆ ਸੀ। ਇਹ ਅਨਮੋਲ ਤਾਂ ਨਹੀਂ ਬੋਲ ਰਿਹਾ, ਇਹ ਤਾਂ ਖਬਰ ਬੋਲ ਰਹੀ ਹੈ, ਲੁਧਿਆਣੇ ਦੇ ਬੜੇ ਵੱਡੇ ਹਸਪੀਟਲ ਦੀ ਖਬਰ ਹੈ। ਲੁਧਿਆਣੇ ਦੇ ਵਿੱਚ ਜਿੱਥੇ ਅਸੀਂ ਕਿਹਾ ਜਾਂਦਾ ਵੀ ਚਲੋ ਵੀ ਹਾਂ, ਜਿੱਥੇ ਤੁਸੀਂ ਬੈਨ ਵੀ ਹੋਏ ਸੀ, ਚਲੋ ਐਡੀਆਂ ਵੱਡੀਆਂ ਐਨਜੀਓਜ਼ ਵੀ ਹੈਗੀਆਂ ਲੁਧਿਆਣੇ ਦੇ ਵਿੱਚ, ਤੁਸੀਂ ਵੀ ਉਹ ਹੋਰ ਵੱਡੀਆਂ ਐਨਜੀਓਜ਼ ਵੀ ਨੇ। ਤੇ ਦੂਜੇ ਪਾਸੇ ਜੇ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਲੁਧਿਆਣੇ ਦੇ ਵਿੱਚ, ਲੁਧਿਆਣੇ ਦਾ ਕਾਫੀ ਨਾਮ ਆਉਂਦਾ ਪੂਰੇ ਪੰਜਾਬ ਦੇ ਵਿੱਚ ਵੀ ਇੱਥੇ ਸਿਹਤ ਸਹੂਲਤਾਂ ਬਹੁਤ ਵਧੀਆ। ਮੈਂ ਵੱਡਾ ਨਹੀਂ ਹੈਗਾ ਬਈ, ਮੈਂ ਤਾਂ ਇੱਕ ਕਣ ਵੀ ਨਹੀਂ ਹੈਗਾ ਮਿੱਟੀ ਦਾ, ਮੇਰੀ ਤਾਂ ਕੋਈ ਔਕਾਤ ਨਹੀਂ, ਮੈਂ ਵੱਡਾ ਬਣਨਾ ਨਹੀਂ ਚਾਹੁੰਦਾ। ਵੱਡੇ ਬਣਨ ਤੋਂ ਬਾਅਦ ਨਾ ਨੀਵਾਂ ਛੋਟਾ ਆਉਣਾ ਬੜਾ ਔਖਾ ਹੈ। ਤਾਂ ਬਹੁਤ ਕੁਛ ਹੈ ਬਾਈ ਲੁਧਿਆਣੇ 'ਚ ਦਾਨ ਦੇਣ ਵਾਲਿਆਂ ਦੀ ਕਮੀ ਨਹੀਂ। ਸਾਡੇ ਕੋਲ ਲਾਈਨ ਲੱਗਦੀ ਰੋਜ਼ ਦਾਨ ਦੇਣ ਵਾਲਿਆਂ ਦੀ, ਜਿਹੜੇ ਹੈਲਪ ਕਰਨਾ ਚਾਹੁੰਦੇ ਨੇ। ਕੱਲ੍ਹ ਸਾਡੇ ਕੋਲ ਡੋਨੇਸ਼ਨ ਦੇਣ ਲਈ 15 ਜਾਣੇ ਆਏ ਹੋਏ ਸੀ, 1.5 ਲੱਖ ਰੁਪਏ ਡੋਨੇਸ਼ਨ ਸੀ। ਇੱਥੋਂ ਕੀ ਪਤਾ ਲੱਗਦਾ ਕਿ ਲੋਕ ਦਾਨ ਦੇਣਾ ਚਾਹੁੰਦੇ ਨੇ। ਹੁਣ ਇਨਸਾਨੀਅਤ ਜੇ ਜ਼ਿੰਦਾ ਹੈ ਤਾਂ ਹੀ ਇਹ ਸੰਸਥਾਵਾਂ ਚੱਲ ਰਹੀਆਂ ਨਾ। ਜੇ ਇਨਸਾਨੀਅਤ ਮਰ ਗਈ ਹੋਈ ਤਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਤੁਸੀਂ ਗੱਲ ਕਰ ਰਹੇ ਹੋ ਉਹ ਚੱਲਦੀਆਂ ਕਦੀ ਨਾ ਚੱਲਦੀਆਂ। ਲੋਕ ਹੈਲਪ ਕਰਨਾ ਚਾਹੁੰਦੇ ਨੇ, ਲੋਕ ਇਨਸਾਨੀਅਤ ਬਚਾਉਣਾ ਚਾਹੁੰਦੇ ਨੇ, ਪਰ ਜਿਹੜੇ ਮੋਰੀ ਨੇ ਨਾ, ਮੋਰੀ ਜਿਨ੍ਹਾਂ ਤੋਂ ਉਮੀਦਾਂ ਨੇ, ਉਹ ਵਿਕ ਜਾਂਦੇ ਨੇ। ਜਿੱਦਾਂ ਇੱਕ ਉਮੀਦ ਨਾਲ ਸਰਕਾਰ ਆਈ, 6 ਮਹੀਨੇ ਹੋ ਚੁੱਕੇ ਨੇ ਬਾਈ ਜੀ। ਅੱਜ ਵੀ ਤੁਸੀਂ ਸਿਵਲ ਹਸਪੀਟਲ ਮਾਈਕ ਲੈ ਕੇ ਚਲੇ ਜਾਓ, ਅੱਜ ਵੀ ਉੱਥੇ ਤੁਹਾਨੂੰ ਕਈ ਮਰੀਜ਼ ਮਿਲਣਗੇ ਜਿਨ੍ਹਾਂ ਨੂੰ ਦਵਾਈਆਂ ਪੂਰੀਆਂ ਨਹੀਂ ਮਿਲ ਰਹੀਆਂ, ਜਿਨ੍ਹਾਂ ਨੂੰ ਐਡਮਿਟ ਨਹੀਂ ਕੀਤਾ ਜਾ ਰਿਹਾ, ਜਿਨ੍ਹਾਂ ਕੋਲ ਆਪਰੇਸ਼ਨ ਨਹੀਂ ਕੀਤੇ ਜਾ ਰਹੇ। ਉਹਦਾ ਕਾਰਨ ਡਾਕਟਰ ਨਹੀਂ ਹੈ, ਉਹਦਾ ਕਾਰਨ ਹੈ ਕਿ ਉੱਪਰੋਂ ਸਿਸਟਮ ਵੱਲੋਂ ਹੀ ਉਹਨਾਂ ਨੂੰ ਉਹ ਸਹਾਇਤਾ ਜਿਹੜੀਆਂ ਜ਼ਰੂਰੀ ਨੇ ਡਾਕਟਰ ਨੂੰ, ਉਹ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਕੇਂਦਰ ਤਾਂ ਖੋਲ੍ਹਤੇ, ਅਗਲੇ ਕਹਿੰਦੇ ਬੜੀ ਵਧੀਆ ਸਹੂਲਤਾਂ ਦੇ ਰਹੇ ਬਾਈ। ਜਦੋਂ ਮਿਲੂਗੀ ਉਦੋਂ ਨਾ। ਕੁਰਸੀਆਂ ਤਾਂ ਮੈਂ ਇਕੱਠੀਆਂ ਕੀਤੀਆਂ ਸੀ, ਆਮ ਆਦਮੀ ਪਾਰਟੀ ਬਣਦੇ ਹੀ ਕਿ ਹਾਂ ਬਈ ਚੱਲ ਚੱਕ ਦਿਓ ਕੁਰਸੀਆਂ, ਹੁਣ ਕੋਈ ਮਰੀਜ਼ ਨਹੀਂ। ਪਰ ਬਾਈ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਹ ਕੁਰਸੀ, ਜਿੰਨੀਆਂ ਕੁਰਸੀਆਂ ਬੈਠੀਆਂ ਨੇ ਇੱਥੇ, ਅਸੀਂ ਜਿੰਨੀਆਂ ਕੁਰਸੀਆਂ ਮੰਗਾ ਲਈ ਉਨੀਆਂ ਘੱਟ ਜਾਂਦੀਆਂ। ਰੋਜ਼ 50-60 ਮਰੀਜ਼ ਆਣੇ ਹੀ ਆਣੇ ਨੇ। ਔਰ ਐਡੀ ਕੁ ਮੰਦੀ ਹਾਲਾਤ ਹੈ ਨਾ ਕੁੰਵਰ ਵੀਰੇ, ਸ਼ਾਇਦ ਇਸੇ ਮੰਦੇ ਹਾਲਾਤਾਂ ਕਰਕੇ ਮੈਂ ਆਪਣਾ ਕਰੀਅਰ ਵੱਲ ਫੋਕਸ ਨਹੀਂ ਕਰ ਪਾ ਰਿਹਾ ਕਿ ਛੱਡ ਯਾਰ, ਸਾਰੀ ਦੁਨੀਆ ਕਾਰੋਬਾਰ ਕੰਮ ਕਰ ਹੀ ਰਹੀ ਹੈ, ਜੇ ਤੂੰ ਵੀ ਕਰ ਲੇਗਾ ਤਾਂ ਕੀ ਹੋ ਜਾਊਗਾ। ਤਾਂ ਮਤਲਬ ਸਾਡੀ ਪੂਰੀ ਟੀਮ ਹੈ ਜਿਹੜੀ ਫ੍ਰੀ ਸੇਵਾ ਕਰ ਰਹੀ ਹੈ। 3-4 ਘੰਟੇ ਸਵੇਰੇ ਸਿਵਲ, 3-4 ਘੰਟੇ ਸ਼ਾਮੀ। ਲੋਕਾਂ ਦੀਆਂ ਗਾਲਾਂ ਅਲੱਗ ਖਾ ਰਹੇ। ਇਹ ਨਹੀਂ ਲੋਕ ਪਿਆਰ ਨਹੀਂ ਕਰਦੇ, ਬਹੁਤ ਕਰਦੇ ਨੇ। ਪਹਿਲੀ ਗੱਲ ਤਾਂ ਕੁੰਵਰ ਵੀਰੇ, ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ, ਜਵਾਬਦੇਹੀ ਉਹ ਗੁਰੂ ਸਾਹਿਬ ਨੂੰ, ਗੁਰੂ ਨਾਨਕ ਦੇਵ ਜੀ ਨੂੰ, ਉਹਨਾਂ ਦੀ ਨਜ਼ਰਾਂ 'ਚ ਤੁਸੀਂ ਸੱਚੇ ਹੋਣੇ ਚਾਹੀਦੇ ਹੋ। ਇਹ ਦੁਨੀਆ ਤੁਹਾਨੂੰ ਉਦੋਂ ਤੱਕ ਠੀਕ ਨਹੀਂ ਮੰਨਦੀ ਜਦੋਂ ਤੱਕ ਤੁਹਾਡੀ ਗਲਤ ਫੋਟੋ 'ਚ ਹਾਰ ਨਹੀਂ ਪੈ ਜਾਂਦਾ। ਜੀਂਦੇ ਜੀ ਕੋਈ ਕਦਰ ਨਹੀਂ, ਮਰਨ ਤੋਂ ਬਾਅਦ ਤੁਹਾਡੀਆਂ ਵੀਡੀਓਜ਼ ਦੇਖਣਗੇ, ਰੋਣਗੇ ਕਿ ਯਾਰ ਬੰਦਾ ਸੱਚਾ ਸੀ, ਚਲਾ ਗਿਆ। ਹੁਣ ਉਹਦੇ ਵਰਗਾ, ਕਿਉਂਕਿ ਅੱਗੇ ਲੱਗ ਕੇ ਨਾ ਬਾਈ ਬੜਾ ਸੌਖਾ ਕਹਿਣਾ, ਪਰ ਰੋਜ਼ ਇੱਥੇ ਗਰਮੀ 'ਚ ਖੜ੍ਹ ਕੇ ਸਾਡੇ ਪਰਸੋਂ ਟੀਮ ਮੈਂਬਰ ਦੇ ਇੱਥੇ ਗਲ 'ਚ ਅੰਦਰ ਛਿਪਕਲੀ ਵੜ ਗਈ। ਅਸੀਂ ਬਹਿੰਦੇ ਹਾਂ ਇੱਥੇ, ਗਰਮੀ ਹੈ, ਇੱਥੇ ਕੋਈ ਪੱਖਿਆਂ ਦੀ ਸੁਵਿਧਾ ਨਹੀਂ, ਇੱਥੇ ਕੋਈ ਬਾਰਿਸ਼ ਦਾ ਮੌਸਮ ਹੈ, ਕੀੜੇ ਮਕੌੜੇ ਕਿੰਨੇ ਆਉਂਦੇ ਨੇ। ਇਹ ਅਸੀਂ ਕੋਈ ਆਸਾਨ ਨਹੀਂ ਕਰ ਰਹੇ, ਅਸੀਂ ਆਪਣਾ ਕਰਮ ਕਰ ਰਹੇ ਹਾਂ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਨੇ ਇੰਨਾ ਬਲ ਬਖਸ਼ਿਆ ਹੋਇਆ, ਅਸੀਂ ਕਰ ਰਹੇ ਹਾਂ। ਇੱਥੇ ਵੀ ਬੜੀ ਔਖਾਈ ਹੋ ਰਹੀ ਹੈ, ਸੁਣਿਆ ਲਾਈਵ ਵੀ ਪਾਈ ਸੀ ਕੁਝ ਦਿਨ ਪਹਿਲਾਂ ਵੀ ਹਾਂ ਸਾਨੂੰ ਕੋਈ ਜਗ੍ਹਾ ਚਾਹੀਦੀ। ਮੈਨੂੰ ਲੱਗਦਾ ਕੁੰਵਰ ਵੀਰੇ ਕਿ ਜਦੋਂ ਤੱਕ ਮੈਂ ਜ਼ਿੰਦਾ ਨਾ, ਜਦੋਂ ਤੱਕ ਇਨਸਾਨ ਜ਼ਿੰਦਾ ਹੈ, ਜਿਹੜਾ ਸੰਘਰਸ਼ ਕਰਦਾ, ਉਹਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪਏਗਾ। ਉਹਦੀ ਕਦੀ ਵੀ ਲਾਈਫ ਸਮੂਥਲੀ ਨਹੀਂ ਚੱਲ ਸਕਦੀ। ਜੇ ਮੈਂ ਕਹਾਂ ਸਮੂਥਲੀ ਲਾਈਫ ਕਿਹਦੀ ਚੱਲਦੀ ਹੈ, ਜਿਹੜਾ ਰਿਟਾਇਰਮੈਂਟ ਤੋਂ ਬਾਅਦ ਆਪਣੀ ਮੰਥਲੀ ਇਨਕਮ ਦੇ ਨਾਲ ਘੁੰਮਣ ਚਲਾ ਜਾਵੇ ਕਿ ਮੈਂ ਹੁਣ ਇਸੇ ਇਨਕਮ ਦੇ ਨਾਲ ਕਰਨਾ। ਹੁਣ ਅਸੀਂ ਦੇਖੋ, ਜਦੋਂ ਵੀ ਤੁਸੀਂ ਤੁਹਾਨੂੰ ਆਪ ਨੂੰ ਵੀ ਪਤਾ, ਜਦੋਂ ਤੁਸੀਂ ਆਪਾਂ ਇੱਕ ਐਗਜ਼ਾਮਪਲ ਹਮੇਸ਼ਾ ਸੁਣਦੇ ਆਏ ਛੋਟੇ ਹੁੰਦੇ ਕਿ ਫਲ ਦੇਣ ਵਾਲੇ ਪੇੜ ਨੂੰ ਬੱਟੇ ਵੱਜਦੇ ਹੀ ਹੁੰਦੇ। ਕਿਉਂ ਵੱਜਦੇ ਹੁੰਦੇ? ਕਿਉਂਕਿ ਉਹ ਫਲ ਦਿੰਦਾ, ਮਿੱਠਾ ਹੈ, ਲੋਕ ਉਹਨੂੰ ਬੱਟੇ ਮਾਰ ਕੇ ਤੋੜ ਕੇ ਫਲ ਲੈਂਦੇ। ਫਿਰ ਉਹ ਤਾਂ ਪਰੰਪਰਾ ਲੱਖਾਂ ਸਾਲਾਂ ਤੋਂ ਚੱਲਦੀ ਆ ਰਹੀ। ਜਦੋਂ ਤੋਂ ਦੁਨੀਆ ਬਣੀ ਹੋਣੀ, ਪੇੜ ਸਭ ਤੋਂ ਪਹਿਲਾਂ ਆਏ ਹੋਣੇ। ਪੇੜਾਂ 'ਤੇ
ਫਰੂਟ ਆਏ ਹੋਣੇ, ਆਦੀਵਾਸੀ ਫਰੂਟ ਕਿਵੇਂ ਤੋੜਦੇ ਹੋਣੇ, ਬੱਟੇ ਮਾਰ-ਮਾਰ। ਤੇ ਜਦੋਂ ਤੱਕ ਦੁਨੀਆ ਰਹਿਣੀ ਆ ਪੇੜ ਰਹਿਣੇ ਆ, ਕਿਉਂਕਿ ਜਿਸ ਦਿਨ ਪੇੜ ਹੀ ਚਲੇ ਗਏ, ਸਾਹ ਨਹੀਂ ਮਿਲਣਾ, ਦੁਨੀਆ ਖਤਮ, ਉਦੋਂ ਤੱਕ ਲੋਕਾਂ ਨੇ ਬੱਟੇ ਮਾਰ-ਮਾਰ ਅੰਬ ਤੋੜਨੇ ਨੇ। ਤਾਂ ਇਹ ਤਾਂ ਗੱਲ ਸ਼ੋਰ ਹੈ, ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਤੇ ਐਂਡ ਤੱਕ ਚੰਗੇ ਕੰਮ ਕਰਨ ਵਾਲਿਆਂ ਨੂੰ ਬੱਟੇ ਪੈਣੇ ਹੀ ਪੈਣੇ ਨੇ। ਤਾਂ ਹੁਣ ਬੱਟੇ ਪੈਣ ਨਾਲ ਤੁਸੀਂ ਕਿਸੇ ਅੰਬ ਦੇ ਪੇੜ ਨੂੰ ਬੱਟੇ ਮਾਰ ਦਿਓ ਤਾਂ ਉਹ ਫਰੂਟ ਦੇਣਾ ਬੰਦ ਥੋੜੀ ਕਰ ਦਿੰਦਾ। ਹੁਣ ਸੂਰਜ ਨੂੰ ਜੇ ਮੈਂ ਸੂਰਜ ਦੇਵਤਾ ਨੂੰ ਜੇ ਮੈਂ 2 ਗੱਲਾਂ ਹੁਣ ਕਰਦਾ, ਸਵੇਰੇ ਨਿਕਲੇਗਾ ਕਿ ਨਹੀਂ ਨਿਕਲੇਗਾ? ਉਹ ਆਪਣਾ ਕਰਮ ਕਰੇਗਾ, ਉਹ ਨਿਕਲੇਗਾ। ਉਵੇਂ ਸਾਡਾ ਕਰਮ ਹੈ, ਸਾਡੇ ਤੇ ਵੀ ਹਜ਼ਾਰਾਂ ਵੀਡੀਓ ਸਾਡੇ ਖਿਲਾਫ ਹੋਈਆਂ, ਬੜਾ ਕੁਝ ਹੋਇਆ, ਪਰ ਅਸੀਂ ਆਪਣਾ ਕਰਮ ਕਰਨੋਂ ਨਹੀਂ ਹਟ ਰਹੇ। ਨਾਲੋਂ ਨਾਲ ਇਹਨਾਂ ਨੂੰ ਫੂਡ ਵੀ ਪ੍ਰੋਵਾਈਡ ਕੀਤਾ ਜਾਂਦਾ ਸ਼ੁਰੂ ਕੀਤਾ ਵੀਰੇ ਗੁਰਸਾਹਿਬ ਦੀ ਕਿਰਪਾ ਦੇ ਨਾਲ 4 ਦਿਨ ਹੋਏ ਨੇ। ਜਿੱਦਾਂ ਸਾਡੇ ਕੋਲ ਨਾ ਮਰੀਜ਼ ਇੱਥੇ ਕਈ ਵਾਰੀ ਲੇਟ ਹੋ ਜਾਂਦੇ ਸੀਗੇ, ਜਿੱਦਾਂ 9 ਵਜ ਗਏ 10 ਵਜ ਗਏ, ਤਾਂ ਸਾਨੂੰ ਹੁੰਦਾ ਸੀ ਵਿਚਾਰੇ ਜਾ ਕੇ ਰੋਟੀ ਕਿੱਥੇ ਪਕਾਣਗੇ ਹੁਣ। ਤਾਂ ਫਿਰ ਅਸੀਂ ਹੁਣ ਥਾਲੀ ਸਿਸਟਮ ਨਾ ਰੋਜ਼ ਦੀ 40 ਰੁਪਏ ਦੀ ਥਾਲੀ ਸਾਨੂੰ ਪੈ ਰਹੀ ਆ, ਤੇ ਉਹ ਥਾਲੀ ਜਿਹੜੀ ਇੱਥੇ ਹਰ ਪੇਸ਼ੈਂਟ ਨੂੰ ਤਕਰੀਬਨ 4-5 ਦਿਨਾਂ ਤੋਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰਸਾਹਿਬ ਅਨਮੋਲ ਤਾਂ ਪੈਸੇ ਨਹੀਂ ਫੜਦਾ ਕਿਸੇ ਕੋਲ, ਤਾਂ ਇਹਦੇ ਪੈਸੇ ਹੁਣ ਕਿੱਥੋਂ ਆ? ਮੈਂ ਬਿਲਕੁਲ ਦੱਸਦਾ, ਉਹ ਜਿਹੜੇ ਓਨਰ ਖੜੇ ਨੇ ਸਾਹਮਣੇ, ਜਿਹੜੇ ਸਾਨੂੰ ਪ੍ਰੋਵਾਈਡ ਕਰਾ ਰਹੇ ਨੇ, ਜਿਹੜੇ ਸਾਡੇ ਕੋਲ ਡੋਨਰ ਆਉਂਦੇ ਨੇ, ਡੋਨਰ ਕੀ ਆਉਂਦੇ ਨੇ ਯਾਰ, ਸਾਡੇ ਟੀਮ ਮੈਂਬਰ ਆਪਸ 'ਚ 2000 ਰੁਪਏ ਰੋਜ਼ ਦਾ ਖਰਚਾ, 2-2 400 ਪਾ ਕੇ ਰੋਜ਼ ਉਹੀ ਕੰਟਰੀਬਿਊਸ਼ਨ ਕਰ ਦਿੰਦੇ ਨੇ। ਜਾਂ ਕੋਈ ਡੋਨਰ ਬੈਠਾ ਹੁੰਦਾ, ਉਹ ਉਹਨਾਂ ਨੂੰ ਪੈਸੇ ਦੇ ਦਿੰਦਾ ਕਿ ਚਲੋ 2 ਦਿਨ ਦੀ ਰੋਟੀ ਮੇਰੇ ਵੱਲੋਂ ਹੋ ਗਈ, ਹਫਤੇ ਦੀ ਰੋਟੀ ਮੇਰੇ ਵੱਲੋਂ ਹੋ ਗਈ, ਤਾਂ ਡਾਇਰੈਕਟਲੀ ਇਹਨਾਂ ਨੂੰ ਰੋਟੀ ਮਿਲ ਜਾਂਦੀ। ਇੰਟਰਵਿਊ 'ਚ ਵੈਸੇ ਕਹਿੰਦਾ ਨਹੀਂ ਮੈਂ ਕਦੇ, ਵੈਸੇ ਮੈਂ ਪਰਸਨਲੀ ਕਹਿ ਰਿਹਾ ਵੀ ਬਹੁਤ ਵਧੀਆ ਉਪਰਾਲਾ। ਤਾਂ ਥੈਂਕ ਯੂ ਮੇਰਾ ਵੀਰ। ਤਾਂ ਕੋਈ ਚੱਕਰ ਨਹੀਂ, ਪਰਸਨਲ ਸਵਾਲ ਬਾਅਦ ਚੋਂ ਪੁੱਛਦੇ ਆ, ਬੜੇ ਸਵਾਲ ਨੇ ਮੇਰੇ ਕੋਲ, ਪਰ ਇਹਨਾਂ ਵੱਲ ਪਹਿਲਾਂ ਆ ਜਾਂਦੇ ਆ ਪੇਸ਼ੈਂਟਸ ਕੋਲ। ਇਹਨਾਂ ਦੇ ਭਾਈ ਸਾਹਿਬ ਦੇ 2 ਡਾਇਲਸਿਸ ਚੱਲਦੇ ਨੇ ਹਫਤੇ ਦੇ ਵਿੱਚ, ਹਫਤੇ 'ਚ 2 ਡਾਇਲਸਿਸ ਚੱਲਦੇ ਨੇ। ਇਹ ਮਾਤਾ ਜੀ ਇੱਥੇ ਆਏ ਨੇ, ਇਹ ਬਾਪੂ ਜੀ ਨੂੰ ਪੁੱਛੋ। ਹਫਤੇ ਦੇ 2 ਡਾਇਲਿਸਿਸ ਇਹਨਾਂ ਦੇ ਚੱਲਦੇ ਆ ਤੇ ਖਰਚਾ ਇਧਰੋਂ ਜਾ ਰਿਹਾ, ਇਹਨਾਂ ਨੂੰ ਪੁੱਛੋ ਜੀ। ਸਾਰਾ ਖਰਚਾ ਇਧਰੋਂ ਹੋ ਰਿਹਾ? ਬਿਲਕੁਲ ਬਿਲकुल ਸਾਰਾ ਖਰਚਾ ਇਹਨਾਂ ਕੋਲੋਂ ਜਾਂਦਾ ਵਾ। ਤੇ ਪੂਰੀ ਮੈਂ ਟੁੱਟ ਚੁੱਕਾ ਸੀ, ਪੀਜੀਆਈ ਕੋਲ ਮੈਂ ਗਿਆ, ਪੀਜੀਆਈ ਸਿੱਧਾ ਡਾਇਰੈਕਟ ਕਰਤਾ ਕਿ ਜਾਓ ਲੁਧਿਆਣਾ, ਜਿੱਥੇ ਰਹਿੰਦੇ ਉੱਥੇ ਜਾਓ, ਉੱਥੇ ਇਲਾਜ ਕਰਵਾਓ। ਤੇ ਇੱਥੇ ਆਇਆ ਤਾਂ ਇਹਨਾਂ ਕੋਲੋਂ ਮੈਨੂੰ ਸਹਾਰਾ ਮਿਲਿਆ, ਤਾਂ ਸਮਝੋ ਤਾਂ ਜੀਵਿਤ ਬਚ ਰਹੇ ਨੇ। ਤਾਂ ਮੇਰਾ ਕੋਈ ਹਾਲਾਤ ਨਹੀਂ ਸੀਗਾ ਕਿ ਮੈਂ ਜੀਵਿਤ ਰਹਿੰਦਾ। ਹੁਣ ਕੰਮ ਕੀ ਕਰਦੇ ਹੋ? ਕਿ ਡਾਇਲਿਸਿਸ ਦਾ ਖਰਚਾ ਤਾਂ ਬਹੁਤ ਹੁੰਦਾ ਹੈ, ਇੱਕ ਵਾਰੀ 'ਚ 4000 3000 ਇਦਾਂ ਖਰਚਾ ਹੋ ਜਾਂਦਾ ਆਰਾਮ ਨਾਲ। काम में कुछ नहीं करता, काम होंगे नहीं। देखो दो जगह सुइयां लग गया होंगे तो काम कोई नहीं होंगे। मियाँ बीबी असी 2 जने बिहार तो आया वा, तो असी चाहते कि इन्हों की इजाज़त हो तो मैं करना चाहना कि मैं मेरी ऑपरेशन हो जाए। माँ मेरी दिल नू तैयार किडनी मैं मीडिया के जरिए मैं करना चाहना कि मेरी देन नू तैयार है किडनी। बिहार से मैं हूँ, बिहार से मैनू 7-8 महीना हो गया डायलिसिस करांदे, तो मैं और टूट चुका, मैं ज़्यादा करा नहीं सकता डायलिसिस। तो मेरे माँ चाह रही है कि उन्होंने को रिक्वेस्ट करो अनमोल सर को कि उन्होंने ऑपरेशन लिए कुछ सोचे मीडिया के जरिए, चाहे किसी तरह नेता के जरिए, ताकि तेरा कोई भला हो जाए। इन्होंने को तो चल रहा डायलिसिस हमेशा 2 ਮੈਂ ਕਹਿੰਦੇ ਵੀ ਅਭੀ ਮੇਰੀ ਮਾਤਾ ਦੇਣ ਨੂੰ ਤਿਆਰ ਆ, ਬਟ ਕੀ ਇਦਾਂ ਹੋ ਸਕਦਾ? ਕਿਡਨੀ ਟ੍ਰਾਂਸਪਲਾਂਟ ਲਈ ਬਾਈ ਖਰਚਾ ਵੀ 3-4 ਲੱਖ ਰੁਪਏ ਦਾ ਹੈਗਾ। ਉਸ ਤੋਂ ਬਾਅਦ ਵਾਰੀ ਵੀ ਪੀਜੀਆਈ ਤੋਂ ਆਉਂਦੀ ਹੈ, ਡੋਨਰਸ ਵੀ ਉਹਨੇ ਚਾਹੀਦੇ ਨੇ, ਉਸ ਤੋਂ ਬਾਅਦ ਇਹਨਾਂ ਦਾ ਫਿਟਨੈਸ ਹੋਊਗਾ, ਇਹਨਾਂ ਦੀ ਮਦਰ ਦਾ ਫਿਟਨੈਸ ਹੋਊਗਾ, ਲੰਬਾ ਪ੍ਰੋਸੈਸ ਹੈ। ਪਰ ਫਿਲਹਾਲ ਦੀ ਘੜੀ ਸਾਡੇ ਕੋਲ ਇਹਦਾ ਡਾਇਲਿਸਿਸ ਦੇ ਪੇਸ਼ੈਂਟ ਹਫਤੇ ਦੇ 3-3 400 ਨੇ ਜਿਨ੍ਹਾਂ ਦੇ ਡਾਇਲਿਸਿਸ ਹੁੰਦੇ ਨੇ। ਇਹ ਮਾਤਾ ਜੀ ਨੇ, ਇਹਨਾਂ ਨੂੰ ਪੁੱਛੋ ਕਦੋਂ ਤੋਂ ਆ ਰਹੇ ਨੇ। ਕਦੋਂ ਤੋਂ ਆ ਰਹੇ ਤੁਸੀਂ? ਤੁਹਾਨੂੰ ਕੀ ਪ੍ਰੋਬਲਮ ਸੀਗੀ? बेटा मैंने 4 साल हो गए ने, मेरा बेटा मैंने छड़ के चले गए, सब कोई नहीं है गए। मेरा बेटा बनिया मैनू रोटी पानी का खर्चा दिंदा वा, राशन ਮੁੰਡਾ ਬਣੇ हाँ ये मेरा मुंडा बनिया होया हुण, ये मैनू राशन दे दिंदा, मैं रोटी खा लेनी है। 4 ਸਾਲਾਂ ਤੋਂ ਰੈਗੂਲਰ ਤੁਸੀਂ ਇਹਨਾਂ ਕੋਲ ਆ ਰਹੇ ਹੋ ਸੇਵਾ? 4 साल हो गए मैनू राशन दिंदे नूं। बहुत अच्छा है, बहुत मदद करता है, नहीं तो रोलदी सी सड़कों ते। बहुत बुरा हाल सीगा, बेटा छड़ के चले गए, कोई वो नहीं, किराया पाड़ा देने वाला नहीं, किराए ते मर नहीं है, सारा कुछ करते। ਜੀ ਤੁਹਾਨੂੰ ਕੀ ਹੈ? ਘਰੋਂ ਹੈ 70 ਸਾਲ ਦੀ ਉਮਰ ਹੈ, ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ ਸਾਨੂੰ, ਮਹੀਨਾ ਕੁ ਹੋ ਗਿਆ ਇੱਥੇ। ਤੇ ਮੈਂ ਵੀ ਹਾਰਟ ਦਾ ਮਰੀਜ਼ ਹਾਂ, ਲੜਕਾ ਇੱਕ ਉਹ ਹੈਂਡੀਕੈਪਟ ਹੈ, ਇੱਥੇ ਦੇਖਦੇ ਹੀ ਰਹਿੰਦੇ ਨੇ, ਉਹੀ ਮਾੜਾ ਮੋਟਾ ਫੈਕਟਰੀ 'ਚ ਕੰਮ 5-7 ਜੋ। ਹੁਣ ਮਹੀਨੇ ਕੁ ਤੋਂ ਇਹ ਹੈਲਪ ਪਹਿਲਾਂ ਪੀਜੀਆਈ 'ਚ ਭੇਜਿਆ ਸੀ, ਤੇ ਆਪ ਸੋਮਵਾਰ ਨੂੰ ਫਰੀਦਕੋਟ ਜਾ ਕੇ ਆਇਆ, ਪਹਿਲਾਂ ਏਮਜ ਬਸੀ ਵਾਲਿਆਂ ਦੇ ਮਹੀਨੇ, ਯਾਨੀ ਚੰਗੇ ਹਸਪਤਾਲਾਂ ਦੇ ਵਿੱਚ ਜੋ ਅਜੇ ਇਲਾਜ ਚੱਲ ਰਿਹਾ। ਵਿੱਚ ਡਾਕਟਰਾਂ ਨੇ ਕਿਹਾ ਸੀਗਾ ਆਪਰੇਸ਼ਨ ਕਰਾਉਣਾ ਹੈ, ਦੇਖਦੇ ਹਾਂ ਕੀ ਹੁੰਦਾ ਹੈ। ਯਾਨੀ ਜਿੱਥੇ ਆਪਰੇਸ਼ਨ ਦਾ ਇਹਨਾਂ ਨੂੰ 60,000 ਰੁਪਏ ਦੱਸਿਆ ਸੀਗਾ ਇੱਥੇ ਵਾਲੇ ਨੇ। ਉਦੋਂ ਬਾਅਦ 'ਚ ਹੁਣ ਫਰੀਦਕੋਟ ਗਏ ਆ, ਫਰੀਦਕੋਟ ਸੋਮਵਾਰ ਨੂੰ ਗਏ ਸੀ, ਉੱਥੇ ਹੱਡੀਆਂ ਵਾਲਾ ਡਾਕਟਰ ਮਿਲ ਗਿਆ, ਉਹਨੇ ਕੁਝ ਟੈਸਟ ਵਗੈਰਾ ਹੋਰ ਲਿਖੇ ਨੇ,
ਜਿਹੜਾ ਸਪਾਈਨ ਦਾ ਉਹਨੇ ਆਉਣਾ ਸੀਗਾ ਬੁੱਧਵਾਰ ਨੂੰ। ਅੱਜ ਹੁਣ ਮੈਂ ਆਇਆ ਸੀ ਵੀ ਪਰਸੋਂ ਨੂੰ ਬੁੱਧਵਾਰ ਆ, ਪਰਸੋਂ ਨੂੰ ਜਾਈਏ। ਹੁਣ ਉੱਥੇ ਪਤਾ ਚੱਲਿਆ ਕੁਝ ਰੌਲਾ ਰੱਪਾ ਜਿਹਾ ਚੱਲਦਾ ਵੀ ਡਾਕਟਰ ਨੂੰ ਅਜੇ 1-2 ਦਿਨ ਹੋਰ ਰੁਕ ਜਾਓ, ਉਦੋਂ ਬਾਅਦ 'ਚ ਦੇਖਦੇ ਹਾਂ ਫਿਰ। ਪਤਾ ਨਹੀਂ ਇਹ ਉਹਨਾਂ ਨੂੰ ਪਤਾ, ਮੈਨੂੰ ਤਾਂ ਹੁਣ ਪਤਾ ਚੱਲਿਆ ਵੀ ਡਾਕਟਰ ਸ਼ਾਇਦ ਛੁੱਟੀ ਛੱਟੀ ਤੇ। ਵਾਈਸ ਚਾਂਸਲਰ ਸਾਹਿਬ ਵਾਲੇ ਮੇਰੇ ਖਿਆਲ ਨਾਲ ਫਰੀਦਕੋਟ ਵਾਲੇ ਰੌਲੇ ਦੀ ਗੱਲ ਕਰ ਰਹੇ, ਜਿਹੜੇ ਉੱਥੇ ਧਰਨਾ ਨਹੀਂ ਲੱਗ ਗਿਆ ਡਾਕਟਰਸ। ਹਾਂਜੀ ਹਾਂਜੀ ਪਰਸੋਂ ਚਲੇ ਜਾਈਏ। ਵਾਈਫ ਦੇ ਇਲਾਜ ਲਈ ਹੱਥਾਂ ਤੇ ਨੀਲ ਪਾਲੇ। ਅਸੀਂ ਅੱਜ ਕੱਲ੍ਹ ਦੀਆਂ ਲਵ ਸਟੋਰੀਆਂ ਸੁਣਦੇ ਹਾਂ, ਸਟੈਚਰ ਚੱਕ ਕੇ ਆਹ ਲੱਤਾਂ ਖੜ ਗਈਆਂ, ਲੱਤਾਂ ਤੇ ਬਿਲਕੁਲ ਵਜਨ ਨਹੀਂ, ਰੀੜ੍ਹ ਦੀ ਹੱਡੀ ਦੇ ਮਣਕੇ ਤੋਂ ਦਬ ਗਏ ਨੇ। ਉਹਨਾਂ ਨੇ MRI ਕਰਾਈ, ਉਹਦੇ ਵਿੱਚ ਦੱਸਿਆ ਵੀ ਜਦ ਤੱਕ ਇਹ ਇੱਥੋਂ ਆਪਰੇਸ਼ਨ ਕਰਨਗੇ ਫਿਰ ਪਤਾ ਲੱਗੂਗਾ ਬਈ ਇਹ ਜ਼ਿਆਦਾ ਕੈਂਸਰ ਦੇ ਨਾਲ ਜਾਂ TB ਦੇ ਨਾਲ, ਦੋਨਾਂ ਚੋਂ ਇੱਕ ਬਿਮਾਰੀ ਦੇ ਨਾਲ ਇਹ ਮਣਕੇ ਖਰਾਬ ਹੋ ਕੇ 2 ਮਣਕੇ ਦਬ ਚੁੱਕੇ ਨੇ। ਉਹ ਕਹਿੰਦੇ ਸੀਗੇ ਵੀ ਆਪਰੇਸ਼ਨ ਹੋਣ ਨਾ ਪਤਾ ਲੱਗੂ। ਹੁਣ ਉੱਥੇ ਫਰੀਦਕੋਟ ਵੀ ਗਏ ਸੀਗੇ, ਫਰੀਦਕੋਟ ਵਾਲਾ ਸਪਾਈਨ ਵਾਲਾ ਮਿਲਿਆ ਨਹੀਂ, ਉਹਨੇ ਬੁੱਧਵਾਰ ਨੂੰ ਬੁਲਾਇਆ ਸੀ। ਬੁੱਧਵਾਰ ਨੂੰ ਆ ਰਿਪੋਰਟਾਂ ਨਹੀਂ ਮਿਲੀਆਂ ਇਸ ਬੁੱਧਵਾਰ ਨੂੰ, ਤੇ ਹੁਣ ਪਰਸੋਂ ਨੂੰ ਬੁੱਧਵਾਰ ਹੈ। ਮੈਂ ਆਇਆ ਸੀਗਾ ਵੀ ਪਰਸੋਂ ਦਾ ਕੀ ਪ੍ਰੋਗਰਾਮ, ਪਰਸੋਂ ਨੂੰ ਬੁੱਧਵਾਰ ਹੈ ਵੀ ਪਰਸੋਂ ਦਾ। ਹੁਣ ਇਹਨਾਂ ਨੇ ਦੱਸਿਆ ਵੀ ਉੱਥੇ ਕੋਈ ਰੌਲਾ ਜਿਹਾ ਚੱਲਦਾ ਵੀ ਹੋਰ 2-4 ਦਿਨ ਰੁਕ ਜਾਓ। ਜੋ ਵੀ ਹੋ ਜੇ, ਜਿਹੜਾ ਵੀ ਵਿਵਾਦ ਹੋ ਰਿਹਾ, ਨੁਕਸਾਨ ਆਮ ਬੰਦੇ ਦਾ ਹੀ ਹੈ। ਬਾਪੂ ਜੀ ਦੇ ਘਰ ਦੇ ਹਾਲਾਤ ਨੇ ਬਾਈ। ਸਾਡੇ ਕੋਲ ਵੀ ਨਾ ਜਦੋਂ ਕੋਈ ਪੇਸ਼ੈਂਟ ਆਂਦਾ, ਸਾਨੂੰ ਵੀ ਥੋੜੀ ਪਤਾ ਉਹਨਾਂ ਮੂੰਹ ਤੇ ਲਿਖਿਆ ਕਿ ਆ ਦੇਖੋ ਘਰ ਦੀ ਬਾਪੂ ਜੀ ਨੇ ਖੜੇ ਨੇ, ਆ ਮੁੰਡਾ ਇਹ ਵੀ ਹੈਂਡੀਕੈਪਡ ਹੈ, ਕਮਰਾ ਹੈ, ਘਰ ਦੀ ਇਨਕੁਆਇਰੀ ਸਾਨੇ ਸਾਡਾ ਮੁੰਡਾ ਇਨਕੁਆਇਰੀ ਕਰਨ ਗਿਆ। ਕਮਰੇ ਦੇ ਹਾਲਾਤ ਦੇਖੋ, ਇੱਕੋ ਕਮਰੇ 'ਚ ਰਸੋਈ, ਇੱਕੋ ਕਮਰੇ 'ਚ ਬਾਥਰੂਮ, ਇੱਕੋ ਕਮਰੇ 'ਚ ਸੌਂਦੇ ਨੇ, ਤਾਂ ਕਿੰਨਾ ਔਖਾ ਹੈ ਬਾਈ। ਗੱਲਾਂ ਹੋਈ ਨੇ ਨਾ ਕਿ ਘਰੇ ਬਹਿ ਕੇ ਦੇਖੋ ਆ ਘਰ ਦੇ ਹਾਲਾਤ ਨੇ ਬਾਈ। ਬਾਥਰੂਮ ਵੀ ਅੰਦਰੇ ਕਰਾਉਨੇ ਆ, ਸੱਟਾਂ ਸੁੱਟਾਂ ਲੱਗ ਜਾਂਦੀਆਂ ਕੁਰਸੀ ਤੇ। ਆ ਕਮਰੇ ਦੇ ਹਾਲਾਤ ਦੇਖੋ, ਰਸੋਈ ਵਿੱਚ ਹੀ ਹੈ, ਬੜੀਆਂ ਚੀਜ਼ਾਂ ਨੇ ਬਾਈ। ਵੀਡੀਓਜ਼ ਬਾਥਰੂਮ ਵੈਸੇ ਤਾਂ ਨਾਲ ਹੈਗਾ, ਪਰ ਕੁਰਸੀ ਦੇ ਚੱਕਣਾ ਚੁੱਕਣਾ ਇਕੱਲੇ ਆ ਦੇਖੋ ਨਾ, ਆਹੀ ਹੋ ਜਾਂਦਾ ਹੈ। ਤੁਹਾਨੂੰ ਦੱਸਿਆ ਫਰੀਦਕੋਟ PGI ਕਿੱਥੇ ਅਸੀਂ ਜਾ ਸਕਦੇ ਸੀਗੇ, ਇੱਥੇ ਏਮਜ ਬਸੀ ਵਾਲਿਆਂ ਦੇ ਇੱਥੇ ਗਏ, ਤੇ ਕਿੱਥੇ ਚੰਡੀਗੜ੍ਹ PGI, ਕਿੱਥੇ ਹੁਣ ਆ ਫਰੀਦਕੋਟ ਗਏ ਸੀਗੇ। ਪਰਸੋਂ ਨੂੰ ਫੇਰ ਫਰੀਦਕੋਟ ਲੱਗਿਆ ਜਾਣ ਆਉਣ ਦਾ ਖਰਚਾ, ਨਹੀਂ ਕੋਈ ਪੈਸਾ ਦਾ ਖਰਚਾ ਵੀ ਨਹੀਂ। ਐਂਬੂਲੈਂਸ ਭੇਜਦੇ ਨੇ, ਸਾਡਾ ਪੇਸ਼ੈਂਟ ਦਾ ਖੜਾ ਨਹੀਂ ਹੋ ਸਕਦਾ ਹੈ, ਬੈਠ ਕੁਰਸੀ ਤੇ ਬਿਠਾ ਦਿੰਦਾ। ਬੜੀ ਬਹੁਤ ਦਿੱਕਤ ਦੇ ਵਿੱਚ ਹੈ, ਉਹ ਬਿਲਕੁਲ ਹੀ ਬੋਝ ਨਹੀਂ ਹੁੰਦਾ। ਐਂਬੂਲੈਂਸ ਚੰਡੀਗੜ੍ਹ ਐਂਬੂਲੈਂਸ ਗਈ ਸੀ, ਆ ਫਰੀਦਕੋਟ ਫਿਰ ਐਂਬੂਲੈਂਸ ਗਈ ਸੀ। ਹੁਣ ਪਰਸੋਂ ਨੂੰ ਭੇਜਣ ਦਾ ਸੀ, ਫਿਰ ਐਂਬੂਲੈਂਸ ਜਾਣੀ ਸੀਗੀ। ਹੁਣ ਉਹ ਉਹਨਾਂ ਨੇ ਕਿਹਾ ਵੀ ਅਜੇ 2-4 ਦਿਨ ਰੁਕ ਜਾਓ, ਡਾਕਟਰ ਦਾ ਕੋਈ ਹੋਣ ਦਿਓ ਇਹਨਾਂ ਦਾ। ਐਂਬੂਲੈਂਸ ਜਾਂਦੀ ਹੈ ਇੱਥੋਂ ਇਹਨਾਂ ਦੀ ਚੰਡੀਗੜ੍ਹ। ਮੈਂ ਦੇਖ ਰਿਹਾ ਕਿਉਂਕਿ ਕਾਫੀ ਕਠਿਨਾਈ ਵੀ ਹੈ ਤੁਹਾਨੂੰ, ਤੁਸੀਂ ਉੱਠੇ ਵੀ ਹੋ, ਖੁਸ਼ ਵੀ ਲੱਗ ਰਹੇ ਹੋ, ਮੂੰਹ ਤੇ ਸਮਾਈਲ। ਜੇ ਹੁਣ ਇਹ ਤਾਂ ਇਹ ਗੱਲ ਇਹ ਮੇਰਾ ਕੁਦਰਤੀ ਅੰਦਰੋਂ ਨਾ ਨੇਚਰ ਹੀ, ਮੈਂ ਨੇਚਰ ਹੱਸ ਨਹੀਂ ਸਕਦਾ। ਮੈਂ ਇਹ ਗੱਲ ਕਰ ਚੁੱਕਾ। ਮੈਂ ਕਿਹਾ ਬਾਪੂ ਕਿਸ ਮਿੱਟੀ ਦੇ ਬਣੇ ਹੋ? ਕਹਿੰਦੇ ਹੁੰਦੇ ਨੇ ਵੀ ਤੁਹਾਡੇ ਚਿਹਰੇ ਤੇ ਨੂਰ, ਕਿੰਨੇ ਤੁਸੀਂ ਕਸ਼ਟ ਝੱਲੇ ਨੇ। ਇੱਕ ਲੜਕਾ ਹੋਰ ਉਹ ਆਪਣੇ ਮੇਰੇ ਭਰਾ ਕੋਲੇ ਰਹਿੰਦਾ, ਉਹ ਮੈਂਟਲੀ ਤੌਰ ਤੇ ਜਵਾਨ ਮੁੰਡਾ, 6-6 ਫੁੱਟ ਦੇ ਕੱਦ ਨੇ। ਆਹ ਤੁਸੀਂ ਦੇਖਦੇ ਹੋ ਹੈਂਡੀਕੈਪਟ ਹੈ, ਉਹ ਫੈਕਟਰੀ ਦੇ ਵਿੱਚ ਫਿਰ ਵੀ ਕੰਮ ਕਰਦਾ ਹੈ। ਮੈਂ ਹਾਰਟ ਦਾ ਮਰੀਜ਼ ਹਾਂ ਤੇ ਇਸ ਤੋਂ ਇਲਾਵਾ ਆ ਜਿਹੜੀਆਂ ਤਕਲੀਫਾਂ ਘਰੇ ਹੋਈਆਂ ਨੇ। ਮੈਂ ਕਲਕੱਤੇ ਗਿਆ ਸੀ, 100 ਰੁਪਈਆ ਕਿਸੇ ਤੋਂ ਮੈਂ ਮੰਗ ਕੇ ਲੈ ਕੇ ਗਿਆ ਸੀਗਾ। ਇੱਥੇ ਨਹੀਂ, ਉੱਥੇ ਜਾ ਕੇ 5 ਟੈਕਸੀਆਂ ਬਣਾ ਲਈਆਂ 4 ਸਾਲਾਂ 'ਚ, 5 ਟੈਕਸੀਆਂ ਆਪਣੀਆਂ ਕਮਾਈਆਂ ਕਰਕੇ 5 ਟੈਕਸੀਆਂ ਬਣਾ ਲਈਆਂ। ਉਦੋਂ ਬਾਅਦ 'ਚ ਟਰੱਕਾਂ ਦੇ ਵਿੱਚ, ਹਾਲਾਂਕਿ ਮੇਰਾ ਐਕਸਪੀਰੀਅੰਸ ਸੀ, ਮੈਨੇਜਰੀ ਕਰਦਾ ਰਿਹਾ, ਪਰ ਟਰੱਕਾਂ ਦੇ ਵਿੱਚ ਕਿਸੇ ਨਾਲ ਸਾਂਝਾ ਟਰੱਕ ਮੁੜ ਕੇ ਪੈਰ ਹੀ ਨਹੀਂ ਲੱਗੇ। ਕਦੇ ਐਕਸੀਡੈਂਟ ਹੋ ਗਿਆ ਡਰਾਈਵਰ ਤੋਂ, ਕਦੇ ਕੁਝ ਹੋ ਗਿਆ, ਕਦੇ ਕੁਝ ਹੋ ਗਿਆ, ਮੁੜ ਕੇ ਪੈਰ ਨਹੀਂ ਲੱਗੇ। ਉਹ ਦੇਖੋ 100 ਰੁਪਈਆ ਕਿਸੇ ਤੋਂ ਮੰਗ ਕੇ ਲੈ ਗਿਆ ਸੀ। ਮੇਰੇ ਕੋਲ 5 ਟੈਕਸੀਆਂ ਸੀਗੀਆਂ ਆਪਣੀਆਂ ਬਣਾ ਲਈਆਂ, 5 ਗੱਡੀਆਂ ਤੇ 8 ਨੌਕਰ ਰੱਖੇ ਹੋਏ ਸੀਗੇ, 7 ਤਾਂ ਡਰਾਈਵਰ ਰੱਖਣ ਛੁੱਟੀ ਕਰਾਉਣ ਵਾਸਤੇ, ਇੱਕ ਗੱਡੀ ਰੋਜ਼ ਧੋਣੀਆਂ, ਹਰ ਰੋਜ਼ ਧੋਣੀ, 8 ਨੌਕਰ ਰੱਖੇ ਹੋਏ ਸੀਗੇ। ਮਗਰੋਂ ਦੇਖ ਲਓ ਜਦੋਂ ਦਿਨ ਮਾੜੇ ਆ ਜਾਂਦੇ ਨੇ ਫਿਰ ਪੈਰ ਹੀ ਨਹੀਂ ਲੱਗੇ। ਹਾਲਾਂਕਿ ਮੈਂ ਵੱਡੀਆਂ ਗੱਡੀਆਂ 'ਚ ਮੇਰਾ ਐਕਸਪੀਰੀਅੰਸ ਸੀ, ਟਰੱਕਾਂ 'ਚ ਐਕਸਪੀਰੀਅੰਸ ਸੀ, ਕਿਸੇ ਕੋਲ ਮੈਨੇਜਰੀ ਕਰਦਾ ਸੀ, ਉਹਨਾਂ 'ਚ ਫੇਲ ਹੋ ਗਿਆ, ਟੈਕਸੀਆਂ 'ਚ ਕਾਮਯਾਬ ਹੋ ਗਿਆ। ਬੜੀ ਮਿਹਨਤ ਕੀਤੀ ਪਰ ਫਿਰ ਨਹੀਂ, ਪੈਰ ਨਹੀਂ ਲੱਗੇ ਹੈਗੇ। ਜਿਵੇਂ ਗਏ ਸੀਗੇ ਬਸ ਓਕਣੇ ਇੱਥੋਂ ਕਿਰਾਇਆ ਮੰਗਾ ਕੇ ਰਿਸ਼ਤੇਦਾਰਾਂ ਤੋਂ ਤਾਂ ਵਾਪਸ ਮੁੜ ਕੇ ਆਇਆ ਸੀ ਕਲਕੱਤੇੋਂ। ਇਹ ਜੇ ਹੁਣ ਉਹ ਦੇਖੋ, ਜੇ ਰੱਬ ਨੂੰ ਵੀ ਦੋਸ਼ ਕੁਛ ਨਹੀਂ। ਇਹ ਮਾੜੇ ਚੰਗੇ ਦਿਨਾਂ ਦਾ ਮੈਂ ਤਾਂ ਇਹ ਸਮਝਦਾ ਵੀ ਦਿਨ ਚੰਗੇ ਸੀਗੇ। 4 ਸਾਲਾਂ 'ਚ 5 ਗੱਡੀਆਂ। ਲੋਕ ਮੇਰੇ ਨਾਲ ਦੇ ਹੈਰਾਨ ਸੀਗੇ, ਰਾਏਪੁਰ ਤੋਂ 5-6 ਘਰ ਰਹਿੰਦੇ ਸੀਗੇ। ਉਹ ਕਹਿੰਦੇ ਸਾਡੇ ਪਿਓ ਦਾਦੇ ਇੱਥੇ ਰਹਿੰਦੇ ਨੇ, ਸਾਡੇ ਕੋਲੋਂ ਕੁਝ ਬਣਿਆ ਨਹੀਂ, ਤੂੰ ਕਹਿੰਦਾ 4 ਸਾਲ 'ਚ 5 ਗੱਡੀਆਂ ਬਣਾ ਲਈਆਂ। ਮੈਂ ਕਿਹਾ ਵੀ ਉੱਪਰ ਵਾਲੇ ਦੀ ਮਰਜ਼ੀ ਹੈ। ਹੁਣ ਉਹ ਜਦੋਂ ਕੋਈ ਟਾਈਮ ਖਰਾਬ ਹੋਣ ਵਾਲਾ ਫਿਰ ਮਿਹਨਤ ਵੀ ਸਭ ਕੁਝ ਦਿਖਾ ਦਿੱਤਾ। ਤੁਸੀਂ ਚੰਗੇ ਸਮੇਂ ਵੀ ਦਿਖਾਏ, ਮਾੜੇ ਸਮੇਂ ਵੀ, ਤਾਂ ਵੀ ਕੋਈ ਇੱਕਣ ਵਾਲੀ ਕੋਈ ਕਸਰ ਵਾਲੀ ਗੱਲ ਨਹੀਂ ਹੈ। ਬਹੁਤ ਵਧੀਆ ਨਹੀਂ ਹੋ ਤੁਸੀਂ, ਚੜ੍ਹਦੀ ਕਲਾ 'ਚ। ਨਹੀਂ ਚੜ੍ਹਦੀ ਕਲਾ ਰੋਕ ਹੀ ਕੀ ਕਰੀਏ ਫਿਰ ਹੁਣ।
ਹੈ ਦੁੱਖ ਤਕਲੀਫ ਰੱਬ ਰਸਤਾ ਦਿਖਾਉਂਦਾ। ਹੁਣ ਕੋਈ ਪੈਸਾ ਨਹੀਂ ਸੀਗਾ, ਦੇਖੋ ਆ ਕੇ ਤਾਂ ਸਾਡੇ ਗੁਆਂਢ 'ਚ ਕੋਈ ਰਹਿੰਦਾ ਸੀਗਾ, ਉਹਨਾਂ ਨਾਲ ਕਿਤੇ ਇਹਨਾਂ ਜਾਣ ਪਛਾਣ ਸੀ, ਉਹਨਾਂ ਨਾਲ ਗੱਲ ਕਰਕੇ ਇਹਨਾਂ ਨੇ ਕੋਲੇ ਸਾਡੇ ਕੋਲ ਭੇਜਤਾ। ਰੱਬ ਆਪੇ ਰਸਤਾ ਦਿਖਾਉਂਦਾ ਹੈ, ਕੋਈ ਨਾ ਕੋਈ ਆਪਣੇ ਆਪ ਨੂੰ ਸੱਚਾਈ ਤੇ ਰਹਿਣਾ ਬਣਦਾ ਹੈ, ਆਪੇ ਰੱਬ ਜਿਵੇਂ ਕਰਨਾ ਉਹ ਤਾਂ ਜੋ ਕੁਝ ਹੋਣਾ ਉਹ ਤਾਂ ਹੋਣਾ ਹੀ। ਜ਼ਰੀਆ ਲਿਖਿਆ ਮਤਲਬ ਤੁਹਾਨੂੰ ਜ਼ਰੀਆ ਮਿਲ ਗਿਆ ਜੀ ਹੁਣ ਦਾ ਕਿਆ? ਹਾਂ ਦੇਖੋ ਉਹੀ ਤਾਂ ਰੱਬ ਹੀ ਦਿਖਾਉਂਦਾ ਹੈ, ਇਹ ਰਸਤਾ ਦਿਖਾਉਂਦਾ ਹੈ। ਅਜੇ ਇਹਨਾਂ ਬਾਰੇ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ। ਸਾਡੇ ਗੁਆਂਢ 'ਚ ਰਹਿੰਦੀ ਆ ਕੋਈ ਗੁਰਿੰਦਰ ਕੌਰ ਆ, ਉਹਨਾਂ ਦੀ ਲੜਕੀ। ਬਾਬਾ ਜੀ ਇਹਨਾਂ ਤਾਂ ਗੱਲਾਂ ਕਰਨ ਲੱਗੇ ਤਾਂ ਬਹੁਤ ਲੰਬੀਆਂ ਹੋ ਜਾਣ। ਮੈਂ ਉਹੀ ਕਹਿਣ ਲੱਗਾ ਸੀ ਬਾਈ ਕਿ ਹਜੇ ਤਾਂ ਇੱਕ ਸਟੋਰੀ ਹੈ, ਹਜੇ ਤਾਂ ਇੱਕ ਸਟੋਰੀ ਨੇ ਤੁਹਾਨੂੰ ਇੰਨਾ ਝੰਜੋੜਤਾ ਨਾ। ਬਾਪੂ ਜੀ ਦੀ ਸਟੋਰੀ ਸੁਣੀ, ਜੇ ਮੈਂ ਤੁਹਾਨੂੰ ਇਕੱਲੇ ਦੀਆਂ ਸਟੋਰੀਆਂ ਰੋਜ਼ 50 ਦੇਣ ਲੱਗ ਜਾਂ, ਇਹ ਤੁਸੀਂ ਜੇ ਇੱਕ ਸਟੋਰੀ ਦੇ ਹਾਲਾਤ ਸੁਣ ਰਹੇ ਹੋ, ਜੇ ਤੁਹਾਨੂੰ ਇਕੱਲੀਆਂ ਸਟੋਰੀਆਂ ਰੋਜ਼ ਦੀਆਂ 50 ਦੇਣ ਲੱਗ ਜਾਂ, ਫਿਰ ਬੜਾ ਔਖਾ ਹੈ ਬਾਈ। ਇਹ ਤਾਂ ਪਰਮਾਤਮਾ ਦਾ ਮੈਂ ਸ਼ੁਕਰ ਕਰਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਚਲੋ ਹੋਇਆ ਤਾਂ ਕੀ ਹੈ, ਕੁਝ ਵੀ ਨਹੀਂ ਹੋਇਆ, ਪਰ ਜੋ ਕੁਝ ਵੀ ਹੋਇਆ ਜ਼ਿੰਦਗੀ 'ਚ ਮੇਰੇ ਲਈ ਬੜੀ ਵੱਡੀ ਗੱਲ ਹੈ ਕਿ ਉਸ ਤੋਂ ਬਾਅਦ ਪਰਮਾਤਮਾ ਨੇ ਮੈਨੂੰ ਡੋਲਣ ਨਹੀਂ ਦਿੱਤਾ, ਡਿੱਗਣ ਨਹੀਂ ਦਿੱਤਾ, ਦਬਣ ਨਹੀਂ ਦਿੱਤਾ। ਮੈਂ ਕਿਹਾ ਸੀ ਪਰਸਨਲ ਸਵਾਲ ਬਾਅਦ 'ਚੋਂ, ਜਿੰਨੇ ਮਰਜ਼ੀ ਬਾਈ, ਹੁਣ ਉਹ ਪੁੱਛਦਾ। ਜਿੰਨੇ ਮਰਜ਼ੀ। ਤੇ ਗੱਲ ਇਹ ਹੀ ਹੈ ਵੀ ਹੁਣ ਨਵਾਂ ਟਾਕ ਸ਼ੋਅ ਲਿਆ ਰਹੇ ਹੋ ਫੇਸਬੁੱਕ ਚੈਨਲ ਤੇ, ਤੁਹਾਡੇ ਹੈਡਲਾਈਨਸ ਜਿਹੜੀਆਂ ਨੇ ਜਿਵੇਂ ਹੈ ਮਸਾਲੇ ਨਾਲ ਹੈਡਲਾਈਨ, ਜਿਵੇਂ ਬਚਪਨ 'ਚ ਸਨਸਨੀ ਨਹੀਂ ਦੇਖਦੇ ਹੁੰਦੇ ਸੀ, ਉੱਦਾਂ ਦੀਆਂ ਹੈਡਲਾਈਨਸ ਹੁਣ ਆਉਣ ਲੱਗ ਗਈਆਂ। ਨਹੀਂ ਇਹ ਗਲਤ ਗੱਲ ਕਰ ਰਹੇ ਹੋ। ਫਿਰ ਜੇ ਜ਼ਿਆਦਾ ਇੱਧਰੋਂ ਪਾਸੇ ਚੱਲਣਾ, ਸਨਸਨੀ ਨਹੀਂ ਜਿੱਦਾਂ ਨਿਊਜ਼ ਚੈਨਲ ਵਾਲੇ ਚਲਾਉਂਦੇ ਨੇ ਸਨਸਨੀ ਨਹੀਂ, ਜਿਵੇਂ ਨਿਊਜ਼ ਚੈਨਲ ਵਾਲੇ ਅਟਰੈਕਟਿਵ ਖਬਰ ਲੈਣ ਲਈ ਉਹ ਹੈਡਲਾਈਨਾਂ ਪਾਉਂਦੇ ਨੇ, ਉਵੇਂ ਹੀ ਹੈਡਲਾਈਨਾਂ ਚੱਲਦੀਆਂ, ਪਰ ਕਿਤੇ ਨਾ ਕਿਤੇ ਉਹ ਸੱਚ ਹੀ ਹੁੰਦੀਆਂ। ਅਸੀਂ ਕੋਈ ਇੱਦਾਂ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਇੱਦਾਂ ਨਹੀਂ ਹੁੰਦਾ, ਸੱਚ ਹੀ ਪਾਉਂਦੇ। ਜਿਹੜਾ ਟਾਕ ਸ਼ੋਅ ਹੈ ਉਹ ਇਸ ਲਈ ਕੀਤਾ ਕਿ ਚਲੋ ਦੋ ਤਰੀਕੇ ਨੇ ਟਾਕ ਸ਼ੋਅ ਦੇ। ਇੱਕ ਬੰਦਾ ਦੇਖੇਗਾ ਸੋਰਸ ਆਫ ਇਨਕਮ ਦੇ ਹਿਸਾਬ ਨਾਲ, ਉਹ ਵੀ ਬਹੁਤ ਵਧੀਆ, ਚਲੋ ਮੈਨੂੰ ਕਮਾਈ ਆਏਗੀ। ਦੂਜਾ ਹੈਗਾ ਕਿ ਜਿਹੜੇ ਯੰਗ ਇੰਸਪਾਇਰਿੰਗ ਪੀਪਲ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਐਜ਼ ਅ ਬੁੱਕ ਰਾਈਟਰ, ਐਜ਼ ਅ ਬੁੱਕ ਆਥਰ, ਜਿਨ੍ਹਾਂ ਨੇ ਬਹੁਤ ਪੜ੍ਹਾਈਆਂ ਕੀਤੀਆਂ, ਉਹਨਾਂ ਨੂੰ ਅੱਗੇ ਲੈ ਕੇ ਆਈਏ। ਜਿਵੇਂ ਅੱਜ ਕੱਲ੍ਹ ਪੋਡਕਾਸਟ ਬਹੁਤ ਚੱਲ ਰਿਹਾ ਕਿ ਜਿਵੇਂ ਮੈਂ ਜਿਮ ਲਾਨਾ ਹੁਣ 1.5 ਘੰਟਾ ਸਵੇਰੇ, ਤਾਂ ਉਹ 1.5 ਘੰਟੇ ਦੇ ਵਿੱਚ ਗਾਣੇ ਸੁਣਨ ਦੀ ਬਜਾਏ ਮੇਰਾ ਦਿਲ ਕਰਦਾ ਕਿ ਮੈਂ ਵਰਥਫੁਲ ਸਟੋਰੀਜ਼ ਸੁਣਾ, ਹੈ ਨਾ। ਕਿ ਜਿਵੇਂ ਹੁਣ ਅੱਜ ਕੱਲ੍ਹ ਮੈਂ ਚੰਦਰਗੁਪਤ ਮੌਰਿਆ ਬਾਰੇ ਜੀ ਪੜ੍ਹ ਰਿਹਾ, ਚਣਕਿਆ ਬਾਰੇ ਪੜ੍ਹ ਰਿਹਾ, ਜਿਨ੍ਹਾਂ ਨੇ ਭਾਰਤ ਦਾ ਨਿਰਮਾਣ ਕੀਤਾ ਨਾ, ਮੈਂ ਉਹਨਾਂ ਬਾਰੇ ਸੁਣ ਰਿਹਾ। ਉਵੇਂ ਮੈਨੂੰ ਲੱਗਦਾ ਕਿ ਜਿਹੜੀ ਆਡੀਅנס ਹੈ, ਜਿਹੜੀ ਕੁਝ ਸਿੱਖਣਾ ਚਾਹੁੰਦੀ, ਸੁਣਨਾ ਚਾਹੁੰਦੀ, ਉਹਨਾਂ ਨਾਲ ਗੱਲਬਾਤ ਕਰਕੇ, ਪੋਡਕਾਸਟ ਕਰਕੇ ਚੜਾਇਆ ਜਾਵੇ, ਜਿਹਦੇ ਨਾਲ ਮੇਰਾ ਵੀ ਕੁਝ ਬਣੇ, ਪੈਸੇ ਬਣਨ ਤੇ ਲੋਕਾਂ ਤੋਂ ਵੀ ਇੰਸਪਾਇਰਿੰਗ ਸਟੋਰੀਜ਼ ਬਣਨ। ਫੇਸਬੁੱਕ ਤੋਂ ਕਹਿੰਦੇ ਪੈਸੇ ਬੜੇ ਕਮਾ ਲਏ, ਫੇਸਬੁੱਕ YouTube ਤੋਂ ਬੜੇ ਪੈਸੇ ਕਮਾ ਲਏ, ਲੱਖਾਂ ਆ ਜਾਂਦੇ ਨੇ। ਤੇ ਜੇ ਇੰਨੇ ਹੀ ਸੌਖੇ ਨੇ ਫੇਸਬੁੱਕ ਤੋਂ ਪੈਸੇ ਕਮਾਣੇ, ਫਿਰ ਤਾਂ ਸਾਰਿਆਂ ਨੂੰ ਹੀ ਕਰਨਾ ਚਾਹੀਦਾ। ਜੇ ਇੱਦਾਂ ਦੇ ਕੰਮ ਕਰਕੇ, ਜਿੱਦਾਂ ਹੁਣ ਲੱਖਾਂ ਹੀ ਯੂਟਿਊਬਰ ਨੇ, ਲੱਖਾਂ ਹੀ ਮੀਡੀਆ ਚੈਨਲ ਅਸਲ 'ਚ ਕੀ ਹੈ? ਸੋਰਸ ਆਫ ਇਨਕਮ ਹੈ ਨਾ, ਇੱਕ ਕੀਤਾ ਹੈ, ਇੱਕ ਪੈਸੇ ਕਮਾਉਣ ਦਾ ਕੀਤਾ ਹੈ ਕਿ ਤੁਹਾਡੀ ਉਹ 'ਚੋਂ ਸੈਲਰੀ ਆਉਂਦੀ ਹੈ, ਤੁਹਾਡੇ ਤੋਂ ਉੱਪਰ ਅਗਲੇ ਬੌਸ ਦੀ ਸੈਲਰੀ ਨਿਕਲਦੀ, ਤੁਹਾਡਾ ਘਰ ਦੇ ਚੱਲਦੇ, ਤੁਸੀਂ ਮਿਹਨਤ ਕਰਦੇ ਹੋ। ਜੇ ਇੱਦਾਂ ਦੀ ਮਿਹਨਤ ਕਰਨ ਨਾਲ ਕਿਸੇ ਦੇ ਪੈਸੇ ਬਣਦੇ ਵੀ ਨੇ, ਮੈਂ ਔਨ ਕੈਮਰਾ ਕਹਿਣਾ ਚਾਹੁੰਦਾ ਕਰਨੇ ਚਾਹੀਦੇ ਨੇ, ਪਰ ਕਰਨੇ ਫਿਰ ਉਹੀ ਬਿਨਾਂ ਪੈਸੇ ਹੱਥ ਲਾਏ ਚਾਹੀਦੇ। ਇੱਕ ਬੰਦਾ ਵੀਡੀਓਗ੍ਰਾਫੀ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਇੱਕ ਵਲੌਗ ਬਣਾਉਂਦਾ, ਉਹ ਕਹਿੰਦਾ ਜੀ ਮੇਰੀ ਮਿਹਨਤ ਹੈ, ਉਹ ਮਿਹਨਤ ਦੇ ਤੁਸੀਂ ਉਹਨੂੰ YouTube ਤੇ ਦੇਖਦੇ ਹੋ, YouTube ਉਹਨੂੰ ਪੈਸੇ ਦਿੰਦਾ। ਤਾਂ ਇੱਕ ਜਿਹੜੀ ਆਹ ਮਿਹਨਤ ਹੋ ਰਹੀ ਹੈ ਸ਼ਾਮ ਨੂੰ, ਮੈਨੂੰ ਲੱਗਦਾ ਕਿ ਯੰਗਸਟਰ ਜੇ ਇਹ ਸ਼ੁਰੂ ਕਰ ਦੇਣ ਤੇ ਇਹਦੇ ਥਰੂ YouTube, Facebook ਉਹਨਾਂ ਨੂੰ ਪੈਸੇ ਦੇਵੇ, ਤਾਂ ਉਹ ਸੌਦਾ ਸਸਤਾ ਹੈ, ਕਿਸੇ ਦੀ ਹੈਲਪ ਤਾਂ ਹੋ ਰਹੀ ਹੈ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਮੈਂ ਇੱਥੋਂ ਘਰੋਂ ਕੁਝ ਨਹੀਂ ਲੈ ਕੇ ਗਿਆ, ਕੁਝ ਨਹੀਂ ਕਮਾਇਆ, ਦੂਜੇ ਪਾਸੇ ਫਿਰ ਕਮਾਈ ਤੇ ਵੀ ਸਵਾਲ ਤਾਂ ਉੱਠਣੇ ਹੀ ਹੈ। ਦੇਖੋ ਅਸੀਂ ਡੋਨਰ ਕੋਲ ਪੈਸੇ ਨਹੀਂ ਲੈਂਦੇ। ਸਪੋਜ਼ ਹੁਣ Facebook ਹੈ, ਉਹ ਇੰਟਰਨੈਸ਼ਨਲ ਵੈਬਸਾਈਟ ਹੈ, ਉਹ ਕੋਈ ਇੰਡੀਅਨ ਨਹੀਂ, ਉਹ ਕੋਈ ਬੰਦਾ ਨਹੀਂ ਹੈ। Facebook ਸਭ ਨੂੰ ਪੈਸੇ ਦਿੰਦਾ, ਆ ਵੀ ਤੁਸੀਂ ਵੀਡੀਓ ਚੜਾਉਂਗੇ ਇਹਦੇ ਵੀ ਪੈਸੇ ਤੁਹਾਨੂੰ ਮਿਲਣਗੇ। ਤਾਂ ਜਿਹੜੀ Facebook YouTube ਹੈ, ਇਹ ਕਿਸੇ ਡੋਨਰ ਕੋਲ ਅਸੀਂ ਡੋਨੇਸ਼ਨ ਦੇ ਪੈਸੇ ਨਹੀਂ ਲੈ ਰਹੇ, ਉਹ Facebook YouTube ਨੇ ਮੋਨੇਟਾਈਜੇਸ਼ਨ ਦੇ ਕੇ ਸਭ ਨੂੰ ਹੀ ਦੇ ਰਹੀ ਹੈ। ਤਾਂ ਹੁਣ ਉਹ ਖਰਾਬ ਕਰਨੇ ਤਾਂ ਬਣਦੇ ਨਹੀਂ ਨਾ। ਹੁਣ ਮੈਂ ਆਪਣੀ ਵੀਡੀਓ ਐਡੀਟਿੰਗ ਲਈ ਕੰਪਿਊਟਰ ਲਿੱਤਾ 1,83,000 ਦਾ, ਜਿਹੜੀਆਂ ਵੀਡੀਓਜ਼ ਆਪਾਂ ਸੋਸ਼ਲ ਮੀਡੀਆ ਤੇ ਪਾਉਂਦੇ ਆ, ਐਡੀਟਿੰਗ ਕਰਦੇ ਆ, ਉਹ 2 ਲੱਖ ਦਾ ਤਾਂ ਕੰਪਿਊਟਰ ਹੀ ਬਣ ਗਿਆ। ਹੁਣ 2 ਲੱਖ ਰੁਪਏ ਮੈਂ ਬਾਪੂ ਕੋਲ ਮੰਗੂਗਾ ਕਿ ਜੀ ਆਖੇ ਮੈਂ NGOs ਦੀ ਵੀਡੀਓਜ਼ ਕਰਨੀਆਂ ਐਡਿਟ, ਮੈਨੂੰ 2 ਲੱਖ ਰੁਪਏ ਕੰਪਿਊਟਰ ਦਾ ਦੇ ਦਿਓ, ਤਾਂ ਉਹ ਨਹੀਂ ਨਾ ਆਣਾ। ਤਾਂ ਮਹੀਨੇ ਦਾ 2 ਲੱਖ ਦਾ ਮੇਰਾ YouTube ਦਾ ਤਾਂ ਬਣਿਆ ਨਹੀਂ ਹੋਣਾ। ਤਾਂ ਜੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹ 'ਚ ਪੈਸੇ ਵੀ ਤੁਹਾਡੇ ਬਹੁਤ ਲੱਗਦੇ ਨੇ। ਮਾਈਕ ਜਿਹੜਾ ਮੈਂ ਟੰਗਿਆ ਹੋਇਆ 35,000 ਦਾ ਤਾਂ ਮਾਈਕ ਹੀ ਹੈ, ਇਹ ਕਿਸੇ ਡੋਨਰ ਨੇ ਤਾਂ ਲੈ ਕੇ ਨਹੀਂ ਦਿੱਤਾ, ਇਹ ਕੋਲੋਂ ਹੀ ਲਿੱਤਾ। ਬਾਕੀ ਹੋਰ ਛੋਟੇ-ਮੋਟੇ ਖਰਚੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਹੋ ਜਾਂਦੇ ਨੇ। ਤੁਸੀਂ ਮਰੀਜ਼ ਚੱਕਣ ਜਾਂਦੇ ਹੋ, ਗੱਡੀਆਂ 'ਤੇ ਤੇਲ ਲੱਗਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਆਪਣੀ ਟੀਮ ਦਾ ਲੰਚ ਕਰਦੇ ਹੋ, ਡਿਨਰ ਕਰਦੇ ਹੋ, ਉੱਤੇ ਪੈਸੇ ਲੱਗਦੇ ਨੇ। ਸਾਡੀ ਟੀਮ 'ਚ ਕੋਈ ਮੈਂਬਰਸ਼ਿਪ ਨਹੀਂ ਹੈਗੀ ਕਿ ਤੁਸੀਂ ਮੈਂਬਰ ਹੋ ਤੇ 500 ਰੁਪਏ ਦੇਣਾ, ਇੱਥੇ ਕੋਈ ਕਿਸੇ ਨੂੰ ਕੋਈ ਇੱਕ ਥੈਲੀ ਨਹੀਂ ਪਾਉਂਦਾ। ਇਹ ਤਾਂ ਨਹੀਂ ਕਈ ਵਾਰੀ ਹੋ ਜਾਂਦਾ ਵੀ ਹਾਂ, ਕਈਆਂ ਇਸ ਤਾਂ ਇਹੀ ਬੜਾ ਵੀ ਹਾਂ ਸਾਡਾ ਲੋਗੋ ਲਾਣਾ, ਟੀ-ਸ਼ਰਟ ਲਾਣੀ, ਉਹਦੇ ਵੀ ਪੈਸੇ ਲਿੱਤੇ ਜਾਂਦੇ। ਨਹੀਂ ਹਜੇ ਤੱਕ ਤਾਂ ਲਾਇਆ ਨਹੀਂ, ਜੇ ਲੋਗੋ ਲਾਉਂਗਾ ਫਿਰ ਤਾਂ ਲਾਉਂਗਾ। ਇਟਸ ਆਲ ਅਬਾਊਟ ਪ੍ਰਮੋਸ਼ਨ ਨਾ। ਜੇ ਕੋਈ ਮੇਰੇ ਤੋਂ ਫਾਇਦਾ ਲਏਗਾ ਤਾਂ ਮੈਂ ਵੀ ਤਾਂ ਲਾਉਂਗਾ। ਜੇ ਕੋਈ ਸੇਵਾ ਭਾਵਨਾ ਲਈ ਆਏਗਾ, ਸਪੋਜ਼ ਕੋਈ ਸੇਵਾ ਭਾਵਨਾ ਕੋਈ ਮਾਡਲ ਲੈ ਕੇ ਆਇਆ, ਜਿੱਦਾਂ ਮੈਂ ਤੁਹਾਨੂੰ ਕਹਾਂ ਕੋਰ ਵੀਰ ਮੈਂ ਇੱਦਾਂ ਸੇਵਾ ਕਰਨੀ ਆ, ਤੁਸੀਂ ਉਹ ਮਾਡਲ ਸਮਝਿਆ, ਤੁਸੀਂ ਦੇਖਿਆ ਕਿ ਹਾਂ ਯਾਰ ਇਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਕਰ ਦੂੰਗੇ। ਹੁਣ ਜੇ ਤੁਹਾਨੂੰ ਸਮਝ ਆਵੇ ਕਿ ਇਹਦਾ ਫਾਇਦਾ ਪਿੱਛੇ ਆਹ ਰੁਪਈਆਂ ਦਾ, ਤੁਸੀਂ ਮੇਰੇ ਸਾਥ ਦਿਓਗੇ? ਨਹੀਂ ਦਊਂਗੇ ਨਾ। ਓਬਵੀਅਸਲੀ ਮੇਰੇ ਨਾਲ ਵੀ ਕੋਈ ਯੰਗਸਟਰ ਆ ਕੇ ਮੈਨੂੰ ਕਹੇਗਾ, ਹੁਣ ਜਿੱਦਾਂ ਬੜੀਆਂ NGOs ਮੈਨੂੰ ਕੰਟੈਕਟ ਕਰਦੀਆਂ ਕਿ ਹਾਂ ਵੀਰੇ ਅਸੀਂ ਕਰਨਾ ਚਾਹੁੰਦੇ ਹਾਂ, ਸਾਡਾ ਸਾਥ ਦਿਓ, ਤੇ ਮੈਂ ਉਹਨਾਂ ਕੋਲ ਪੈਸੇ ਥੋੜ੍ਹੀ ਲੈਣਾ। ਹੁਣ ਮੈਂ ਪਰਸੋਂ ਹੁਸ਼ਿਆਰਪੁਰ ਜਾ ਕੇ ਆਇਆ, ਇੱਕ ਹੋਰ NGO ਨੇ ਮੈਨੂੰ ਇਨਵਾਈਟ ਕੀਤਾ, ਉਹਨਾਂ ਨੂੰ ਫ੍ਰੀ ਪ੍ਰਮੋਸ਼ਨ ਦੇ ਕੇ ਆਇਆ, ਮੈਂ ਪੈਸੇ ਥੋੜ੍ਹੀ ਲੈ ਕੇ ਆਇਆ। ਜੇ ਕੋਈ ਚੰਗਾ ਕੰਮ ਕਰੂਗਾ ਉਹਨੂੰ ਫ੍ਰੀ ਪ੍ਰਮੋਸ਼ਨ ਦੇਵਾਂਗੇ। ਜੇ ਕੋਈ ਹੁਣ ਮੇਰੇ ਤੋਂ ਲੱਖ ਰੁਪਏ ਦਾ ਬਿਜ਼ਨਸ ਭਾਲਦਾ, 2 ਲੱਖ ਰੁਪਏ ਦਾ ਮੇਰੇ ਕੋਲ ਬਿਜ਼ਨਸ ਭਾਲਦਾ, ਤੇ ਬਾਈ
ਮੈਂ ਵੀ ਬਿਜ਼ਨਸਮੈਨਾਂ ਦਾ ਮੁੰਡਾ। ਗੱਲ ਹਮੇਸ਼ਾ ਕਰਦੇ ਹੋ ਸਿਸਟਮ ਦੀ ਕਰਦੇ ਹੋ। ਲੁਧਿਆਣੇ ਵੀ ਚਲੋ ਤੁਹਾਡਾ ਪੰਗਾ ਪਿਆ ਹੀ ਸੀਗਾ ਸਿਵਲ ਹਸਪਤਾਲ, ਉਸ ਤੇ ਦੁਬਾਰਾ ਆ ਜਾਂਦੇ ਆ। ਉਹਨਾਂ ਨੂੰ ਗਲਤ ਦਿਖਾਉਣ ਵਾਸਤੇ ਇੱਕ ਬੰਦਾ ਹੀ ਮਾਰਤਾ ਤੁਸੀਂ ਤਾਂ, ਉਹ ਬਾਅਦ ਚ ਜਿਉਂਦਾ ਨਿਕਲ ਆਇਆ ਬੰਦਾ। ਕਿਸੇ ਨੂੰ ਗਲਤ ਦਿਖਾਣਾ ਸਹੀ ਦਿਖਾਣਾ ਮੇਰਾ ਮਕਸਦ ਨਹੀਂ ਹੈ। ਮਕਸਦ ਕੀ ਹੈ ਕਿ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਔਰ ਰਿਕਾਰਡ ਹੋ ਰਿਹਾ ਨਾ, ਆਪਣੀ ਸਿਵਲ ਹਸਪੀਟਲ ਤੇ ਮੇਰੇ ਤੇ ਇਲਜ਼ਾਮ ਲੱਗਿਆ ਬਦਤਮੀਜੀ ਦਾ ਕਿ ਇਹਨੂੰ ਡਾਕਟਰਸ ਨਾਲ ਬੋਲਣ ਦੀ ਅਕਲ ਨਹੀਂ। ਮੈਂ ਜਦੋਂ ਮੇਰੇ ਤੇ ਉਹ ਇਲਜ਼ਾਮ ਲੱਗਿਆ ਨਾ, ਮੈਂ ਆਪਣੇ ਰੱਬ ਨੂੰ ਪੁੱਛਿਆ, ਮੈਂ ਕਿਹਾ ਰੱਬਾ ਉਸ ਕਮਰੇ ਦੇ ਵਿੱਚ 15 ਜਾਣੇ ਸੀ ਜਿਸ ਕਮਰੇ 'ਚ ਗੱਲਬਾਤ ਹੋਈ ਸੀ। MLA ਸਾਹਿਬ ਵੀ ਸੀ, ਉਹਨਾਂ ਦੇ ਬੇਟੇ ਵੀ ਸੀ, ਮੇਰੀ ਟੀਮ ਵੀ ਸੀ। ਮੈਮ ਨੇ SMO ਮੈਮ ਨੇ ਇੰਟਰਵਿਊਜ਼ ਕਰਤੀਆਂ, ਇਲਜ਼ਾਮ ਲਾਤਾ ਕਿ ਅਨਮੋਲ ਇੱਦਾਂ ਮੇਰੇ ਨਾਲ ਬਦਤਮੀਜੀ ਕਰਕੇ ਗਿਆ। ਠੀਕ ਹੈ, ਜਦੋਂ ਮੈਂ ਉਹ ਨਿਊਜ਼ ਪੜ੍ਹੀਆਂ ਮੈਂ ਪ੍ਰਮਾਤਮਾ ਨੂੰ ਪੁੱਛਿਆ, ਮੈਂ ਕਿਹਾ ਰੱਬਾ ਯਾਰ ਮੈਂ ਤਾਂ ਬਦਤਮੀਜੀ ਕੀਤੀ ਨਹੀਂ, ਕਿ ਤੈਨੂੰ ਤਾਂ ਸੱਚ ਪਤਾ ਹੈ। ਮੈਂ ਇੰਨਾ ਕਹਿ ਕੇ ਹੱਸ ਕੇ ਆਪਣੇ ਤਨ ਤੇ ਹੰਡਾਈ ਸਾਰੀ ਨੈਗੇਟਿਵਿਟੀ। ਹੋਰ 2-4 ਲੁਧਿਆਣੇ ਦੇ ਲੋਕਾਂ ਨੇ ਲਾਈਵ ਹੋ ਕੇ ਮੇਰੀ ਮਾਂ ਭੈਣ ਬਾਰੇ ਬੋਲਿਆ ਕਿ ਤੇਰੇ ਘਰੇ ਮਾਂ ਭੈਣ ਹੈ ਨਹੀਂ। ਹੁਣ ਜਿੱਦਾਂ ਤੁਸੀਂ ਹੋ, ਤੁਹਾਡੀ ਕੋਈ ਖਬਰ ਆ ਕਿ ਕੁੰਵਰ ਵੀਰੇ ਨੇ ਫਲਾਣੀ ਲੇਡੀ ਨਾਲ ਬਦਤਮੀਜੀ ਕੀਤੀ, ਕੋਈ ਸਬੂਤ ਨਹੀਂ। ਮੈਂ ਉਹ ਲੇਡੀ ਦੀ ਗੱਲ ਸੁਣੀ, ਮੈਂ ਚੱਕ ਕੇ ਕੁੰਵਰ ਬਾਰੇ ਲਾਈਵ, ਕੁੰਵਰ ਤੇਰੇ ਘਰੇ ਭੈਣ ਹੈ ਨਹੀਂ, ਤੁਹਾਨੂੰ ਕੀ ਮਨ ਤੇ ਆਊਗਾ, ਤੁਹਾਨੂੰ ਗੁੱਸਾ ਆਊਗਾ। ਮੈਂ ਕਿੱਦਾਂ ਗੁੱਸਾ ਪੀਤਾ ਹੋਊਗਾ। ਗੁੱਸਾ ਉਹਨਾਂ ਨੂੰ ਵੀ ਆਇਆ ਹੋਏਗਾ ਨਾ ਜਿਹੜੇ ਵਾਰਡ ਦੀ ਸੰਭਾਲ ਕਰ ਰਹੇ ਆ, ਤੇ ਤੁਸੀਂ ਕਹਿ ਰਹੇ ਹੋ ਵਾਰਡ ਦੇ। ਮੈਂ ਉਸ ਮੈਟਰ ਤੇ ਆ ਰਿਹਾ। ਮੈਂ ਪਹਿਲਾਂ SMO ਮੈਡਮ ਦੇ ਗੱਲ ਆ, ਤੁਸੀਂ ਪੰਗੇ ਦੀ ਗੱਲ ਕੀਤੀ, ਤਾਂ ਜਦੋਂ ਮੈਂ ਉਹ ਇੰਟਰਵਿਊ ਸੁਣੀ ਕਿ ਮੈਡਮ ਮੇਰੇ ਬਾਰੇ ਬੋਲ ਰਹੇ ਨੇ, ਉਸ ਤੋਂ ਬਾਅਦ ਉਹ ਮੈਡਮ ਦੀ ਗੱਲ ਸੁਣ ਕੇ ਲੋਕ ਬੋਲ ਰਹੇ ਨੇ, ਤਾਂ 3 ਦਿਨ ਬਾਅਦ SMO ਮੈਡਮ ਦੇ ਆਫਿਸ ਦੀ ਰਿਕਾਰਡਿੰਗ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਅਨਮੋਲ ਕਵਾਤਰਾ ਕੁਝ ਬੋਲਿਆ ਹੀ ਨਹੀਂ ਹੋਇਆ। ਫਿਰ ਮੈਂ ਰੱਬ ਨੂੰ ਕਿਹਾ ਥੈਂਕ ਯੂ ਕਿ ਮੈਨੂੰ ਆਪਣੀ ਸਾਬਤ ਕਰਨ ਦੀ ਲੋੜ ਨਹੀਂ ਪਈ। ਬਾਕੀ ਜਿਹੜੇ ਬੰਦੇ ਮਰਨ ਵਾਲੀ ਗੱਲ ਸੀ, ਉਹ ਸਭ ਤੋਂ ਪਹਿਲਾਂ ਇੱਕ ਅਖਬਾਰ ਨੇ ਖਬਰ ਲਾਈ ਜਿਸ ਤੋਂ ਮੈਂ ਪੜ੍ਹੀ। ਜਿੱਦਾਂ ਤੁਸੀਂ ਵੀ ਮੈਨੂੰ ਦੱਸਿਆ ਕਿ ਮੈਂ ਜਵਾਨੀ ਤੋਂ ਅਖਬਾਰ ਪੜ੍ਹਦਾ ਆਇਆ, ਜੇ ਕੋਈ ਅਖਬਾਰ ਗਲਤ ਨਿਊਜ਼ ਲਾ ਦੇਵੇ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ। ਤਾਂ ਅਖਬਾਰ ਦੇ ਵਿੱਚ ਲਿਖਿਆ ਸੀ ਬੰਦਾ ਮਰ ਗਿਆ। ਬਾਕੀ ਉਸ ਤੋਂ ਵੀ ਬੱਤਰ ਮਾੜੇ ਹਾਲਾਤ ਮੈਂ ਉੱਥੇ ਦੇਖੇ ਹੋਏ ਨੇ। ਜਾਂ ਹੋਵੇ ਨਾ ਤੁਸੀਂ ਜਿੱਦਾਂ ਹੁਣ ਅੱਜ ਆਪਾਂ ਮੈਡੀਕਲ ਫੀਲਡ 'ਚ ਕੰਮ ਕਰਦੇ ਹਾਂ, ਮੈਂ ਕਿਸੇ ਹੋਰ ਫੀਲਡ ਦੀ ਤੁਹਾਡੇ ਨਾਲ ਕੋਈ ਗੱਲ ਕਰ ਦਿੰਦਾ, ਮੈਨੂੰ ਉਹਦੇ ਬਾਰੇ ਨਹੀਂ ਪਤਾ, ਉਹਦੇ 'ਚ ਮੈਂ ਗਲਤ ਹਾਂ। ਪਰ ਜਿਹੜੇ ਫੀਲਡ 'ਚ ਮੈਂ ਰੋਜ਼ ਵਿਚਰ ਰਿਹਾ, ਮੈਨੂੰ ਇਹਦਾ ਤਾਂ ਕਣ ਦਾ ਪਤਾ ਹੈ। ਮੈਨੂੰ ਤਾਂ ਇਹ ਵੀ ਪਤਾ ਕਿ ਕਿੱਥੇ ਕਿਹੜਾ ਲੂਪਹੋਲ ਹੈ, ਕਿੱਥੇ ਕਿਹੜੀ ਦਵਾਈ ਹੈ, ਕਿੱਥੇ ਕਿਹੜੀ ਸੈਟਿੰਗ ਹੈ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਸੁਧਾਰ ਹੋ ਸਕਦਾ। ਮੈਨੂੰ ਤਾਂ ਡਿਟੇਲ 'ਚ ਇਹਨਾਂ ਚੀਜ਼ਾਂ ਬਾਰੇ ਪਤਾ। ਸੇਵਾ ਦੇ ਵਿੱਚ ਵਿਵਾਦ ਕਿਉਂ ਹੋ ਜਾਂਦੇ ਨੇ? ਦੱਸਿਆ ਤਾਂ ਤੁਸੀਂ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ, ਪਿੱਛੇ ਅੰਮ੍ਰਿਤਸਰ ਟੀਮ ਨਾਲ ਇੱਕ ਬੰਦੇ ਨਾਲ ਵਿਵਾਦ ਹੋ ਜਾਂਦਾ। ਚਲੋ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਵੀ ਗੱਲ ਪੁਰਾਣੀ ਹੋ ਗਈ, ਪਰ ਜ਼ਰੂਰੀ ਸੀ ਪੁੱਛਣੀ। ਕਿਸੇ ਨੇ ਪੁੱਛੀ ਨਹੀਂ, ਪਿਛਲੀ ਵਾਰੀ ਵੀ ਮੈਂ ਨਹੀਂ ਪੁੱਛੀ ਕਿਉਂਕਿ ਮੁੱਦਾ ਕੁਝ ਹੋਰ ਸੀ। ਵਿਵਾਦ ਕਿਉਂ ਹੋ ਜਾਂਦੇ? ਮੈਨੂੰ ਜੋ ਲੱਗਦਾ ਹੈ ਕਿ ਇਨਸਾਨ ਨੂੰ ਜਦੋਂ ਇਨਸਾਨ ਸਹੀ ਹੋਵੇ ਨਾ, ਉਹਨੂੰ ਜਵਾਬ ਨਹੀਂ ਦੇਣਾ ਚਾਹੀਦਾ, ਉਹਨੂੰ ਵਕਤ ਤੇ ਛੱਡ ਦੇਣਾ ਚਾਹੀਦਾ। ਤਾਂ ਵਕਤ ਬਹੁਤ ਕੁਝ ਦੱਸ ਵੀ ਗਿਆ। ਜਦੋਂ ਤੋਂ ਵਿਵਾਦ ਦੀ ਤੁਸੀਂ ਗੱਲ ਕਰ ਰਹੇ ਹੋ, ਵਿਵਾਦ ਤੋਂ ਲੈ ਕੇ ਅੱਜ ਤੱਕ ਤੁਸੀਂ ਜੋ ਵਕਤ ਨੇ ਦੱਸਿਆ ਉਹ ਚੈੱਕ ਕਰੋ ਕਿ ਕਿਉਂ ਵਿਵਾਦ ਹੋਇਆ ਸੀ, ਚੈੱਕ ਕਰੋ। ਉਸ ਸਮੇਂ ਤਾਂ ਤੁਸੀਂ ਕਾਫੀ ਜਵਾਬ ਦਿੱਤੇ ਸੀ। ਉਸ ਟਾਈਮ ਇੱਕ ਸਪਸ਼ਟੀਕਰਨ ਦੇਣਾ ਬੜਾ ਜ਼ਰੂਰੀ ਹੈ। ਜਿੱਦਾਂ ਅੱਜ ਤੁਸੀਂ ਡੇਲੀ ਪੋਸਟ ਨਾਲ ਜੁੜੇ ਹੋ, ਤਾਂ ਅੱਜ ਪੂਰੀ ਦੁਨੀਆ ਨੂੰ ਪਤਾ ਹੈ ਕਿ ਕੁੰਵਰ ਬਾਈ ਡੇਲੀ ਪੋਸਟ 'ਚ ਕੰਮ ਕਰਦਾ ਐਜ਼ ਅ ਜਰਨਲਿਸਟ। ਤਾਂ ਕੱਲ ਨੂੰ ਜੇ ਤੁਹਾਡਾ ਡੇਲੀ ਪੋਸਟ ਨਾਲ ਕੋਈ ਵਿਵਾਦ ਹੋ ਜਾਂਦਾ ਤਾਂ ਡੇਲੀ ਪੋਸਟ ਇੱਕ ਵਾਰੀ ਤਾਂ ਆਪਣੀ ਕਨਫਰਮੇਸ਼ਨ ਦੇਗਾ ਨਾ ਕਿ ਕੁੰਵਰ ਵੀਰਾ ਹੁਣ ਸਾਡੀ ਕੰਪਨੀ 'ਚ ਨਹੀਂ ਹੈ, ਕਿ ਕੱਲ ਨੂੰ ਕੋਈ ਮਿਸਹੈਪਨਿੰਗ ਹੁੰਦੀ। ਉਵੇਂ ਮੈਨੂੰ ਵੀ ਜਸਟੀਫਿਕੇਸ਼ਨ ਦੇਣੀ ਸੀ, ਪਰ ਇੰਨੀ ਡਿਟੇਲ 'ਚ ਨਹੀਂ ਮੈਂ ਜਾਣਾ ਸੀਗਾ ਕਿ ਕਿਉਂ। ਦੇਖੋ ਯਾਰ, ਬੜੀਆਂ ਟੀਮਾਂ ਜੁੜਦੀਆਂ, ਬੜੀਆਂ ਟੁੱਟਦੀਆਂ। ਇਹ ਕੰਮ ਕਰਨਾ ਕੁੰਵਰ ਵੀਰੇ ਸੌਖਾ ਨਹੀਂ। ਕੋਈ ਵੀ ਬੰਦਾ ਇਹਦੇ ਨਾਲ ਜੁੜਦਾ ਨਾ, ਚਾਅ 'ਚ ਜੁੜਦਾ, ਉਸ ਤੋਂ ਬਾਅਦ ਟੁੱਟਣ ਲਈ ਉਹਨੂੰ ਬਹਾਨਾ ਚਾਹੀਦਾ ਹੁੰਦਾ ਕਿ ਹਾਂ ਭਾਈ ਹੁਣ ਮੈਨੂੰ ਬਹਾਨਾ ਕੀ ਮਿਲੇ, ਮੈਂ ਇਹਦੇ ਨਾਲ ਟੁੱਟਾਂ। ਮੈਂ ਮੰਨਦਾ ਕਿ ਮੇਰੇ 'ਚ ਲੱਖ ਕਮੀਆਂ ਹੋਣਗੀਆਂ, ਪਰ ਇਹ ਸੇਵਾ ਦੇ ਵਿੱਚ ਤਾਂ ਕੋਈ ਕਮੀ ਨਹੀਂ। ਸੇਵਾ ਤਾਂ ਕੋਈ ਵੀ ਕਰ ਸਕਦਾ। ਸੇਵਾ 'ਚ ਤਾਂ ਕੋਈ ਇਹ ਹੈ ਨਹੀਂ ਕਿ ਤੁਸੀਂ ਇਸੇ ਬੈਨਰ ਹੇਠ ਹੀ ਕਰਨੀ ਆ। ਜਿਵੇਂ ਇੱਕ ਜ਼ਰੀਆ ਇੱਥੇ ਲੈ ਕੇ ਬੈਠੀ ਆ, ਤੁਸੀਂ ਉਹ ਨਾਲ ਉੱਥੇ ਕੁਰਸੀਆਂ ਡਾਲੋ, ਤੁਸੀਂ ਦੂਜੀ ਕਿਤੇ ਕੁਰਸੀਆਂ ਡਾਲੋ, ਜਿੱਥੇ ਮਰਜ਼ੀ ਕੁਰਸੀਆਂ ਡਾਈ ਚੱਲੋ। ਇਹਦਾ ਤਾਂ ਕੋਈ ਸੇਵਾ 'ਚ ਕੋਈ ਕੰਪੀਟੀਸ਼ਨ ਥੋੜ੍ਹੀ ਹੈ। ਹੁਣ ਵੀ ਮੈਂ ਵੀ ਤੁਹਾਡਾ ਇੰਟਰਵਿਊ ਕਰ ਰਿਹਾ, ਦੇਖੋ ਪੇਸ਼ੈਂਟ ਚੈੱਕ ਹੋ ਰਹੇ ਨੇ ਨਾ। ਹੁਣ ਉਹ ਮੇਰੇ ਦੋਨੋਂ ਰਿਸ਼ਤੇਦਾਰ ਤਾਂ ਨਹੀਂ ਆ, ਫੇਸਬੁੱਕ ਤੋਂ ਮਿਲੇ ਨੇ ਮੈਨੂੰ ਦੋਨੋਂ, ਅੱਜ ਜਾਨ ਤੋਂ ਪਿਆਰੇ ਨੇ, ਹੈ ਨਾ। ਮੇਰੇ ਬੰਦੇ ਤਾਂ ਨਹੀਂ ਹੈ ਨਾ, ਉਹ ਆਪਣੀ ਸੇਵਾ ਕਰ ਰਹੇ ਨੇ, ਡੋਨਰ ਬੈਠੇ ਨੇ, ਇਨਕੁਆਇਰੀਜ਼ ਹੋ ਰਹੀਆਂ। ਇਸ ਇੱਕ ਸਿਸਟਮ ਬਣ ਚੁੱਕਾ। ਹੁਣ ਜੇ ਸਿਸਟਮ ਦੇ ਵਿੱਚੋਂ ਮੈਂ ਇੱਕ ਬੰਦਾ ਫੜ ਲਾਂ ਜਿਹੜਾ NGO 'ਚ ਲੂਪਹੋਲ ਕਰ ਰਿਹਾ ਜਾਂ ਕੋਈ ਚਲਾਕੀ ਕਰ ਰਿਹਾ, ਤਾਂ ਮੈਨੂੰ ਕੀ ਕਰਨਾ ਚਾਹੀਦਾ? ਤੁਸੀਂ ਵੀ ਹੋ, ਤੁਸੀਂ ਵੀ ਕੱਲ੍ਹ ਨੂੰ ਇੱਕ NGO ਬਣਾਉਂਦੇ ਹੋ, ਤੁਹਾਡੇ NGO ਦੇ ਥੱਲੇ 10 ਬੰਦੇ ਤੁਹਾਡੇ ਨਾਲ ਜੁੜਦੇ ਨੇ, ਇੱਕ ਦੀ ਨੀਅਤ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ, ਤੇ ਤੁਸੀਂ ਕੀ ਕਰੋਗੇ? ਉਹਦਾ ਜਲੂਸ ਕੱਢ ਕੇ ਕੱਢੂਗੇ ਬਾਹਰ ਕਿ ਚੁੱਪਚਾਪ ਪਿੱਛੇ ਹਟ ਜਾਊਗੇ? ਸਮਝਦਾਰ ਬੰਦਾ ਚੁੱਪਚਾਪ ਪਿੱਛੇ ਹਟਦਾ, ਤੇ ਮੈਂ ਚੁੱਪਚਾਪ ਪਿੱਛੇ ਹਟ ਜਾਂਦਾ ਕਿ ਵਕਤ ਜਵਾਬ ਦੇਗਾ। ਤਾਂ ਵਕਤ ਜਵਾਬ ਦੇ ਰਿਹਾ, ਬੜਾ ਵਧੀਆ ਜਵਾਬ ਦੇ ਰਿਹਾ ਵਕਤ। ਇਸ ਤੋਂ ਵਧੀਆ ਜਵਾਬ ਸ਼ਾਇਦ ਮੈਂ ਵੀ ਨਹੀਂ ਦੇ ਸਕਦਾ ਸੀ। ਹਰ ਵਾਰੀ ਕਹਿੰਦੇ ਹੋ ਵੀ NGOs ਇਕੱਠੀਆਂ ਹੋਣ, ਲੁਧਿਆਣੇ ਦੇ ਵਿੱਚ ਕਾਫੀ NGOs ਨੇ, ਪੰਜਾਬ ਦੇ ਵਿੱਚ ਕਾਫੀ NGOs ਨੇ, ਹਰ ਵਾਰੀ ਕਹਿੰਦੇ ਹੋ, ਬੜੀ ਵਾਰੀ ਸੁਣਿਆ ਮੈਂ ਵੀ। ਕੀ ਗੱਲ ਇਕੱਠੀਆਂ ਨਹੀਂ ਹੋ ਰਹੀਆਂ? ਵੈਸੇ ਤਾਂ ਕਈ ਵਾਰੀ ਲਾਈਵ ਦੇ ਵਿੱਚ ਇਕੱਠੇ ਵੀ ਹੁੰਦੇ ਹੋ, ਕੀ ਗੱਲ ਹੋ ਨਹੀਂ ਪਾ ਰਹੀ? ਇਕੱਠੇ ਇਨ ਦਾ ਸੈਂਸ ਆਫ ਕੁੰਵਰ ਵੀਰੇ, ਮੇਰਾ ਇਕੱਠੇ ਕਹਿਣ ਦਾ ਮਕਸਦ ਇਹੀ ਹੁੰਦਾ ਕਿ ਇਕੱਠੇ ਹੋ ਕੇ ਨਾ, ਹਰ ਜਿਹੜੀ ਵੀ NGO ਮੈਡੀਕਲ ਫੀਲਡ 'ਚ ਕੰਮ ਕਰਦੀ ਹੈ ਉਹਨੂੰ ਸਰਕਾਰ ਦੀ ਸਹਾਇਤਾ ਲੈਣੀ ਚਾਹੀਦੀ ਹੈ। ਪਰ ਹਰ NGO ਇਹੀ ਕਹਿੰਦੀ ਹੈ ਕਿ ਦਾਨ ਆ ਰਿਹਾ, ਦਾਨ ਦੇਣ ਵਾਲੇ ਆ ਰਹੇ ਨੇ, ਤਾਂ ਅਸੀਂ ਸਰਕਾਰ ਦੇ ਤਲਵੇ ਕਿਉਂ ਝੱਟੀਏ? ਮੈਨੂੰ ਵੀ ਕਿਹਾ ਗਿਆ, ਮੈਂ ਜਿੰਨੇ ਵੀ ਆਪਣੇ ਤੋਂ ਵੱਡੀਆਂ ਸੰਸਥਾਵਾਂ ਕੋਲ ਬਹਿ ਕੇ ਸਲਾਹਾਂ ਲਿੱਤੀਆਂ,
ਕਿ ਯਾਰ ਇੱਦਾਂ। ਉਹ ਕਹਿੰਦੇ ਯਾਰ ਤੂੰ ਮੈਨੂੰ ਗੱਲ ਦੱਸ, ਤੂੰ ਰੋਜ਼ ਕਲਪਦਾ ਕਿਉਂ ਆ ਸਰਕਾਰੀ ਬਾਰੇ? ਤੂੰ ਆ ਬਾਪੂ ਨੂੰ ਕਿਉਂ ਫਰੀਦਕੋਟ ਭੇਜਿਆ? ਆ ਬਾਪੂ ਨੂੰ ਕਿਉਂ ਪੀਜੇ ਭੇਜਿਆ? ਤੇਰੇ ਕੋਲ ਡੋਨਰ ਹੈਗੇ ਨੇ? ਮੈਨੂੰ ਵੀ ਲੋਕੀ ਪੁੱਛਦੇ ਜਦੋਂ ਮੈਂ ਇੰਟਰਵਿਊ ਕਰਦਾ, ਅਨਮੋਲ ਕਲਪਦਾ ਕਿਉਂ ਆ? ਅੱਜ ਚਲੋ ਘੱਟ ਕਲਪ ਰਹੇ ਹੋ। ਬਾਈ ਕਲਪਨ ਦਾ ਸੈਂਸ ਇਸ ਕਿ ਯਾਰ ਇੱਥੇ ਮਰੀਜ਼ ਬੈਠੇ ਨੇ 50, ਇਹ 50ਵਾਂ ਦਾ ਟ੍ਰੀਟਮੈਂਟ ਜੇ ਮੈਂ ਪ੍ਰਾਈਵੇਟ ਚੋਂ ਕਰਾਵਾਂ, ਮੇਰੀ ਐਨਜੀਓ ਨਹੀਂ ਅਫੋਰਡ ਕਰਦੀ। ਅਫੋਰਡ ਕਰਦੀ ਵੀ ਹੋਵੇ, ਦਾਨ ਦਾ ਪੈਸਾ ਹਰਾਮ ਦਾ ਥੋੜੀ ਹੁੰਦਾ। ਜੇ ਦਾਨ ਕੋਈ ਤੁਹਾਨੂੰ ਦੇ ਰਿਹਾ, ਉਹ ਦਾਨ ਨੂੰ ਬੜੀ ਸਮਝਦਾਰੀ ਨਾਲ ਲਾਣਾ, ਇਹ ਬੜੀ ਵੱਡੀ ਜ਼ਿੰਮੇਵਾਰੀ ਹੈ। ਜੇ ਮੈਨੂੰ ਪਤਾ ਹੈ ਕਿ ਮੈਂ ਇੱਕ ਆਪਰੇਸ਼ਨ ਅੱਜ 50,000 ਦਾ ਕਰਾ ਰਿਹਾ, ਇਹ ਪੀਜੀਆਈ ਚੋਂ 20,000 ਦਾ ਹੋ ਸਕਦਾ। ਜੇ ਮੈਂ ਨਹੀਂ ਕਰਾ ਰਿਹਾ ਤਾਂ ਮੈਨੂੰ ਪਾਪ ਲੱਗੇਗਾ ਕਿ ਨਹੀਂ ਲੱਗੇਗਾ? ਪਰ ਇੱਕ ਪਾਸੇ ਕਹਿੰਦੇ ਉਹ ਸਿਸਟਮ ਨਹੀਂ ਸਹੀ, ਦੂਜੇ ਪਾਸੇ ਉਹਨਾਂ ਹਸਪਤਾਲਾਂ 'ਚ ਭੇਜਦੇ ਹੋ, ਉਹਨਾਂ ਨਾਲ ਹੀ ਲੜਾਈ ਹੁੰਦੀ ਹੈ। ਬਾਈ ਗੱਲ ਉਹੀ ਆ ਗਈ ਨਾ, ਹੁਣ ਡਾਕਟਰਾਂ ਦਾ ਬਾਈਕਾਟ ਕਰਕੇ ਤੁਸੀਂ ਸਮਾਜ 'ਚ ਰਹਿ ਸਕਦੇ ਹੋ? ਅੱਜ ਆਪਾਂ ਕਹੀਏ ਜਿੱਦਾਂ ਮੰਤਰੀ ਸਾਹਿਬ ਕਹਿ ਰਹੇ ਨੇ, ਅੱਧਾ ਪੱਖ ਡਾਕਟਰਾਂ ਵੱਲ ਹੈ, ਅੱਧਾ ਪੱਖ ਮੰਤਰੀਆਂ ਵੱਲ ਹੈ। ਡਾਕਟਰਾਂ ਤੋਂ ਬਿਨਾਂ ਸਮਾਜ ਚੱਲ ਸਕਦਾ? ਚੱਲਣਾ ਤਾਂ ਉਹਨਾਂ ਦੇ ਨਾਲ ਹੀ ਪੈਣਾ ਨਾ। ਜੇ ਮੈਂ ਰੋਜ਼ ਸਿਸਟਮ ਦੇ ਖਿਲਾਫ ਬੋਲਦਾ ਤੇ ਉਹਨਾਂ ਨੂੰ ਇਹ ਨਹੀਂ ਦਿਖਦਾ, ਕੰਮ ਵੀ ਤਾਂ ਫਿਰ ਸਿਸਟਮ ਤੋਂ ਹੀ ਕਰਾ ਰਿਹਾ, ਬੈਠਾ ਵੀ ਤਾਂ ਸਿਸਟਮ ਨਾਲ ਹੀ ਆ। ਇਹ ਤਾਂ ਨਹੀਂ ਭੰਡ ਕੇ ਘਰੇ ਬਹਿ ਗਿਆ ਜਾਂ ਘਰੇ ਬਹਿ ਕੇ ਲਾਈਵ ਹੋ ਗਿਆ। ਜੇ ਰੋਜ਼ ਪੀਜੀਆਈ ਫਰੀਦਕੋਟ ਲੁਧਿਆਣੇ ਸਿਵਲ ਬਾਰੇ 2-4 ਗੱਲਾਂ ਕਹਿ ਵੀ ਦਿੰਨਾ, ਜਦੋਂ ਇਲਾਜ ਕਰਦੇ ਨੇ ਉਦੋਂ ਇਹਨਾਂ ਦੇ ਤਾਰੀਫਾਂ ਦੇ ਫੁੱਲ ਵੀ ਤਾਂ ਬੰਦਾ, ਇਹਨਾਂ ਦੀ ਤਾਰੀਫਾਂ ਵੀ ਤਾਂ ਫਿਰ ਇੰਨੀਆਂ ਹੀ ਕਰਦਾ। ਇਹਨਾਂ ਨੂੰ ਵੀ ਪੁੱਛ ਲੈਂਦੇ ਜਿਹੜੇ ਬਾਕੀ ਵੀਡੀਓ ਵੀ ਲੰਬੀ ਹੋ ਗਈ। ਹਾਂ ਮਾਤਾ ਬਿਲਕੁਲ ਸਾਰਿਆਂ ਨੂੰ ਪੁੱਛੋ ਜੀ ਵੀ ਮਾੜਾ ਇਹ ਗੱਲ ਬਾਕੀ, ਕਿਉਂਕਿ ਇਹ ਲੋਕ ਨਾ ਕਹਿਣ ਵੀ 4-5 ਨਾਲ ਗੱਲ ਕਰ ਲਈ ਬਸ। ਸੇਵਾ ਹੋ ਰਹੀ ਹੈ ਇੱਥੇ, ਡੀਲ ਵਧੀਆ ਕਰਦੇ ਆ ਲੋਕੀ ਕਹਿੰਦੇ ਆ ਵੀ ਅਨਮੋਲ ਬੋਲਦਾ ਬੜਾ, ਕਈ ਵਾਰੀ ਜ਼ਿਆਦਾ ਮਰੀਜ਼ਾਂ ਨੂੰ ਬੋਲ ਕੇ ਭਜਾ ਵੀ ਦਿੰਦਾ। ਵੀ ਬੜੇ ਬੋਲਦੇ ਆ ਪਰ ਬੋਲਣ ਵਾਲੇ ਸੱਚੇ ਹੁੰਦੇ। ਇਹ ਬਹੁਤ ਭਾਜੀ ਚੰਗੇ ਆ, ਬਹੁਤ ਨੇਕ ਆ। ਮੈਂ ਇਹਨਾਂ ਦੇ ਕੋਲ 4-5 ਦਿਨ ਪਹਿਲਾਂ ਆਈ ਸੀ ਬੇਟੇ ਗੁਆਂਢੀਆਂ ਦੇ ਨਾਲ। ਮੈਂ 2 ਮਹੀਨੇ ਤੋਂ ਇਹਨਾਂ ਦੇ ਕੋਲ ਆਉਣ ਨੂੰ ਬਹੁਤ ਤੜਫਦੀ ਸੀਗੀ, ਪਰ ਮੇਰੇ ਕੋਲ ਆਇਆ ਨਹੀਂ ਸੀ ਜਾਂਦਾ ਕਿਉਂਕਿ ਮੇਰੇ ਨਾ ਅੱਖਾਂ ਦੇ ਆਪਰੇਸ਼ਨ ਪਿੱਛੇ ਹੋਏ ਆ, ਅੱਖਾਂ ਦੇ ਆਪਰੇਸ਼ਨ ਮੇਰੇ, ਤਾਂ ਮੈਂ ਆ ਨਹੀਂ ਸਕਦੀ ਸੀ, ਬਹੁਤ ਪ੍ਰੋਬਲਮ ਸੀਗੀ। ਤੇ ਮੈਂ ਸ਼ੁਕਰੀਆ ਕਰਨ ਆਏ ਨੇ ਇਕੱਲਾ, ਇਹਨਾਂ ਨੇ ਹੁਣੇ ਮੈਨੂੰ ਉੱਠ ਕੇ ਬੁਲਾਇਆ। ਸੌਰੀ ਵਿੱਚ ਇੰਟਰਰਪਟ ਕੀਤਾ ਤੁਹਾਨੂੰ। ਤੇ ਉਹਨਾਂ ਨੇ ਉਂਗਲੀ ਦਾ ਇਲਾਜ ਕਰਾਇਆ ਸੀ ਨਾ, ਉਹ ਬਹੁਤ ਵਧੀਆ ਹੋ ਗਿਆ। ਬਾਪੂ ਜੀ ਇਹਨਾਂ ਨੂੰ ਉਹਨਾਂ ਦੀ ਉਂਗਲੀ ਸੁੱਕ ਗਈ ਸ਼ੂਗਰ ਕਰਕੇ। ਤੇ ਜਗਤਾਰ ਮੈਡੀਕਲ ਸਟੋਰ ਹੈਗਾ ਨਾ ਹਸਪਤਾਲ, ਉੱਥੇ ਇਹਨਾਂ ਨੇ ਉਹਨਾਂ ਦਾ ਇਲਾਜ ਕਰਾਇਆ ਸੀਗਾ। ਉਂਗਲੀ ਕੱਟਦੀ ਜਾ ਰਹੀ ਸੀ, ਕੱਟਦੀ ਬਿਲਕੁਲ ਕਾਲੀ ਹੋ ਗਈ ਸੀ। ਜੇ ਇਲਾਜ ਨਾ ਹੁੰਦਾ ਤਾਂ ਸ਼ਾਇਦ ਹੱਥ ਘਟਾਉਣਾ ਪੈਣਾ। ਤੇ ਉਦੋਂ ਪਹਿਲਾਂ ਸਾਨੂੰ ਇਹਨਾਂ ਦਾ ਪਤਾ ਹੈ ਨਹੀਂ ਸੀਗਾ, ਕਿਸੇ ਨੇ ਦੱਸਿਆ ਸੀ ਤਾਂ ਅਸੀਂ ਇਹਨਾਂ ਕੋਲ ਆਏ ਸੀ। ਤੇ ਅੱਜ ਮੈਂ ਫਿਰ ਦੇਖਦੇ ਨਹੀਂ ਸੀ ਹਾਂਜੀ ਫੇਸਬੁੱਕ ਤੇ ਦੇਖਦੇ ਸੀ। ਫੇਸਬੁੱਕ ਸਾਡੇ ਕੋਲ ਫੋਨ ਦੂਜਾ ਵਾ। ਹਾਂਜੀ ਤੇ ਕੋਈ ਪੈਸੇ ਲੱਗੇ ਬਾਪੂ ਜੀ ਤੁਹਾਡੇ ਇੱਥੇ? ਵਧੀਆ ਫ੍ਰੀ ਇੱਕ ਇਲਾਜ? ਪੈਸਾ ਨਹੀਂ ਲੱਗਿਆ। 3-4 ਹਸਪਤਾਲਾਂ ਚੋਂ ਚੈੱਕ ਕਰਾ ਕੇ ਉਹਦੀ ਉਂਗਲੀ ਫਿਰ ਉਹਦਾ ਉੱਥੇ ਆਪਰੇਸ਼ਨ ਕਰਵਾਇਆ ਸੀ। ਕੀਤਾ ਵਧੀਆ ਡੀਲ ਕੀਤਾ। ਬਹੁਤ ਵਧੀਆ ਕੀਤਾ ਤੇ ਸਾਡੇ ਵਾਸਤੇ ਰੱਬ ਨੇ। ਨਹੀਂ ਬਾਪੂ ਜੀ ਤੁਸੀਂ ਆਸ਼ੀਰਵਾਦ ਦਿਓ, ਤੁਹਾਡਾ ਆਸ਼ੀਰਵਾਦ ਮਿਲਦਾ ਰਹੇ। ਕਹਿਣ ਦਾ ਮਤਲਬ ਕਿ ਰੱਬ ਦਾ ਪਤਾ ਨਹੀਂ ਕਿਹਦੇ ਵਿੱਚ ਦੀ ਹੋ ਕੇ ਸਾਨੂੰ ਮਿਲਣਾ। ਇਨਸਾਨ ਜੀ ਹੈ ਬਾਪੂ ਜੀ, ਸਾਰਿਆਂ 'ਚ ਹੀ ਪਰਮਾਤਮਾ। ਬਸ ਮੈਂ ਸ਼ੁਕਰੀਆ ਕਰਨ ਵਾਸਤੇ ਆਇਆ ਸੀ। ਇਹ ਸਾਡੇ ਲਈ ਕਿੰਨੀ ਪ੍ਰਾਊਡ ਮੂਮੈਂਟ ਹੈ। ਸਾਨੂੰ ਵੈਸੇ ਕੋਈ ਪੇਸ਼ੈਂਟ ਥੈਂਕ ਯੂ ਕਰਨ ਨਹੀਂ ਆਉਂਦਾ, ਪਰ ਆ ਬਾਪੂ ਜੀ ਨੇ ਜੋ ਸਾਡਾ ਹੌਸਲਾ ਵਧਾਇਆ ਨਾ। ਸਾਨੂੰ ਜੁੱਤੀਆਂ ਲੈ ਕੇ ਦਿੱਤੀਆਂ, ਸਾਡੇ ਪੈਰ ਨੰਗੇ ਸੀਗੇ ਸਰਦੀਆਂ ਦੇ ਟਾਈਮ 'ਚ। ਅਸੀਂ ਆਏ ਸੀ ਇਹਨਾਂ ਕੋਲ ਗੁਰੂ ਨਾਨਕ ਚੈਰੀਟੇਬਲ ਹਸਪਤਾਲ 'ਚ। ਸੁਣ ਰਹੇ ਹੋ? ਦੇ ਟਾਈਮ 'ਚ ਤੇ ਅੱਜ ਧੰਨਵਾਦ ਬਾਈ ਕਰਾਂ। 7 ਸਾਲਾਂ 'ਚ 7 ਸਰਦੀਆਂ ਨਿਕਲ ਦੋ ਗਈਆਂ। ਵਾਰੀ ਫਿਰ ਆ ਚੁੱਕੇ ਆ, ਅੱਜ ਫਿਰ ਇਹ ਆਏ। ਤਾਂ ਅੱਜ ਕੁਦਰਤੀ ਬਾਪੂ ਜੀ ਦੂਜੀ ਤੀਜੀ ਵਾਰੀ ਆ ਗਏ ਹੋਣੇ। ਤੇ ਕਿੰਨੀਆਂ 7 ਸਾਲਾਂ 'ਚ ਕਿੰਨੀਆਂ ਸਰਦੀਆਂ ਤੇ ਕਿੰਨੀਆਂ ਗਰਮੀਆਂ ਤੇ ਕਿੰਨੀਆਂ ਬਾਰਿਸ਼ਾਂ ਹੰਡਾਤੀਆਂ ਬਾਈ। ਬਾਲ ਚਿੱਟੇ ਨਹੀਂ ਹੋਏ, ਕਿਉਂਕਿ ਸਾਡੇ ਇੱਥੇ ਸਮਾਜ 'ਚ ਇੱਕ ਰੂਲ ਹੈ, ਜਦੋਂ ਤੱਕ ਤੁਸੀਂ ਬਜ਼ੁਰਗ ਨਹੀਂ ਨਾ ਹੁੰਦੇ ਤੁਹਾਡੀ ਗੱਲ ਨੂੰ ਸਮਝਦਾਰੀ ਨਾਲ ਨਹੀਂ ਲਿੱਤਾ ਜਾਂਦਾ। ਉਹਨੂੰ ਕਹਿੰਦੇ ਨਹੀਂ ਉਹ ਤਾਂ ਜਵਾਨ ਜਿਹਾ ਮੁੰਡਾ, ਇੱਕ ਦੀ ਸਲਾਹ ਵਧੀਆ ਦੇ ਦੇਗਾ। ਪਰ ਮੈਂ ਆਡੀਅנס ਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਉਮਰ ਦੇ ਨਾਲ ਨਹੀਂ, ਉਹਦੇ ਤਜਰਬੇ ਨਾਲ ਜੱਜ ਕੀਤਾ ਜਾਂਦਾ। ਕਈ ਵਾਰ ਛੋਟਾ ਜਵਾਕ ਵੀ ਬੜੀ ਵੱਡੀ ਗੱਲ ਸਿਖਾ ਜਾਂਦਾ, ਔਰ ਕਈ ਵਾਰ ਤੁਹਾਨੂੰ ਬਹੁਤ ਵੱਡਾ ਬੰਦਾ ਉਮਰ ਦਾ ਵੀ ਕੋਈ ਚੱਜ ਦੀ ਗੱਲ ਨਹੀਂ ਸਿਖਾ ਸਕਦਾ। ਹੁਣ ਆ ਬੱਚੇ ਨੂੰ ਪੁੱਛੋ, ਇਹ ਫਾਦਰ ਨੂੰ ਪੁੱਛੋ, ਇਹ ਕੀ ਸੀਗਾ ਕੇਸ? ਮੈਂ ਦੇਖ ਵੀ ਰਿਹਾ ਸੀ ਮੁੰਡੇ ਨੇ ਆ ਕੇ ਸਿੱਧਾ ਮੈਰੀ ਫੋਨਾ ਕੀਤਾ। ਕੇਸ ਕੀ ਸੀ? मेरे बेटे को 2012 में कैंसर हुआ था, जिसमें कि मैं काफ़ी हाँ छोटे बच्चे ਨੂੰ 2012 में मारुति नाम है इसका, ठीक है। तो ਮਾਰੂਤੀ ਮੇਰੇ ਖਿਆਲ ਬਜਰੰਗ ਬਲੀ ਨੂੰ ਕਿਹਾ ਜਾਂਦਾ ਨਾ। हाँ जी। तो मैं फिर पहला स्टेट पे फोर्टिस में इलाज कराया, SI के थ्रू में चलता था कार्ड इंश्योरेंस पे। फिर उसके बाद फिर दूसरे स्टेट पे आ गया, फिर तीसरे स्टेट पे आ गया कैंसर। उसके बाद डॉक्टर ने सलाह दिया कि बोन मैरो ट्रांसप्लांट कराने को। इतने पैसे हम लोग के पास नहीं था जो कि हम बोन मैरो ट्रांसप्लांट करा सकते, लेकिन मैं सबसे पहले ये टीम का बहुत बहुत शुक्रिया अदा करना चाहूँगा। जो मैं शुक्रिया अदा करने के लिए ही मैं खास करके आज आया हूँ। इस टीम का बहुत शुक्रिया अदा करना जो कि अनमोल जी के वजह से आज मेरा बेटा यहाँ पे खड़ा है। मैं अनमोल जी के लिए ताली बजाना चाहता हूँ, ठीक है। इन्होंने 70,000 रुपये का योगदान हम अपने डोनर की तरफ से करवाया, और हमने काफ़ी 5-5 ਦੀ ਕਰਦੇ ਆ। और हमने काफ़ी और भी मदद मांगे। 2.5 लाख रुपए मैं अपना लगा के और 6.5 लाख रुपए 10 लाख रुपए मैं इसका ट्रांसप्लांट करा के जो अस्पताल हॉस्पिटल से यहाँ पे आया हूँ।
शुक्रिया था। ਚੁੱਪ ਕਰਾਤਾ, ਮੈਂ ਬੜੇ ਸਵਾਲ ਪੁੱਛਣੇ ਸੀ। ਕੁਵਰ ਵੀਰੇ ਗੱਲ ਦੱਸੋ। ਚੁੱਪ ਕਰਾਤਾ, ਮੈਂ ਸੱਚੀ ਬੜੇ ਸਵਾਲ ਸੋਚ ਕੇ ਆਇਆ। ਦੇਖੋ ਚੁੱਪ ਦੀ ਨਹੀਂ ਗੱਲ, ਆਪਾਂ ਹਮੇਸ਼ਾ ਇੰਟਰਵਿਊ ਇੱਥੇ ਕਿਉਂ ਕਰਦੇ ਹਾਂ? ਮੈਂ ਇਕੱਲੇ ਬਹਿ ਕੇ ਕੈਬਿਨ 'ਚ ਇੰਟਰਵਿਊ ਨਹੀਂ ਕਰ ਸਕਦਾ, ਵਧੀਆ ਕਰ ਸਕਦਾ ਨਾ, ਉਦੋਂ ਮਾਈਂਡ ਰਿਲੈਕਸ ਹੁੰਦਾ। ਨਹੀਂ ਗਰਮੀ 'ਚ ਮੱਛਰ ਦੇਖੋ ਅਜੇ ਵੀ ਖਾ ਰਹੇ ਨੇ। ਗੱਲ ਪਤਾ ਕੀ ਹੈ, ਤੁਸੀਂ ਵੀ ਬਹੁਤ ਸਾਲਾਂ ਤੋਂ ਮੇਰੇ ਨਾਲ ਜੁੜੇ ਹੋ ਨਾ, ਤੁਸੀਂ ਵੀ ਇੱਥੇ ਪੇਸ਼ੈਂਟਾਂ ਦੀ ਸੇਵਾ ਕਰਕੇ ਜਾਂਦੇ ਹੋ। ਚਲੋ ਸੌਰੀ ਮੈਂ ਔਨ ਕੈਮਰਾ ਦੱਸ ਰਿਹਾ, ਇਹ ਬਾਈ ਵੀ ਕੈਮਰਾ ਬੰਦ ਕਰਕੇ ਬੜੇ ਪੇਸ਼ੈਂਟਾਂ ਦੀ ਹੈਲਪ ਕਰਦਾ, ਕਿਉਂਕਿ ਭਰਾ ਹੈ ਸਾਡਾ। ਪਰ ਔਨ ਕੈਮਰਾ ਭਰਾ ਨਹੀਂ ਹੁੰਦਾ, ਔਨ ਕੈਮਰਾ ਹੀ ਇਜ਼ ਅ ਜਰਨਲਿਸਟ, ਉਹਨੇ ਸਵਾਲ ਪੁੱਛਣੇ ਹੀ ਪੁੱਛਣੇ ਨੇ। ਝੂਠ ਨਹੀਂ ਬੋਲ, ਨਹੀਂ ਮੈਂ ਝੂਠ ਨਹੀਂ ਬੋਲਣਾ, ਵੈਸੇ ਚਲੋ ਕੀਤੀ ਹੈ ਤੁਹਾਡੇ ਨਾਲ, ਸ਼ਾਇਦ ਮੈਨੂੰ ਯਾਦ ਨਹੀਂ ਵੀ ਕੀਤੀ ਹੋਵੇ ਨਾ ਕੀਤੀ ਹੋਵੇ। ਕਈ ਵਾਰੀ ਕੁੰਵਰ ਵੀਰਾ ਵੀ ਗਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਬਾਈ ਇੰਟਰਵਿਊ 'ਚ ਹੋਣਾ ਪੈਂਦਾ। ਹੁਣ ਇਹ ਮੈਂ ਗੱਲ ਕਰ ਰਿਹਾ ਸੀ ਕੁੰਵਰ ਵੀਰੇ, ਤੁਹਾਨੂੰ ਲੱਗਦਾ ਕਿ ਨੈਗੇਟਿਵਿਟੀ ਦੁਨੀਆ ਦੀ ਕਿੱਡੀ ਕੁ ਵੱਡੀ ਹੋਊਗੀ ਇਹਨਾਂ ਦੀ ਦੁਆਵਾਂ ਤੋਂ ਅੱਗੇ ਤਾਂ ਨਹੀਂ? ਆ ਮਠਾਈ ਦਾ ਡੱਬਾ ਲੈ ਕੇ ਆਇਆ ਥੈਂਕ ਯੂ ਵਾਸਤੇ, ਜਿਹੜੀ ਚਲੋ ਹੈਲਪ ਗੁਰਸਾਹਿਬ ਨੇ ਕੀਤੀ। 70,000 ਰੁਪਏ ਇਹਨਾਂ ਨੂੰ ਡੋਨਰਾਂ ਨੇ ਦਿੱਤਾ, ਮੈਂ ਨਹੀਂ ਦਿੱਤਾ। ਪਰ ਗੱਲ ਉਹੀ ਆ ਗਈ ਨਾ, ਇੱਕ ਜ਼ਰੀਆ ਟੀਮ ਬਣੀ। ਜਿਹੜੀ ਇਹ ਦੁਆਵਾਂ ਹੈ ਜਾਂ ਉਹ ਬਾਪੂ ਜੀ ਦੀ ਦੁਆਵਾਂ ਹੈ, ਉਹ ਦੁਨੀਆ 'ਚ ਕਿਸੇ ਵੀ ਨੈਗੇਟਿਵਿਟੀ ਤੋਂ ਛੋਟੀਆਂ ਕਿ ਵੱਡੀਆਂ, ਬਹੁਤ ਵੱਡੀਆਂ। ਤਾਂ ਮੈਨੂੰ ਇਹ ਹਿੱਲਣ ਦੇਣਗੀਆਂ ਕਿਤੇ? ਦੱਸੋ। ਇਹਨਾਂ ਦੀ ਜਿਹੜੀਆਂ ਦੁਆਵਾਂ ਨੇ ਨਾ, ਜਿਨ੍ਹਾਂ ਦਾ ਇਲਾਜ ਹੋ ਰਿਹਾ, ਲੈ ਭਾਈ ਸਭ ਕੋ ਮੂੰਹ ਮਿੱਠਾ ਕਰਵਾ ਦੇ। ਠੀਕ ਹੈ ਹੁਣ ਬਿਲਕੁਲ ਠੀਕ ਹੈ। हाँ जी ठीक है। ਲਓ ਜੀ, ਇਹ ਬੱਚੇ ਵਾਸਤੇ ਨਾ ਮੈਂ ਉੱਥੇ ਬਹਿ ਕੇ ਵੀਡੀਓ ਵੀ ਪਾਈ। ਲੈ ਬੇਟਾ ਸਭ ਕੋ ਮੂੰਹ ਮਿੱਠਾ ਕਰਵਾ ਦੇ। ਲਓ ਭਾਈ, ਇੱਕੋ ਬੇਟਾ ਉਹਨਾਂ ਦਾ ਮਰੂਤੀ। ਮਤਲਬ ਹੁਣ ਇਹ ਵੀ ਤੁਹਾਡੇ ਸਾਹਮਣੇ ਮੈਂ ਹੁਣੀ ਦੇਖਿਆ, ਮੈਨੂੰ ਵੀ ਨਹੀਂ ਪਤਾ ਸੀ ਬੈਠੇ ਨੇ, ਮੈਨੂੰ ਬਾਪੂ ਜੀ ਦਾ ਵੀ ਨਹੀਂ ਪਤਾ ਸੀ। ਮੈਨੂੰ ਪਰਮਾਤਮਾ ਕਸਮ, ਮੈਨੂੰ ਨਾ ਇਹਨਾਂ ਬਾਰੇ ਪਤਾ ਸੀ ਨਾ ਇਹਨਾਂ ਬਾਰੇ ਪਤਾ ਸੀ, ਨਾ ਇੱਥੇ ਬੈਠੇ ਕਿਸੇ ਹੋਰ ਬੰਦੇ ਬਾਰੇ ਪਤਾ। ਇਹਨਾਂ ਦਾ ਵੀ ਬੱਚਾ ਕੱਲ ਆਇਆ ਸੀ, ਵੈਸੇ ਉਹ ਵੀ ਪੂਰਾ 100% ਹੈਂਡੀਕੈਪਡ ਹੈ। ਇਹਨਾਂ ਨੂੰ ਪੁੱਛੋ ਅਸੀਂ ਕੱਲ ਕੀ ਸਮਝਾ ਕੇ ਭੇਜਿਆ। ਮਤਲਬ ਮੈਂ ਕੁੰਵਰ ਵੀਰੇ ਦਿਲੋਂ ਦੱਸਾਂ, ਮੈਨੂੰ ਨਹੀਂ ਪਤਾ ਇਹ ਗੱਲ ਕਹਿਣੀ ਚਾਹੀਦੀ ਕਿ ਨਹੀਂ ਕਹਿਣੀ ਚਾਹੀਦੀ, ਬਟ ਇਸ ਉਮਰ ਦੇ ਵਿੱਚ, ਇਸ ਸਟੇਜ 'ਤੇ, ਇਸ ਮੌਕੇ 'ਤੇ ਮੈਨੂੰ ਲੱਗਦਾ ਕਿ ਮੈਂ, ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਇੱਕ ਬੜੇ ਵੱਡੇ ਰਾਈਟਰ ਨੇ ਇੱਕ ਗੱਲ ਕਹੀ ਸੀ, ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ, ਇੰਗਲਿਸ਼ ਰਾਈਟਰ ਸੀ ਬਰੋਡ ਦੇ। ਉਹਨਾਂ ਨੇ ਕਿਹਾ ਸੀਗਾ ਕਿ ਚਨੱਕਿਆ ਨੇ ਕਹੀ ਸੀ, ਚਨੱਕਿਆ ਨੇ ਜਿਨ੍ਹਾਂ ਨੇ ਇੰਗਲਿਸ਼ ਦੇ ਕਹਿੰਦੇ ਸੀ, ਹੁਣ ਇਹ ਹਿੰਦੀ ਦੇ। ਜਿਹੜੇ ਚਨੱਕਿਆ ਜੀ ਨੇ ਉਹ ਇੰਗਲਿਸ਼ ਤੋਂ ਵੀ ਉੱਤੇ ਨੇ, ਉਹਨਾਂ ਨੇ ਭਾਰਤ ਦਾ ਨਿਰਮਾਣ ਕੀਤਾ ਸੀ। ਉਹਨਾਂ ਨੇ, ਉਹ ਕਿੰਗ ਮੇਕਰ ਸੀ, ਉਹਨਾਂ ਨੇ ਚੰਦਰਗੁਪਤ ਮੌਰਿਆ ਵਰਗੇ ਕਿੰਗ ਬਣਾਏ ਸੀ। ਉਹ ਤਾਂ ਗੋਰਿਆਂ ਤੋਂ ਬਹੁਤ ਅੱਗੇ ਸੀਗੇ। 20 ਕਿਤਾਬਾਂ ਉਹਨਾਂ ਦੇ ਉੱਤੇ, ਹਾਂ ਉਹ ਸੀ, ਉਹ ਤਾਂ ਗੋਰਿਆਂ ਤੋਂ ਤਾਂ ਛੱਡੋ, ਉਹ ਤਾਂ ਕਿਤੇ ਉੱਤੇ ਸੀ। ਮੈਂ ਵੀ ਉਹਨਾਂ ਬਾਰੇ ਅੱਜ ਪੜ੍ਹਨਾ ਸ਼ੁਰੂ ਕੀਤਾ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਉਹਨਾਂ ਨੇ ਮੌਤ ਆਪਣੀ ਮੰਗੀ ਸੀ ਰੱਬ ਕੋਲੋਂ, ਉਹਨਾਂ ਨੂੰ ਮੌਤ ਆਈ ਨਹੀਂ ਸੀ, ਉਹਨਾਂ ਨੇ ਮੰਗੀ ਸੀ। ਜਿਹੜਾ ਡੈਥ ਬੈੱਡ 'ਤੇ ਇਹ ਕਹਿ ਦੇਵੇ ਨਾ ਕਿ ਆਮ ਸੈਟਿਸਫਾਈਡ, ਮੈਂ ਚੱਲਾਂ, ਉਹ ਬੰਦਾ ਜ਼ਿੰਦਗੀ 'ਚ ਸਫਲ ਹੋ ਕੇ ਜਾਂਦਾ, ਅਤੇ ਉਹਦਾ ਮਰਨ ਸਫਲ ਹੁੰਦਾ। ਸੌਰੀ ਟੂ ਸੇ ਮੈਂ ਅੱਜ ਕੱਲ੍ਹ ਕਹਿ ਰਿਹਾ, ਮੇਰਾ ਅੱਜ ਦੀ ਡੇਟ 'ਚ ਕਹਿਣਾ ਕਿ ਮੈਂ ਜ਼ਿੰਦਗੀ ਜੀ ਚੁੱਕਾ। ਜੋ ਮੈਂ ਕਰਨ ਆਇਆ ਸੀ, ਜਿੰਨਾ ਕੁ ਗੁਰਸਾਹਿਬ ਨੇ ਮੇਰੇ ਹੱਥੋਂ ਕਰਾ ਲਿਆ ਐਟ ਦ ਏਜ ਆਫ 26, ਹੈ ਨਾ, ਮੈਂ 26 ਸਾਲ ਦਾ ਅੱਜ, 96 ਦਾ ਬੋਰਨ ਆ। ਜੋ ਹੋ ਚੁੱਕਾ, ਜੋ ਪਰਮਾਤਮਾ ਇਸ ਟੀਮ ਕੋਲੋਂ ਕਰਾ ਚੁੱਕਾ, ਅੱਜ ਵੀ ਰੱਬ ਬੁਲਾ ਲਵੇ ਕੋਈ ਗਮ ਨਹੀਂ। ਸੋਚੋ ਮੈਂ ਕਿੱਡੀ ਸੈਟਿਸਫੈਕਸ਼ਨ 'ਤੇ ਬੈਠਾ ਹੋਊਂਗਾ, ਕਿਉਂਕਿ ਜਿਹੜੀਆਂ ਦੁਆਵਾਂ, ਜਿਹੜੀਆਂ ਬਲੈਸਿੰਗਸ ਰੋਜ਼ ਮੈਂ ਆਮਣੇ ਸਾਹਮਣੇ ਲੈਣਾ, ਹੈ ਨਾ, ਜੋ ਢਿੱਡੋਂ ਮਾਵਾਂ ਦੁਆਵਾਂ ਦੇ ਕੇ ਜਾਂਦੀਆਂ, ਤੁਸੀਂ ਫੀਲ ਕਰਦੇ ਹੋ, ਉਹਨੂੰ ਦੇਖ ਕੇ ਲੱਗਦਾ ਸਫਲ ਹੋ ਗਿਆ ਜੀਣਾ, ਕੋਈ ਮਕਸਦ ਨਹੀਂ ਰਹਿ ਗਿਆ। ਮੇਰੇ ਮਾਂ-ਬਾਪ ਮੇਰੇ ਤੋਂ ਖੁਸ਼ ਨੇ, ਮੇਰੇ ਯਾਰ ਮੇਰੇ ਤੋਂ ਖੁਸ਼ ਨੇ। ਗੁਰਸਾਹਿਬ ਦੀ ਬਾਣੀ 'ਚ ਸਿਖਾਇਆ ਜਾਂਦਾ ਇਨਸਾਨੀਅਤ ਦੀ ਸੇਵਾ, ਅਤੇ ਇਹ ਸਿਖਾਇਆ ਜਾਂਦਾ ਕਿ ਟਾਈਮ ਕਿਸੇ ਦਾ ਵੀ ਆ ਸਕਦਾ। ਮੂਸੇ ਵਾਲੇ ਨੂੰ ਪਤਾ ਸੀ 29-30 ਸਾਲ ਦੀ ਉਮਰ 'ਚ ਪਟਾਕਾ ਪੈ ਜਾਏਗਾ, ਸਫਲ ਹੋ ਗਿਆ ਨਾ ਉਹ। ਤਾਂ ਮੈਂ ਸਫਲ ਹਾਂ ਜਿੱਥੇ ਵੀ ਪਰਮਾਤਮਾ ਨੇ ਰੱਖਿਆ ਹੋਇਆ, ਜੋ ਕਿ ਵੀ ਕਰਾਇਆ ਹੋਇਆ, ਪੂਰਾ ਸਫਲ ਹਾਂ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ। ਐਡੀ ਔਕਾਤ ਹੀ ਨਹੀਂ ਸੀ, ਇੰਨੇ ਜੋਗਾ ਹੀ ਨਹੀਂ ਸੀ ਜਿੰਨਾ ਲੋਕਾਂ ਨੇ ਪਿਆਰ ਦਿੱਤਾ, ਅਤੇ ਜਿਸ ਸਟੇਜ 'ਤੇ ਗੁਰਸਾਹਿਬ ਨੇ ਰੱਖਿਆ ਹੋਇਆ। ਬਹੁਤ ਬਹੁਤ ਡੋਨਰਸ ਦਾ ਵੀ ਪੁੱਛੋ, ਸੋ ਜਿਹੜੇ ਡੋਨਰਸ ਆਏ ਹੋਏ ਨੇ ਉਹਨਾਂ ਕੋਲ ਪੁੱਛੋ। ਉਹਨਾਂ ਦਾ ਵੈਸੇ ਧੰਨਵਾਦ ਤਾਂ ਚਲੋ ਮੈਂ ਕਰਤਾ ਸੀ, ਬਟ ਡੋਨਰਸ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਕਿਉਂ ਮਤਲਬ ਕਿੱਥੋਂ ਆਏ, ਕਿੱਥੋਂ, ਨਾਲੇ ਵਿਸ਼ਵਾਸ ਹੈ ਪੂਰਾ। और भी बढ़िया एनजीओस ने, और भी बड़े सेवा करते रहे। मैं दिल्ली से आया हूँ स्पेशल इनको मिलने के लिए। हाँ जी, सिर्फ आज छुट्टी करके शॉप की मिलने के लिए इनको ही आया हूँ कि 1 साल से देख रहा था, कोशिश कर रहा था कि रोज़ जाऊँ आज जाऊँ, लेकिन आज एक दिन बस फाइनल कर लिया, सोच लिया था कि आज की डेट में मिलने जाना ही है। भाई एक छोटा सा मैसेज देना चाहूँगा, सब कुछ बनो मुबारक है, पर पहले इंसान बनो, और इंसान कैसे बनो, अनमोल भाई जैसे। ये 100% है। मैं भी कोशिश करूँगा कि इनका अगर 1% भी मैं कर पाया तो अपने आप को मैं भी थैंकफुल मानूंगा। और एक चीज़ और कहना चाहूँगा कि हम धरती पे 130 करोड़ के अप्रोक्स हैं। अगर हम 1-1, 2-2 रुपये भी अब अगर हम डोनेट करें तो इनकी संस्था को किसी के आगे या किसी के लिए बोलने की ज़रूरत नहीं पड़ेगी। तो छोटी सी एक डोनेशन होती है, सिर्फ कहने या बोलने से कुछ नहीं होगा, साथ खड़े होने से भी, और या 1-1, 2-2 रुपये से भी अगर हम इनकी हेल्प कर दें तो वो भी मैं कह रहा हूँ बहुत ज़्यादा हो जाएगी। तो जो ये काम कर रहे हैं वो शायद ही कोई सोचे, या कोई इस एज में कोई, अब हर कोई सोचता है मैं बॉडी बनाऊं, मैं अपना जिम बनाऊं, मैं डॉक्टर बनूं, मैं IAS बनूं, मैं ये बनूं, मैं वो बनूं, हर किसी के दिलो दिमाग में हर की चीज़ चलती है। लेकिन मैं भी कहना चाहूँगा कि
अपने बच्चे को बहुत सब कुछ बनाओ, बट एक थोड़ी सी इंसानियत अनमोल भाई जैसी भी डाल दो। बहुत डूंगी गल है। अनमोल भाई जैसी थोड़ी सी इंसानियत डाल दो कि ज़्यादा कुछ ना करके थोड़ा सा अगर आप अपने आसपास के लिए लोगों के लिए भी कुछ कर पाओ ना, तो वो बहुत बड़ी बात है। अब मैं दिल्ली से सिर्फ यही चीज़ देख के आया था कि जो इनकी मतलब स्टोरी है, जो ये लोगों की हेल्प करते हैं, जो ब्लेसिंग इनको मिलती है, वो शायद जो बड़े बड़े नेता जो है, जो इतने बड़े ओहदे पे बैठे हैं, वो बाल बराबर भी नहीं ले सकते, क्योंकि जो ये काम करते हैं ना, उस चीज़ के लिए एक थोड़ा सा दिलेरी चाहिए होती है। 5 साल है, 5 साल बाद पता नहीं है कि नहीं है। नहीं है, लेकिन नेता वो चीज़ इनके बाल बराबर भी नहीं कर सकते, बोलनी नहीं चाहिए लेकिन नहीं कर सकते, वो सोचते भी नहीं है। ਸਭ ਤੋਂ ਵੱਡੀ ਗੱਲ ਦੇਖੋ ਵੀਰ, ਦਿੱਲੀ ਤੋਂ ਦਿੱਲੀ ਪੰਜਾਬ ਤੋਂ 5 ਸਾਲ ਅੱਗੇ ਹੈ ਕੰਮ ਦੇ ਮਾਮਲੇ 'ਚ, ਕਿਉਂਕਿ ਉੱਥੇ ਸਪੀਡ ਬਹੁਤ ਹੈ ਹਨਾ, ਉੱਥੇ ਬੰਦੇ ਦੀ ਸਪੀਡ ਬਹੁਤ ਹੈ, ਕਿਸੇ ਕੋਲ ਟਾਈਮ ਨਹੀਂ ਹੈ। ਇਹ ਤਾਂ ਦੁਕਾਨ ਬੰਦ ਕਰਕੇ ਸਪੈਸ਼ਲ ਇੱਥੇ ਆ ਗਏ। ਉੱਥੇ 5 ਸਾਰੇ ਹੀ ਜਾਣਦੇ, ਉੱਥੇ 5 ਮਿੰਟ ਵੀ ਕਿਸੇ ਕੋਲ ਫालतू ਗੱਲ ਕਰਨ ਵੀ ਨਹੀਂ ਹੈਗਾ। ਦਿੱਲੀ ਹਨਾ, ਮੈਂ ਵੀ ਦਿੱਲੀ ਗਿਆ, ਬੜੀ ਫਾਸਟ ਸਿਟੀ ਹੈ, ਮੈਟਰੋ ਸਿਟੀ। ਕਹਾਵਤ ਵੀ ਕਹੀ ਜਾਂਦੀ ਹੈ, ਜੇ ਕੋਈ ਸਵੇਰੇ ਮਰ ਵੀ ਜਾਂਦਾ ਨਾ, ਤਾਂ ਬੰਦਾ ਪਹਿਲਾਂ ਕੰਮ ਤੇ ਜਾਂਦਾ, ਵੀ ਬਾਅਦ ਚ ਸੰਸਕਾਰ। ਇਹ ਕਹਾਵਤ ਹੈ ਨਾ, ਜੇ ਇਹ ਸ਼ਖਸ ਦਿੱਲੀੋਂ ਦੁਕਾਨ ਬੰਦ ਕਰਕੇ ਇੱਥੇ ਆਇਆ, ਕੋਈ ਤਾਂ ਗੱਲ ਹੋਏਗੀ। ਮੂਰਖ ਤਾਂ ਨਹੀਂ, ਸਾਲ 'ਚ ਉਹਨੇ ਵੀ ਜ਼ੋਰ ਲਾਇਆ ਹੋਣਾ ਕਿ ਮੈਂ ਅਕਾਊਂਟ 'ਚ ਪਾ ਦਾਂ ਜਾਂ ਖਾਤੇ 'ਚ ਪਾ ਦਾਂ, ਪੇਟੀਐਮ 'ਚ ਪਾ ਦਾਂ। ਔਰ ਇੱਕ ਗੱਲ ਹੋਰ ਦੱਸਦਾ ਔਨ ਕੈਮਰਾ, ਜੇ ਇੱਕ ਜ਼ਰੀਆ ਦੀ ਟੀਮ ਚਾਹਵੇ, ਇੱਕ ਦਿਨ ਦੇ ਵਿੱਚ ਅਸੀਂ ਕਿੰਨੀ ਕੁ ਰੋਜ਼ ਦੀ ਡੋਨੇਸ਼ਨ ਕਰਾ ਦਿੰਦੇ ਹੋਵਾਂਗੇ ਇੱਥੇ, ਰੋਜ਼ 40,000 50,000 ਲੱਖ ਰੁਪਇਆ। ਜੇ ਅਸੀਂ ਚਾਹੀਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ, ਜੇ ਅਸੀਂ ਚਾਹੀਏ ਅਕਾਊਂਟ ਸ਼ੁਰੂ ਕਰ ਦਈਏ, 1 ਕਰੋੜ ਰੁਪਇਆ ਰੋਜ਼ ਦੀ ਡੋਨੇਸ਼ਨ ਮੈਂ ਇਕੱਠੀ ਕਰਾ ਸਕਦਾ। ਹੁਣ ਪੁੱਛੋ ਕਿਵੇਂ? ਅਸੀਂ ਲੁਧਿਆਣੇ 'ਚ ਬੈਠੇ ਹਾਂ, ਵੀਡੀਓਜ਼ ਚੱਲਦੀਆਂ ਕ੍ਰਾਸ ਵਰਲਡ, ਦਿੱਲੀ 'ਚ ਵੀ, ਗੋਰਖਪੁਰ 'ਚ ਵੀ, ਉੱਤਰਾਖੰਡ 'ਚ ਵੀ, ਪੰਜਾਬ ਦੇ ਤਾਂ ਕੋਨੇ-ਕੋਨੇ 'ਚ, ਯੂਕੇ 'ਚ, ਕੈਨੇਡਾ 'ਚ, ਜਿੰਨੇ ਵੀ ਸ਼ਹਿਰਾਂ ਦੇ ਵਿੱਚ ਸਾਰੇ ਹੀ ਸਾਡੇ ਨਾਲ ਲੋਕ ਜੁੜੇ ਨੇ, ਜਿਹੜੇ ਦਾਨ ਦੇਣਾ ਚਾਹੁੰਦੇ ਨੇ, ਉਹਨਾਂ ਦਾ ਸਾਰਿਆਂ ਦਾ ਦਾਨ ਮੰਗਾਲਾ ਮੈਂ ਲੁਧਿਆਣੇ ਦੇ ਮਰੀਜ਼ਾਂ ਦੀ ਹੈਲਪ ਕਰਨੀ ਸ਼ੁਰੂ ਕਰਦਾ। ਫਿਰ ਜਿਹੜੇ ਅੰਮ੍ਰਿਤਸਰ ਵਾਲੇ ਲੋੜਵੰਦ ਮਰੀਜ਼ ਹੋਣਗੇ, ਉਹ ਕਿੱਥੇ ਜਾਣਗੇ? ਇਸ ਸਟ੍ਰੈਟਜੀ ਨੂੰ ਕਿਸੇ ਨੇ ਨਹੀਂ ਸਮਝਿਆ ਮੇਰੀ, ਮੈਨੂੰ ਲਾਂਤਾਂ ਪਾਈਆਂ। ਅੱਛਾ ਮੈਨੂੰ ਗੱਲ ਦੱਸੋ, ਮੈਨੂੰ ਕੀ ਲੋੜ ਪਈ ਆ 2 ਮਿਲੀਅਨ ਫਾਲੋਅਰ ਹੋਣ ਤੋਂ ਬਾਅਦ ਫੇਸਬੁੱਕ ਤੇ ਮੈਂ ਸ਼ਹਿਰਾਂ 'ਚ ਜਾ ਕੇ ਯੂਥ ਨੂੰ ਪ੍ਰਮੋਟ ਕਰ ਰਿਹਾ, ਮੈਨੂੰ ਉਹ ਪੈਸੇ ਦਿੰਦੇ ਨੇ? ਨਾ, ਮੈਂ ਉਹਨਾਂ ਦੀ ਜਗ੍ਹਾ ਜਾਣਦਾ ਕਿ ਜਦੋਂ ਮੇਰੇ 0 ਫਾਲੋਅਰ ਸੀ, ਮੈਨੂੰ ਕਿਸੇ ਨੇ ਨਹੀਂ ਸਪੋਰਟ ਕੀਤੀ ਸੀ। ਮੈਂ ਦਰਦ ਜਾਣਦਾ ਜਦੋਂ ਤੁਹਾਨੂੰ ਕੋਈ ਨਹੀਂ ਜਾਣਦਾ ਹੁੰਦਾ। ਇੱਕ ਬਗਾਨੇ ਸ਼ਹਿਰ 'ਚ ਜਿਹਨੂੰ ਕੋਈ ਨਹੀਂ ਜਾਣਦਾ, ਉਹਦਾ ਹੱਥ ਫੜ ਕੇ ਉਹਨੂੰ ਕਹਿਣਾ ਆ ਮੇਰਾ ਭਰਾ ਹੈ, NGO ਚਲਾ ਰਿਹਾ, ਇਹਨੂੰ ਸਪੋਰਟ ਕਰੋ। ਔਰ ਉਹੀ ਸਾਲ ਬਾਅਦ ਕੁਝ ਬਣ ਕੇ ਮੈਨੂੰ ਹੀ ਅੱਖਾਂ ਦਿਖਾਉਂਦੇ ਨੇ। ਉਹੀ ਕਹਿੰਦਾ ਜਿਹਦੇ ਕੋਲ ਤੁਰਨਾ ਸਿੱਖਿਆ ਉਹਨੂੰ ਹੀ ਦੌੜਨਾ ਸਿਖਾ ਰਹੇ ਨੇ। ਫਿਰ ਰੱਬ ਦਾ ਘਰ ਤਾਂ ਹੈਗਾ ਹੀ ਹੈ ਨਾ। ਮੈਂ ਚਾਹੁੰਦਾ ਕਿ ਇਹ NGO ਹਰ ਸ਼ਹਿਰ, ਹਰ ਗਲੀ, ਹਰ ਮਹੱਲੇ 'ਚ ਖੁੱਲ੍ਹੇ, ਕਿਉਂਕਿ ਹਰ ਸ਼ਹਿਰ, ਹਰ ਗਲੀ, ਹਰ ਮਹੱਲੇ 'ਚ ਲੋੜਵੰਦ ਪਰਿਵਾਰ ਨੇ, ਅਤੇ ਉਹਨਾਂ ਦੀ ਹੈਲਪ ਉਹੀ ਲੋਕ ਕਰ ਦੇਣ। ਉਹਨਾਂ ਨੂੰ ਲੁਧਿਆਣੇ ਆ ਕੇ ਕਿਸੇ ਕੋਲ ਮੰਗਣ ਦੀ ਲੋੜ ਨਾ ਪਵੇ। ਇਹ ਦਿੱਲੀ ਤੋਂ ਆਏ ਨੇ, ਮੈਂ ਚਾਹੁੰਦਾ ਦਿੱਲੀ 'ਚ ਹੀ ਸੰਸਥਾ ਹੋਵੇ, ਦਿੱਲੀ 'ਚ ਲੋੜਵੰਦ ਮਰੀਜ਼ ਹੋਣ, ਦਿੱਲੀ 'ਚ ਹੀ ਹੈਲਪ ਕਰ ਦੇਣ। ਪਰ ਦਿੱਲੀ ਗੱਲ ਉਹੀ ਆ ਗਈ, ਇਹ ਸੇਵਾ ਕਰਨ ਆ ਗਏ ਨੇ ਇੱਥੇ, ਇਹਨਾਂ ਦੀ ਭਾਵਨਾ ਬਹੁਤ ਓਵਰ ਹੈ। ਨਹੀਂ ਤਾਂ ਦਿੱਲੀ ਦੇ ਵਿੱਚ ਜਿਹੜੇ ਸਾਡੇ ਕੋਲ ਡੋਨਰ ਨੇ ਨਾ, ਉਹ ਉੱਥੇ ਬਹਿ ਕੇ ਵੀ 2 ਕਿਲੋਮੀਟਰ ਦੇ ਹਸਪਤਾਲ 'ਚ ਨਹੀਂ ਜਾ ਸਕਦੇ। ਕਹਿੰਦੇ ਬਾਈ ਅਕਾਊਂਟਮੈਂਟ ਲਵਾ ਲੈ, ਤੇਰੇ 'ਤੇ ਵਿਸ਼ਵਾਸ ਹੈ। ਕਿਉਂਕਿ ਦਿੱਲੀ ਦੇ ਵਿੱਚ ਅਸੀਂ ਟੀਮ ਸ਼ੁਰੂ ਕਰਨ ਦੀ ਸੋਚੀ, ਪਰ ਉੱਥੇ ਲੋਕਾਂ ਕੋਲ ਟਾਈਮ ਨਹੀਂ ਹੈ। ਉਹ ਕਹਿੰਦੇ ਪੈਸੇ ਅਕਾਊਂਟ 'ਚ ਪਵਾ ਲਓ, ਖਾਤੇ 'ਚ ਪਵਾ ਲਓ, ਖਾਤੇ 'ਚ ਪਵਾ ਲਓ। ਸਾਡਾ ਰੂਲ ਕੀ ਹੈ? 7 ਸਾਲਾਂ 'ਚ ਜਿੰਨੀ ਨੈਗੇਟਿਵਿਟੀ ਮੈਂ ਝੇਲੀ ਹੈ, ਇਹ 7 ਸਾਲਾਂ 'ਚ ਬਾਈ ਜਿਹੜੀਆਂ ਮੇਰੇ ਤੋਂ ਬਾਅਦ ਸੰਸਥਾਵਾਂ ਸ਼ੁਰੂ ਹੋਈਆਂ, ਮੈਂ ਨਾਮ ਲੈ ਕੇ ਤਾਂ ਚਲੋ ਕੀ ਦੱਸ ਸਕਦਾ, ਉਹਨਾਂ ਦੇ ਤੁਸੀਂ ਅਗਰ ਐਸੈਟ ਚੈੱਕ ਕਰੋ ਨਾ, ਐਸੈਟ ਇਨ ਦਾ ਸੈਂਸ ਆਫ ਹਰ ਸੰਸਥਾ ਕੋਲ ਜਗ੍ਹਾ ਹੁੰਦੀ, ਬੈਂਕ ਬੈਲੈਂਸ ਹੁੰਦੇ, FDs ਹੁੰਦੀਆਂ। ਸਾਡੇ ਪੱਲੇ ਕੀ ਹੈ? ਕੁਰਸੀ ਟੇਬਲ ਵੀ ਸਾਡੇ ਪੱਲੇ ਹੈ ਨਹੀਂ। ਕਿਉਂ? ਕਿ ਮੇਰੇ ਕੋਲ ਕਲਾ ਨਹੀਂ ਪੈਸੇ ਇਕੱਠੇ ਕਰਨ ਦੀ, ਕਿ ਮੈਨੂੰ ਬੋਲਣਾ ਨਹੀਂ ਆਉਂਦਾ, ਕਿ ਮੇਰੇ ਕੋਲ ਸਿੰਪਥੀ ਦਿਖਾਉਣ ਵਾਲੇ ਮਰੀਜ਼ ਹੈ ਨਹੀਂ। ਸਭ ਕੁਝ ਆਉਂਦਾ, ਪਰ ਗੱਲ ਉਹੀ ਹੈ, ਮੈਂ ਉਹ ਪਰਮਾਤਮਾ ਨੂੰ ਦੱਸਦਾ ਹੁੰਦਾ ਕਿ ਜਿਹੜੇ ਆਈਡੀਆ ਨਾਲ ਸ਼ੁਰੂ ਕੀਤੀ ਸੀ, ਵੀ ਡੂ ਨਾਟ ਅਸੈਪਟ ਮਨੀ ਔਰ ਥਿੰਗਸ, ਜਦੋਂ ਤੱਕ ਜ਼ਿੰਦਾ ਇਹੀ ਆਈਡੀਆ ਰਹੂਗਾ। ਮੈਨੂੰ ਬੜੇ ਲੋਕਾਂ ਨੇ ਕਿਹਾ ਯਾਰ ਹੁਣ ਤੇਰੀ ਫੈਨ ਫੋਲੋਇੰਗ ਬਣ ਗਈ, ਲੋਕ ਤੇਰੇ ਨੂੰ ਪਿਆਰ ਕਰਦੇ ਨੇ, ਹੁਣ ਅਕਾਊਂਟ ਖੋਲ੍ਹ ਲੈ। ਮੈਂ ਕਿਹਾ ਨਾ, ਮਰਦੇ ਦਮ ਤੱਕ ਨਹੀਂ ਖੋਲ੍ਹਦਾ। ਡੋਨਰ ਆਣ, ਕਈ ਵਾਰ ਤਾਂ ਕੋਰ ਵੀਰੇ ਇਹ ਹੁੰਦਾ, ਸਾਹਮਣੇ 70 ਮਰੀਜ਼ ਬੈਠੇ ਹੁੰਦੇ ਨੇ, ਇੱਕ ਡੋਨਰ ਨਹੀਂ ਹੁੰਦਾ। ਫਿਰ ਮੈਂ ਪੁੱਛਦਾ ਆਪਣੇ ਆਪ ਨੂੰ, ਯਾਰ ਕਰ ਲੈ ਭਰਾਵਾ, ਨਹੀਂ ਸਰਨਾ। ਡੋਨਰ ਵੀ ਗਾਲਾਂ ਕੱਢਦੇ ਨੇ ਕਿ ਭਰਾਵਾ ਅਕਾਊਂਟ 'ਚ ਪੈਸੇ ਲੈ ਲੈ, ਸਾਨੂੰ ਤੇਰੇ 'ਤੇ ਵਿਸ਼ਵਾਸ ਹੈ। ਮੈਂ ਕਈ ਵਾਰ ਉਹਨਾਂ ਨੂੰ ਕਲੋਲ ਵੀ ਕਰ ਦਿੰਦਾ ਕਿ ਮੈਨੂੰ ਜੇ ਪੈਸੇ ਦੋਗੇ ਮੈਂ ਕੱਪੜੇ ਲੈ ਲੈਣੇ ਵਧੀਆ। ਉਹਨੂੰ ਕਹਿੰਦਾ ਕੋਈ ਗੱਲ ਨਹੀਂ, ਲੈ ਲੈ। ਜੇ ਤੂੰ ਲੱਖ ਰੁਪਏ ਤੋਂ 10,000 ਦੇ ਕੱਪੜੇ ਵੀ ਲੈ ਜਾਏਗਾ, ਲੈ ਲੈ, 90,000 ਤਾਂ ਲਾਏਗਾ। ਮੈਂ ਹੱਸ ਪੈਂਦਾ, ਮੈਂ ਕਿਹਾ ਨਹੀਂ, ਮੈਂ ਪੈਸੇ ਲੈਣੇ ਹੀ ਨਹੀਂ। ਸਾਡੇ ਕੋਲ ਕਿੰਨੀਆਂ ਭੈਣਾਂ UK ਤੋਂ ਫੋਨ 'ਤੇ ਰੋਂਦੀਆਂ ਕਿ ਸਾਡੇ ਕੋਲ ਪੈਸੇ ਲੈ ਲਓ ਵੀਰੇ, ਸਾਡਾ ਕੋਈ ਇੰਡੀਆ ਹੈ ਨਹੀਂ। ਕੀ ਮੈਂ ਚੁੱਪ ਚਪੀਤੇ ਪੈਸੇ ਨਹੀਂ ਫੜ ਸਕਦਾ? ਹੁਣ ਵੀ ਤਾਂ ਮੇਰੇ 'ਤੇ ਇਲਜ਼ਾਮ ਲੱਗ ਹੀ ਰਹੇ ਨੇ ਯਾਰ, ਜੇ ਮੈਂ ਖਾ ਵੀ ਲਊਂਗਾ ਤਾਂ ਵੀ ਲੱਗ ਜਾਣਗੇ, ਕੀ ਫਰਕ ਪੈਂਦਾ? ਪਰ ਮੈਂ ਜਿਹਨੂੰ ਮੂੰਹ ਦਿਖਾਣਾ ਨਾ ਗੁਰੂ ਸਾਹਿਬ ਨੂੰ, ਉਹਦੀ ਨਜ਼ਰਾਂ 'ਚ ਸੱਚਾ ਰਹਿਣਾ। ਅਤੇ ਜਿਹੜੇ ਇੱਦਾਂ ਦੇ ਭਰਾ ਨੇ ਨਾ, ਇਹ ਮੋਟੀਵੇਸ਼ਨ ਨੇ। ਇਹ ਦਿੱਲੀੋਂ ਪੈਸਿਆਂ ਦੀ ਸੇਵਾ ਨਹੀਂ, ਇਹ ਇਮੋਸ਼ਨਸ ਲੈ ਕੇ ਆ। एक चीज़ और कहूँगा, ये जो पब्लिक यहाँ पे बैठी, ये कोई नेताओं की तरह पैसे दे के भीड़ इकट्ठी की हुई नहीं है। मैं भी देख रहा हूँ, मैं 4 बजे का आया हुआ हूँ, तब से मैं जब का इनका सेटअप नहीं लगा था, तब से मैं देख रहा हूँ किस तरीके से लोग आते हैं, वेट करते हैं, काम होता। हाँ जी, 4 बजे से मैं आया हुआ हूँ, क्योंकि मुझे नहीं आइडिया था कि कब यहाँ पे सेटअप लगता है, कैसे लगता है, क्योंकि जो इनका नंबर था वो काफ़ी टाइम से बिजी जा रहा था, तो मैं भी आके बैठ गया इधर उधर घूमते घूमते। तो
4 बजे से यहाँ पे मैं देख रहा हूँ कि इनका सेटअप है, इनकी टीम धीरे धीरे कुर्सियाँ लगाती है, सब चीज़। कोई और बाहर से नहीं आते, किसी मजदूर को दे के पैसे दे के नहीं करवाते, खुद करते हैं सब कुछ। ये खुद कुर्सियाँ लगाते हैं, खुद पानी पिलाते हैं, खुद सब मशीनें लगाते हैं, खुद सारा काम जो है खुद ही करते हैं, सेल्फ सर्विस है। और ये सबकी सेवा भी खुद ही करते हैं। कोई आ गया, उठ सकता है, नहीं उठ सकता। तो जो नेता अभिनेता अगर लुधियाना वाले देख रहे हैं एक छोटी सी चीज़, तो थोड़ी सी शर्म करो और जो है भैया को थोड़ी सी हेल्प कर दो। आपके 1% की हेल्प से ना ये जो काम है वो ऐसा हो जाएगा कि आपको भी लोग दुआएं देंगे। जो आपकी कुर्सी भी 5 साल के लिए आपको मिली है वो सफल हो जाएगी। ये कोई आपकी तरह जो ऐसा नहीं कि पौवा या पैसे देके जो भीड़ इकट्ठी की हुई है, वो चीज़ नहीं है। ये ज़मीनी हकीकत है, जो ज़मीनी हकीकत जो यहाँ पे आपको देखने को मिल रही है। जो अब 1-2 भैया जो आए हुए हैं थैंक यू के लिए, वो थैंक यू करने के लिए जेन्युइन आए हुए हैं कि उनके घर की तकलीफ जो है वो दूर हुई है। ऐसा नहीं कि उसको बुला दिया और खड़ा कर दिया। हाँ जी, आपने भी देखा जो ज़मीनी हकीकत है। तो मैं सिर्फ एक ही चीज़ कहूँगा कि खाली कुर्सी पे बैठ के ऑर्डर देने से कुछ नहीं होगा। एक बारी ज़मीनी हकीकत जो है वो आगे देखो कि यहाँ पे किस तरीके से काम हो रहा है, उसको थोड़ा सा सिस्टमेटिक आप लाओगे। 99% काम हो चुका है ओवरऑल। 1% सिर्फ आपका जो सिस्टम है उस काम के अंदर अगर इन्वॉल्व होगा तो ये काम इतना ग्रो करेगा कि हद से भी ज़्यादा। जो एक आज की डेट में अगर लुधियाना लेवल पे है, मैं वैसे तो इंडिया लेवल पे है, क्रॉस लेवल भी है, बट एक जो मेंटेनेंस जो चाहिए वो थोड़ी सी अगर जो है मतलब राजनीति के थ्रू हेल्प हो जाएगी, या एक जो बाकी तो इनको ज़्यादा डीपली पता होगा कि अगर हो सकती है, तो नेता लोगों से सिर्फ एक ही रिक्वेस्ट है हाथ जोड़ के कि एक छोटी सी हेल्प कर दो जो ये सिस्टम के थ्रू चाहते हैं, तो काफ़ी कुछ जो है सुधार हो सकता है इस चीज़ में। बाकी तो थैंक यू भैया भाई, जानते हैं। मज़ा आ गया यार आपसे बात करके। आप इतनी देर से वेट कर रहे हो यार, थैंक यू सो मच। बैठिए आप। ਮਾਹੌਲ ਹੀ ਮਤਲਬ 2 ਵਾਰੀ ਤਾਲੀਆਂ ਵੱਜ ਗਈਆਂ। ਬਸ ਪਿਆਰ ਹੈ ਭਰਾਵਾਂ ਦਾ, ਤੁਹਾਡਾ ਪਿਆਰ ਹੈ ਭਰਾਵਾਂ ਦਾ। ਦੁਆਵਾਂ ਹੈ ਬਾਈ, ਦੁਆਵਾਂ ਬਹੁਤ ਕੰਮ ਕਰਦੀਆਂ। ਤਾਂ ਜਿੱਥੇ ਕੁਝ ਨਹੀਂ ਕੰਮ ਕਰਦਾ ਤਾਂ ਦੁਆ ਕੰਮ ਕਰਦੀ ਹੈ। ਤਾਂ ਪਹਿਲਾਂ ਮੈਂ ਜਦੋਂ ਸਟਾਰਟ ਲੱਗਦਾ ਮੈਨੂੰ ਵੀ ਗਾਲਾਂ ਪੈਣ ਲਈਆਂ ਕਿਉਂਕਿ ਅੱਗੇ ਆਂਦਾ ਮੈਂ ਸਵਾਲ ਪੁੱਛਦਾ, ਅੱਜ ਸਵਾਲ ਘੱਟ ਸੀ। ਨਹੀਂ ਪੁੱਛੋ ਤੁਸੀਂ ਬਾਈ। ਐਦਾਂ ਪਤਾ ਕੀ ਚੱਕਰ ਹੁੰਦਾ ਵੀਰੇ, ਕਦੀ ਵੀ ਜ਼ਿੰਦਗੀ 'ਚ ਨਾ ਤੁਸੀਂ ਤਾਂ ਚਲੋ ਫਿਰ ਮੂੰਹ ਤੇ ਆ ਕੇ ਸਵਾਲ ਪੁੱਛ ਲੈਂਦੇ ਹੋ। ਗੁੱਸਾ ਤਾਂ ਉਹਨਾਂ ਨਾਲ ਆ ਜਿਹੜੇ ਘਰ ਬੈਠੇ ਜਜਮੈਂਟਲ ਲੈ ਲੈਂਦੇ ਨੇ। ਜਜਮੈਂਟ ਦਾ ਮੈਂ ਇੰਨਾ ਕੁ ਸ਼ਿਕਾਰ ਹੁੰਦਾ ਨਾ ਬਾਈ, ਜਿਹੜਾ ਬੰਦਾ ਕਦੀ ਮੈਨੂੰ ਮਿਲਿਆ ਨਹੀਂ ਹੁੰਦਾ, ਆਇਆ ਨਹੀਂ ਹੁੰਦਾ, ਉਹ ਮੇਰੇ ਬਾਰੇ ਜਦੋਂ ਜਜਮੈਂਟ ਹੋ ਕੇ ਕੁਝ ਬੋਲਦਾ ਹੈ ਨਾ, ਉਦੋਂ ਦਿਲ ਟੁੱਟਦਾ ਕਿ ਮੈਨੂੰ ਮਿਲ ਤਾਂ ਲੈਂਦਾ, ਕਲੀਅਰ ਹੀ ਕਰ ਲੈਂਦਾ। ਕੀ ਪਤਾ ਤੁਹਾਨੂੰ ਪਤਾ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਕੀ ਹੈ? ਜਦੋਂ ਤੁਸੀਂ ਕਿਸੇ ਨੂੰ ਦੋਸ਼ੀ ਕਰਾਰ ਦੇ ਦਿੰਦੇ ਹੋ ਆਪਣੇ ਵੱਲੋਂ, ਉਹਨੂੰ ਬੁਲਾਣਾ ਬੰਦ ਕਰ ਦਿੰਦੇ ਹੋ, ਉਹਦੇ 'ਤੇ ਇਲਜ਼ਾਮ ਲਾ ਦਿੰਦੇ ਹੋ, ਉਹਨੂੰ ਗਾਲਾਂ ਕੱਢਦੇ ਹੋ, ਉਹਦੇ ਲਾਈਵ ਹੋ ਜਾਂਦੇ ਹੋ। ਕੱਲ੍ਹ ਨੂੰ 2 ਸਾਲਾਂ ਬਾਅਦ ਤੁਹਾਨੂੰ ਪਤਾ ਲੱਗਦਾ ਉਹ ਤਾਂ ਸਹੀ ਸੀ। ਮੈਂ ਚਾਹੁੰਦਾ ਉਹ ਨਾ ਕੋਈ ਹੋਵੇ, ਇੱਥੇ ਆਵੇ ਚੰਗੀ ਤਰ੍ਹਾਂ ਬੈਠੇ ਨਾਲ ਕੀ ਦਿਹਾੜੀ ਬਣਦੀ ਹੈ, ਕੀ ਹੈ ਪਤਾ ਕਿਉਂ? ਜਿਹੜੀਆਂ ਦੁਆਵਾਂ ਨੇ ਨਾ ਬਾਈ, ਜਿਹੜੀ ਲੋਕ ਢਿੱਡੋਂ ਦੁਆ ਦੇ ਕੇ ਜਾਂਦੇ ਨੇ, ਕਿਸੇ ਦੇ ਬੱਚੇ ਦਾ ਇਲਾਜ ਹੁੰਦਾ ਹੈ, ਕਿਸੇ ਦਾ, ਉਹ ਜਿਹੜੀ ਦੁਆ ਹੈ ਉਹ ਬਹੁਤ ਕੰਮ ਆਉਂਦੀ ਹੈ। ਤਾਂ ਉਸੇ ਕਰਕੇ ਹੁਣ ਅਸੀਂ ਚੱਲ ਰਹੇ ਹਾਂ। ਤੇ ਬਸ ਸਵਾਲ ਪੁੱਛ ਲਓ ਤੁਸੀਂ, ਜੇ ਗਾਲਾਂ ਨਾ ਨਹੀਂ ਕੋਈ ਖਾਣੀਆਂ। ਚੱਕਰ ਨਹੀਂ। ਜੇ ਕੋਈ ਸਵਾਲ ਜਵਾਬ ਕਿਸੇ ਹੋਰ ਦੇ ਲੋਕਾਂ ਨੇ ਪਹਿਲਾਂ ਦੇਖਿਆ ਹੀ ਹੋਇਆ ਸਭ ਕੁਝ, ਕੋਈ ਚੱਕਰ ਨਹੀਂ। ਸੋ ਜਿਵੇਂ ਕਿ ਹੁਣ ਅਨਮੋਲ ਕੁਆਤਰਾ ਨਾਲ ਗੱਲਬਾਤ ਕਰਕੇ ਹਟੇ ਆ, ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਅਮਿਤ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।